ਸ਼ੇਰੇ ਪੰਜਾਬ AM 600 ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਹ ਹੈ ਦ ਨਵਜੋਤ ਢਿੱਲੋਂ ਸ਼ੋਅ। ਅੱਜ ਦੇ ਇਸ ਸ਼ੋਅ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਜੀ ਆਇਆਂ ਨੂੰ ਕਹਿੰਦੀ ਹਾਂ। ਅੱਜ ਸੋਮਵਾਰ ਹੈ, ਇੱਕ ਨਵੇਂ ਹਫ਼ਤੇ ਦੀ ਸ਼ੁਰੂਆਤ ਹੈ ਅਤੇ ਅੱਜ ਨਵੇਂ ਹਫ਼ਤੇ ਦੀ ਸ਼ੁਰੂਆਤ ਕਰਦੇ ਹਾਂ ਕੁਝ ਵੱਖਰੀ ਤਰ੍ਹਾਂ ਦੀ ਜਾਣਕਾਰੀ ਹਾਸਲ ਕਰਕੇ। ਅੱਜ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਰੌਚਕ ਅਤੇ ਜਾਣਕਾਰੀ ਭਰਪੂਰ ਗੱਲਬਾਤ ਹੋਏਗੀ। ਮੇਰੇ ਨਾਲ ਸਟੂਡੀਓ ਦੇ ਵਿੱਚ ਇੱਕ ਮਹਿਮਾਨ ਵੀ ਮੌਜੂਦ ਰਹਿਣਗੇ। ਉਸ ਤੋਂ ਪਹਿਲਾਂ ਇੱਕ ਦੋ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੀ ਹਾਂ। ਬਹੁਤ ਸਾਰੇ ਸਾਡੇ ਲਿਸਨਰਸ ਇਸ ਵੇਲੇ ਸਾਡੇ ਨਾਲ ਜੁੜ ਰਹੇ ਨੇ। ਉਹਨਾਂ ਦੇ ਤਜਰਬੇ ਹੁੰਦੇ ਨੇ ਅਤੇ ਤਜਰਬਿਆਂ ਦੇ ਆਧਾਰ ਦੇ ਉੱਤੇ ਉਹ ਹਮੇਸ਼ਾ ਗੱਲ ਕਰਦੇ ਆ। ਅੱਜ ਜਿਵੇਂ ਤੁਹਾਨੂੰ ਤੁਹਾਡੇ ਤਜਰਬੇ ਯਾਦ ਆਉਂਦੇ ਗਏ, ਅੱਗੇ ਚੱਲ ਕੇ ਤੁਹਾਨੂੰ ਵੀ ਮੈਂ ਸ਼ਾਮਿਲ ਕਰੂੰਗੀ। ਅੱਜ ਗੱਲ ਕਰਨੀ ਹੈ ਜੋਤਿਸ਼ ਬਾਰੇ ਅਤੇ ਵਾਸਤੂ ਸ਼ਾਸਤਰ ਬਾਰੇ। ਜਦੋਂ ਅਸੀਂ ਆਪਣੇ ਘਰਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਸਾਹਮਣਾ ਕਰਦੇ, ਉਹਨਾਂ ਦਾ ਬਹੁਤ ਸਾਰੀਆਂ ਡਾਇਮੈਂਸ਼ਨਸ ਹੁੰਦੀਆਂ। ਕਈ ਵਾਰ ਅਸੀਂ ਮਾਨਸਿਕ ਤੌਰ 'ਤੇ ਪਰੇਸ਼ਾਨ ਮਹਿਸੂਸ ਕਰਦੇ ਹਾਂ, ਕਈ ਵਾਰ ਅਸੀਂ ਸਰੀਰਕ ਤੌਰ 'ਤੇ ਪਰੇਸ਼ਾਨ ਹੁੰਦੇ ਹਾਂ ਅਤੇ ਬਹੁਤ ਵਾਰ ਇਹ ਵੀ ਹੁੰਦਾ ਕਿ ਅਸੀਂ ਭਾਵਨਾਤਮਕ ਤੌਰ 'ਤੇ ਵੀ ਆਪਣੇ ਆਪ ਨੂੰ ਟੁੱਟੇ ਹੋਏ ਮਹਿਸੂਸ ਕਰਦੇ ਹਾਂ। ਉਸ ਵੇਲੇ ਇਹ ਹੁੰਦਾ ਕਿ ਵੀ ਕੁਝ ਇਹੋ ਜਿਹਾ ਚਮਤਕਾਰ ਹੋ ਜਾਏ, ਕੋਈ ਸਾਨੂੰ ਇਹੋ ਜਿਹਾ ਵਿਅਕਤੀ ਮਿਲ ਜਾਏ ਜਿਹੜਾ ਸਾਡੇ ਸਾਰੇ ਦੁੱਖ ਹਰਨ ਕਰ ਲਵੇ। ਡਾਕਟਰਸ ਦੇ ਕੋਲ ਜਾਂਦੇ ਹਾਂ, ਡਾਕਟਰ ਕਈ ਵਾਰੀ ਤੁਹਾਨੂੰ ਇਹ ਲੱਗਦਾ ਕਿ ਸੁਣ ਨਹੀਂ ਰਹੇ ਸਾਡੀ ਗੱਲ, ਡਾਕਟਰ ਦੀ ਸਮਝ ਦੇ ਵਿੱਚ ਨਹੀਂ ਆ ਰਿਹਾ ਸਾਡਾ ਰੋਗ। ਜੇ ਉਹ ਇਮੋਸ਼ਨਲ ਲੈਵਲ ਦੇ ਉੱਤੇ ਜਾਂ ਮੈਂਟਲ ਲੈਵਲ ਦੇ ਉੱਤੇ ਤੁਹਾਡੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਆ, ਤੁਹਾਨੂੰ ਇਹ ਦੱਸਦੇ ਆ ਕਿ ਤੁਹਾਡੀ ਸਰੀਰਕ ਸਮੱਸਿਆ ਜਿਹੜੀ ਉਹਦੇ ਪਿੱਛੇ ਵੀ ਇਹੀ ਫੈਕਟਰਸ ਹੋ ਸਕਦੇ ਆ, ਤਾਂ ਤੁਹਾਨੂੰ ਲੱਗਦਾ ਕਿ ਇੰਨੀ ਗੱਲੀ ਬਾਤੀ ਕੜਾਹ ਜਿਹਾ ਬਣਾ ਕੇ ਸਾਨੂੰ ਡਾਕਟਰ ਨੇ ਤੋੜ ਦਿੱਤਾ, ਗੱਲ ਬਣੀ ਨਹੀਂ ਕੋਈ। ਫਿਰ ਅਚਾਨਕ ਕੋਈ ਤੁਹਾਨੂੰ ਇਹੋ ਜਿਹਾ ਵਿਅਕਤੀ ਮਿਲਦਾ, ਕਹਿੰਦਾ ਕਿ ਫਲਾਣੀ ਥਾਂ ਦੇ ਉੱਤੇ ਫਲਾਣਾ ਬਾਬਾ ਹੈ ਜਾਂ ਕੋਈ ਉਹ ਜੋਤਸ਼ੀ ਹੈ, ਮੇਰੀ ਵੀ ਇਹੀ ਸਮੱਸਿਆ ਸੀ, ਉਹਨੇ ਦਿਨਾਂ ਦੇ ਵਿੱਚ ਹੱਲ ਕਰ ਦਿੱਤੀ। ਉਪਾਅ ਦੱਸਿਆ, ਮਾੜਾ ਜਿਹਾ ਇੱਕ ਦੋ ਨਗ ਪਾਏ ਅਤੇ ਕਮਾਲ ਦਾ ਰਿਜ਼ਲਟ ਮਿਲਿਆ। ਅਤੇ ਜੇ ਕੋਈ ਆਪਣੀ ਜ਼ੁਬਾਨ ਤੋਂ ਇਹ ਦਾਅਵਾ ਕਰਦਾ ਹੈ ਕਿ ਵੀ ਮੈਂ ਕੋਈ ਧਾਗਾ ਤਵੀਤ ਪਾਇਆ, ਜੇ ਮੈਂ ਕੋਈ ਨਗ ਪਾ ਲਿਆ, ਥੋੜ੍ਹੇ ਬਹੁਤ ਪੈਸੇ ਖਰਚ ਕੇ ਮੇਰੀ ਜ਼ਿੰਦਗੀ ਇੱਕਦਮ ਲੀਹ 'ਤੇ ਆ ਗਈ ਹੈ, ਉਹਦੇ 'ਤੇ ਵਿਸ਼ਵਾਸ ਕਿਉਂ ਨਾ ਕੀਤਾ ਜਾਵੇ। ਬੜਾ ਸੁਭਾਵਿਕ ਹੈ, ਇਹ ਚੀਜ਼ ਬੜੀ ਕੁਦਰਤੀ ਹੈ। ਕਿਉਂ ਨਾ ਉਹ ਵਿਅਕਤੀ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਤੰਗ ਹੈ ਕਿਸੇ ਵੀ ਸਿਚੁਏਸ਼ਨ ਦੇ ਵਿੱਚ, ਉਹ ਉਸ ਵਿਅਕਤੀ 'ਤੇ ਵਿਸ਼ਵਾਸ ਕਰੇ, ਉਹਦੀ ਉਂਗਲੀ ਫੜ ਕੇ ਉਹ ਕਿਉਂ ਨਾ ਉਸ ਜੋਤਸ਼ੀ ਤੱਕ ਪਹੁੰਚੇ। ਤੁਹਾਡੇ ਵਿੱਚੋਂ ਬਹੁਤ ਸਾਰੇ ਇਹੋ ਜਿਹੇ ਹੋਣਗੇ ਜਿਹੜੇ ਇਸ ਤਰ੍ਹਾਂ ਆਪਣੀਆਂ ਸਮੱਸਿਆਵਾਂ ਦਾ ਹੱਲ ਕੱਢ ਕੇ ਲਿਆਏ ਹੋਣਗੇ, ਅਤੇ ਬਹੁਤ ਸਾਰੇ ਇਹੋ ਜਿਹੇ ਵੀ ਹੋਣਗੇ ਜਿਹੜੇ ਨਿਰਾਸ਼ ਵੀ ਪਰਤੇ ਹੋਣਗੇ। ਜੋਤਿਸ਼ ਕੀ ਹੈ, ਵਾਸਤੂ ਸ਼ਾਸਤਰ ਕੀ ਹੈ, ਇਹਦੇ ਬਾਰੇ ਅੱਜ ਅਸੀਂ ਗੱਲਾਂ ਕਰਾਂਗੇ। ਸੋ ਇੱਕ ਕਰਕੇ ਇਹ ਜਿਹੜੀ ਗੱਲ ਹੈ ਉਹਨੂੰ ਵੱਖਰੇ ਤੌਰ 'ਤੇ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮੇਰੇ ਨਾਲ ਜਿਹੜੇ ਸਟੂਡੀਓ ਦੇ ਵਿੱਚ ਮਹਿਮਾਨ ਨੇ, ਉਹਨਾਂ ਬਾਰੇ ਮੈਂ ਦੱਸਣਾ ਚਾਹੁੰਦੀ ਹਾਂ ਕਿ ਇਹ ਇੱਕ ਬੜੇ ਇੰਟਰਸਟਿੰਗ ਇਨਸਾਨ ਨੇ, ਕਿਉਂਕਿ ਇਹ ਅੱਜ ਕੱਲ੍ਹ ਜੋਤਿਸ਼ ਬਾਰੇ ਜਦੋਂ ਗੱਲ ਕਰਦੇ ਆ, ਉਹ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਨਹੀਂ, ਇਹਦੇ ਵਿੱਚ ਕੁਝ ਨਹੀਂ ਰੱਖਿਆ। ਪਰ ਇਹ ਵੀ ਪਤਾ ਲੱਗਾ ਕਿ ਇਹਨਾਂ ਨੇ ਖੁਦ ਜੋਤਿਸ਼ ਸਿੱਖਣ ਦੀ ਕੋਸ਼ਿਸ਼ ਕੀਤੀ ਤਾਂ ਕਿ ਇਹਨੂੰ ਸਮਝਿਆ ਜਾਵੇ ਕਿ ਇਹ ਕਿੱਦਾਂ ਵਰਕ ਕਰਦਾ। ਉਹ ਕਰਨ ਤੋਂ ਬਾਅਦ, ਉਹ ਸਿੱਖਿਆ ਹਾਸਲ ਕਰਨ ਤੋਂ ਬਾਅਦ ਅਤੇ ਪ੍ਰੈਕਟੀਕਲ ਲਾਈਫ ਦੇ ਵਿੱਚ ਤਜਰਬੇ ਕਰਦੇ ਹੋਏ ਇਹਨਾਂ ਨੇ ਇੱਕ ਕਿਤਾਬ ਲਿਖੀ ਹੈ ਜਿਸ ਦਾ ਟਾਈਟਲ ਹੈ ਜੋਤਿਸ਼ ਦਾ ਐਕਸਰੇ। ਇਹ ਕਿਤਾਬ ਹੈ ਜੋਤਿਸ਼ ਦਾ ਐਕਸਰੇ। ਸੋ ਇਹਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਇਹਨਾਂ ਨੇ ਮੈਨਸ਼ਨ ਕੀਤੀਆਂ, ਪਰ ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ 2 ਘੰਟਿਆਂ ਦੇ ਵਿੱਚ ਕੁਝ ਇਸ ਕਿਤਾਬ ਦਾ ਨਿਚੋੜ ਵੀ ਤੁਹਾਡੇ ਸਾਹਮਣੇ ਮੁੱਖ ਤੌਰ 'ਤੇ ਅਸੀਂ ਪੇਸ਼ ਕਰ ਸਕੀਏ। ਮੈਂ ਆਪਣੇ ਨਾਲ ਸ਼ਾਮਿਲ ਕਰ ਰਹੀ ਹਾਂ ਸੁਰਜੀਤ ਦੌਧਰ ਹੋਣਾ ਨੂੰ, ਜਿਹੜੇ 30 ਸਾਲ ਅਧਿਆਪਕ ਵੀ ਰਹੇ ਨੇ ਅਤੇ ਕਿਸਾਨ ਜਥੇਬੰਦੀ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਨਾਲ ਇਹ ਜੁੜੇ ਹੋਏ ਨੇ, ਅਤੇ ਕਿਸਾਨ ਅੰਦੋਲਨ ਦੇ ਦੌਰਾਨ ਵੀ ਇਹਨਾਂ ਨੇ ਦਿੱਲੀ ਦੇ ਵਿੱਚ ਕਈ ਮਹੀਨੇ ਅਵੇਅਰਨੈਸ ਦਾ ਕੰਮ ਕੀਤਾ, ਜਾਗਰੂਕ ਲੋਕਾਂ ਨੂੰ ਕਰਨ ਦੀ ਕੋਸ਼ਿਸ਼ ਕੀਤੀ। ਖਾਸ ਕਰਕੇ ਕਿਸਾਨ ਜਿਹੜੇ ਉੱਥੇ ਪਹੁੰਚੇ ਹੋਏ ਸਨ, ਮਜ਼ਦੂਰ ਪਹੁੰਚੇ ਹੋਏ ਸਨ, ਅਤੇ ਉਹਨਾਂ ਦੇ ਨਾਲ ਜੁੜੇ ਆਮ ਲੋਕ ਵੀ। ਅੱਜ ਦੇਖਦੇ ਹਾਂ ਕਿ ਇਹਨਾਂ ਕੋਲੋਂ ਅਸੀਂ ਕੀ ਜਾਣਕਾਰੀ ਲੈ ਸਕਦੇ ਹਾਂ। ਬਹੁਤ ਸਵਾਗਤ ਹੈ ਸੁਰਜੀਤ ਦੌਧਰ ਜੀ। ਬਹੁਤ ਧੰਨਵਾਦ ਜੀ। ਸ਼ੇਰੇ ਪੰਜਾਬ ਰੇਡੀਓ ਤੁਹਾਡੇ ਸਾਰੇ ਦਰਸ਼ਕਾਂ ਦਾ, ਸਰੋਤਿਆਂ ਦਾ, ਜਿਨ੍ਹਾਂ ਨੇ ਤੁਹਾਡੇ ਨਾਲ ਤਾਰਾਂ ਜੋੜ ਛੱਡੀਆਂ ਅਤੇ ਲੰਮੇ ਸਮੇਂ ਤੋਂ ਤੁਹਾਡੇ ਉਹ ਸਰੋਤੇ ਅਤੇ ਦਰਸ਼ਕਾਂ ਵਜੋਂ ਮੈਨੂੰ ਪਤਾ ਹੈ, ਕਿਉਂਕਿ ਬਹੁਤ ਵੱਡੀ ਪੱਧਰ 'ਤੇ ਸੁਣਿਆ ਜਾਂਦਾ ਅਤੇ ਸਰਹੱਦਾਂ ਤੱਕ ਤੁਸੀਂ ਸਾਡੀ ਆਵਾਜ਼ ਪਹੁੰਚਾਉਂਦੇ ਹੋ। ਤੁਹਾਡਾ ਵੀ ਬਹੁਤ ਧੰਨਵਾਦ। ਸੋ ਮੈਂ
ਕਿਉਂਕਿ ਤੁਸੀਂ ਬਹੁਤ ਕੁਝ ਕਰਦੇ ਰਹੇ ਹੋ, ਤੁਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਹੋ, ਤੁਸੀਂ ਅਧਿਆਪਕ ਰਹੇ ਹੋ, 30 ਸਾਲ ਤੋਂ ਵੱਧ ਦਾ ਤੁਹਾਡਾ ਉਹ ਤਜਰਬਾ ਹੈ। ਪਰ ਅੱਜ ਮੈਂ ਫੋਕਸ ਇਸ ਚੀਜ਼ 'ਤੇ ਕਰਨਾ ਚਾਹੁੰਦੀ ਹਾਂ ਜਿਹੜਾ ਤੁਹਾਡਾ ਇਹ ਜੋਤਿਸ਼ ਵਾਲਾ ਇੰਟਰਸਟ ਹੈ। ਮੈਨੂੰ ਪਤਾ ਕਿ ਤਰਕਸ਼ੀਲ ਸੁਸਾਇਟੀ ਦੇ ਨਾਲ ਵੀ ਤੁਸੀਂ 98 ਤੋਂ ਤਕਰੀਬਨ ਸ਼ਾਇਦ ਉਸ ਤੋਂ ਪਹਿਲਾਂ ਦੇ ਵੀ ਜੁੜੇ ਹੋਏ ਹੋ। ਜੋਤਿਸ਼ ਵੱਲ ਜਿਹੜਾ ਤੁਹਾਡਾ ਇਹ ਝੁਕਾਅ ਕਿਵੇਂ ਹੋਇਆ? ਮੈਂ ਇਹ ਕਹੂੰਗੀ, ਮੈਂ ਇਹ ਵੀ ਨਹੀਂ ਕਹੂੰਗੀ ਕਿ ਰੁਚੀ ਕਿਵੇਂ ਪੈਦਾ ਹੋਈ, ਝੁਕਾਅ ਕਿਵੇਂ ਹੋਇਆ? ਅਸਲ 'ਚ ਜਿਹੜੀ ਤਾਰਾ ਵਿਗਿਆਨ ਬਾਰੇ ਕੁਛ ਰੁਚੀ ਸੀ ਉਹ ਮੇਰੀ ਪਹਿਲਾਂ ਹੀ ਸੀਗੀ, ਮਤਲਬ ਤਰਕਸ਼ੀਲ ਸੁਸਾਇਟੀ 'ਚ ਆਉਣ ਤੋਂ ਪਹਿਲਾਂ ਹੀ। ਮੈਂ 22/2/90 ਨੂੰ ਐਜੂਕੇਸ਼ਨ ਡਿਪਾਰਟਮੈਂਟ ਜੁਆਇਨ ਕੀਤਾ ਸੀ। ਉੱਥੇ ਇੱਕ ਲਾਇਬ੍ਰੇਰੀ ਸੀ, ਉਸ ਲਾਇਬ੍ਰੇਰੀ 'ਚੋਂ ਮੈਂ ਡਾਕਟਰ ਬਦਵਾਨ ਸਿੰਘ ਸੋਨੀ ਦੀ ਇੱਕ ਕਿਤਾਬ ਪੜ੍ਹੀ ਸੀ, ਕੇ ਵਿਦ ਸਜਾ ਪ੍ਰਥਮ ਸੰਸਾਰਾ। ਅੱਛਾ। ਉਹ ਡਾਕਟਰ ਬਦਵਾਨ ਸਿੰਘ ਸੋਨੀ ਦੀ ਕਿਤਾਬ ਸੀ। ਉਹਦੇ 'ਚ ਤਾਰਾ ਵਿਗਿਆਨ ਬਾਰੇ, ਤਾਰੇ ਬਣਦੇ ਕਿਵੇਂ, ਟੁੱਟਦੇ ਕਿਵੇਂ, ਇਹਦੇ ਝੁੰਡ ਕਿਵੇਂ ਬਣਦੇ, ਇਹਦੀਆਂ ਖਿੱਤੀਆਂ ਨੂੰ ਦੇਖਣਾ ਕਿਵੇਂ, ਕਿਹੜੀ ਖਿੱਤੀ ਕਦੋਂ ਆਕਾਸ਼ 'ਚ ਆਉਂਦੀ ਆ, ਉਹਦਾ ਕੀ ਰੋਲ ਹੁੰਦਾ, ਉਹ ਸਾਰਾ ਕੁਛ ਉਹਦੇ 'ਚ ਬਹੁਤ ਡਿਟੇਲ ਨਾਲ ਦੱਸਿਆ ਹੋਇਆ ਸੀ। ਉਹ ਜਿਹੜੇ ਡਾਕਟਰ ਵਿਦਵਾਨ ਸਿੰਘ ਸੋਨੀ, ਉਹ ਕੋਈ ਰਿਸਰਚਰ ਸੀਗੇ? ਤਾਰਾ ਵਿਗਿਆਨੀ, ਹਾਂਜੀ, ਰਿਸਰਚਰ, ਹਾਂਜੀ। ਤੇ ਉਹਨਾਂ ਦੀ ਜਦੋਂ ਮੈਂ ਕਿਤਾਬ ਪੜ੍ਹੀ, ਮੇਰੀਆਂ ਇਹਨਾਂ ਰੁਚੀਆਂ ਦਾ ਸਾਡੇ ਜਿਹੜੇ ਸਟੇਟ ਆਗੂ ਸੀ ਤਰਕਸ਼ੀਲ ਸੁਸਾਇਟੀ ਦੇ, ਉਹਨਾਂ ਨੂੰ ਪਤਾ ਸੀ। ਉਹਨਾਂ 'ਚ ਇੱਕ ਥੋੜ੍ਹੀ ਜਿਹੀ ਰੁਚੀ ਜੋਤਿਸ਼ ਬਾਰੇ ਰੱਖਦੇ ਸੀ, ਸਰਦਾਰ ਭੂਰਾ ਸਿੰਘ ਮਹਿਮਾ ਸਰਜਾ। ਉਹਨਾਂ ਨੇ ਮੈਨੂੰ ਕਿਹਾ ਵੀ ਤੈਨੂੰ ਥੋੜ੍ਹੀ ਜਿਹੀ ਇਹਦੇ ਬਾਰੇ ਜਾਣਕਾਰੀ ਤਾਂ ਹੈ ਵੀ ਜੇ ਜੋਤਿਸ਼ ਸਿੱਖ ਲੈ, ਕਿਉਂਕਿ ਜਿੰਨਾ ਚਿਰ ਅਸੀਂ ਕਿਸੇ ਵਿੱਦਿਆ ਨੂੰ ਪੂਰਾ ਸਿੱਖਦੇ ਨਹੀਂ, ਸਮਝਦੇ ਨਹੀਂ, ਉਹਦਾ ਵਿਰੋਧ ਨਹੀਂ ਕੀਤਾ ਜਾ ਸਕਦਾ। ਕਿਉਂਕਿ ਉਹਦਾ ਵਿਰੋਧ ਜਿਹੜੇ ਪੱਧਰ 'ਤੇ ਵੀ ਅਸੀਂ ਕਰਾਂਗੇ, ਜੇ ਅਸੀਂ ਅਸਿੱਖਤ ਹਾਂ ਤਾਂ ਉਹਦੇ ਵਿਰੋਧ 'ਚ ਅਸੀਂ ਕਿਤੇ ਨਾ ਕਿਤੇ ਫਸ ਜਾਵਾਂਗੇ ਜਾ ਕੇ। ਕਿਉਂਕਿ ਉਹਦੇ ਇੱਕ ਵਿਚਾਰਧਾਰਾ ਬੜੀ ਪੁਰਾਣੀ, ਉਸ ਵਿਚਾਰਧਾਰਾ ਦੇ ਨਾਲ ਟੱਕਰ ਲੈਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਫਿਰ ਮੈਨੂੰ ਪਤਾ ਲੱਗਾ ਵੀ ਜਿੰਨਾ ਚਿਰ ਇਹਨੂੰ ਸਿੱਖਿਆ ਨਹੀਂ ਜਾਂਦਾ, ਕਿਉਂਕਿ ਜਦੋਂ ਮੈਂ ਸ਼ੁਰੂ ਕੀਤਾ, ਮੈਂ ਆਪਦੇ ਲੈਵਲ 'ਤੇ ਸ਼ੁਰੂ ਕੀਤਾ, ਮੈਨੂੰ ਕੋਈ ਸਮਝ ਨਹੀਂ ਲੱਗੀ। ਪਰ ਜਦੋਂ ਮੈਂ ਇਹਨੂੰ, ਫਿਰ ਮੈਂ 6 ਮਹੀਨੇ ਦਾਖਲਾ ਲਿਆ ਲੁਧਿਆਣੇ। ਅੱਛਾ। ਉੱਥੇ ਐਤਵਾਰ ਨੂੰ ਉਹ 2 ਘੰਟੇ ਲਾਉਂਦਾ ਹੁੰਦਾ ਸੀ ਤੇ 4 ਘੰਟੇ ਲਾਉਂਦਾ ਸੀ, ਤੇ ਸ਼ਨੀਵਾਰ ਨੂੰ 2 ਘੰਟੇ। ਸੋ ਜੋਤਿਸ਼ ਦਾ ਕੋਈ ਕਲਾਸ, ਹਾਂਜੀ, 2 ਹੀ ਕਲਾਸਾਂ ਲੱਗਦੀਆਂ ਸੀ, ਐਤਵਾਰ ਤੇ ਸ਼ਨੀਵਾਰ ਹੀ। ਤੇ ਉਹ ਮਤਲਬ 2 ਘੰਟੇ ਤੇ 4 ਘੰਟੇ ਲਵਾ ਕੇ ਹਫ਼ਤੇ ਦਾ ਕੰਮ ਦੇ ਦਿੰਦਾ ਸੀ। ਉਹ ਵੀ ਇੱਕ ਹਫ਼ਤਾ ਤੁਸੀਂ ਇਹਦੇ ਬਾਰੇ ਸਟੱਡੀ ਕਰਨੀ ਹੈ। ਅੱਛਾ, ਮੈਂ ਉਸ ਤੋਂ ਪਹਿਲਾਂ ਕਿ ਆਪਾਂ ਅੱਗੇ ਵਧੀਏ, ਇਹ ਚੀਜ਼ ਤੁਹਾਡੇ ਕੋਲ ਜਾਣਨਾ ਚਾਹੁੰਦੀ ਹਾਂ ਕਿ ਤੁਸੀਂ ਪੱਖਪਾਤੀ ਹੋ ਕੇ ਗਏ ਸੀ, ਆਪਣਾ ਬਣਾ ਕੇ ਗਏ ਸੀ ਦਿਮਾਗ ਕਿ ਵੀ ਮੈਂ ਇਸ ਚੀਜ਼ ਨੂੰ ਚੈਲੰਜ ਕਰਨ ਦੇ ਲਈ ਸਟੱਡੀ ਕਰਨ ਜਾ ਰਿਹਾ, ਜਾਂ ਸਿੱਖਣ ਲਈ? ਜਦੋਂ ਆਪਾਂ ਸਿੱਖਣ ਲਈ ਜਾਂਦੇ ਹਾਂ ਉਦੋਂ ਆਪਾਂ ਬਹੁਤ ਮਨ ਖੋਲ ਕੇ ਜਾਂਦੇ ਹਾਂ ਕਿ ਆਪਾਂ ਨੂੰ ਦਿਮਾਗ ਖੋਲ ਕੇ ਜਾਣਾ ਚਾਹੀਦਾ। ਤੁਹਾਡਾ ਮਾਈਂਡ ਸੈਟ ਕੀ ਸੀ ਉਦੋਂ? ਮੇਰੇ ਦੋਵੇਂ ਵਿਚਾਰਧਾਰਾਵਾਂ ਸੀ। ਸਿੱਖੇ ਬਿਨਾਂ ਸਮਝਿਆ ਨਹੀਂ ਜਾ ਸਕਦਾ, ਜਿੰਨਾ ਚਿਰ ਸਮਝਣ ਵਾਸਤੇ ਉਹਨੂੰ ਸਿੱਖਣਾ ਪੈਣਾ ਵੀ ਕੀ ਆ ਉਹ ਅਸਲ। ਮੈਨੂੰ ਕਿਉਂਕਿ ਅਧਿਆਪਕ ਜਿਹੜਾ ਹੁੰਦਾ ਨਾ ਬੜਾ ਚੁਸਤ ਹੁੰਦਾ, ਉਹ ਅਧਿਆਪਕ ਮੇਰਾ ਬੜਾ ਚੁਸਤ ਸੀ। ਅੱਛਾ। ਉਹਨੇ ਵੀ ਮੈਨੂੰ ਚੌਥੇ ਇੱਕ ਦਿਨ ਸਮਝ ਲਿਆ ਸੀ ਵੀ ਇਹ ਉਹਨਾਂ ਬੱਚਿਆਂ 'ਚੋਂ ਨਹੀਂ ਹੈ ਜਿਹੜੇ ਦੂਜੇ ਆਏ ਆ। ਮੈਨੂੰ ਆਦੇ ਵੀ, ਉਹ ਜਦੋਂ ਸਾਨੂੰ ਛੁੱਟੀ ਕੀਤੀ, ਮੈਨੂੰ ਆਦੇ ਵੀ ਤੂੰ ਇਕੱਲਾ ਬੈਠਾ ਰਹਿ, ਦੂਜਿਆਂ ਨੂੰ ਸਾਰਿਆਂ ਨੂੰ ਜਾਣਦੇ, ਤੇਰੇ ਨਾਲ ਮੈਂ ਜ਼ਰੂਰੀ ਗੱਲ ਕਰਨੀ ਹੈ। ਮੈਂ ਜਦੋਂ ਫਿਰ ਉਹ ਜ਼ਰੂਰੀ ਗੱਲ ਉਹਨੇ ਕੀ ਕਰਨੀ ਸੀ, ਮੈਨੂੰ ਉਹਨੇ ਜਿਹੜਾ ਵੀ ਤੂੰ ਪ੍ਰਸ਼ਨ ਕਰਨਾ ਉਹ ਇਹਨਾਂ 'ਚ ਨਹੀਂ ਕਰਨਾ, ਮੈਨੂੰ ਇਕੱਲੇ ਨੂੰ ਪੁੱਛਣਾ। ਅੱਛਾ। ਕਿਉਂਕਿ ਉਹਦੇ ਪ੍ਰਸ਼ਨ ਦਾ ਉੱਤਰ ਉਹਦੇ ਕੋਲ ਵੀ ਨਹੀਂ ਸੀ ਹੁੰਦਾ। ਓਕੇ। ਉਹਨੂੰ ਲੱਗਦਾ ਸੀ ਕਿ ਉਹਨਾਂ ਬਾਕੀਆਂ ਦਾ ਵਿਸ਼ਵਾਸ ਨਾ ਤੋੜੇ। ਹਾਂਜੀ, ਕਿਉਂਕਿ ਉਹਦੀ ਤਾਂ ਇੱਕ ਸੀਗੀ ਕਲਾਸ ਸੀ। ਉਹ ਕਹਿੰਦਾ ਵੀ ਮੈਂ ਸਿਖਾਊਂਗਾ ਤੈਨੂੰ, ਮਨ ਰੋਜ਼ੀ ਨਾਲ ਸਿਖਾਊਂਗਾ। ਉਹਨੇ ਮੇਰੇ ਨਾਲ ਵਾਅਦਾ ਕੀਤਾ, ਮੇਰੇ ਸਕੂਲ ਦਾ ਨਾਂ ਨਹੀਂ ਲੈਣਾ, ਮੇਰਾ ਨਾਂ ਨਹੀਂ ਲੈਣਾ, ਤੂੰ ਕਿਹਦੇ ਕੋਲੋਂ ਸਿੱਖਿਆ, ਕਿਉਂਕਿ ਮੈਂ ਇਸ ਖੇਤਰ 'ਚ। ਅੱਛਾ। ਮੈਂ ਕਿਹਾ ਜੀ ਬਿਲਕੁਲ, ਸਾਰੀ ਉਮਰ ਤੁਹਾਡਾ ਮੈਂ ਨਾਂ ਨਹੀਂ ਲੈਂਦਾ, ਪਰ ਮੈਂ ਇਹਨੂੰ ਬਹੁਤ ਰੁਚੀ ਨਾਲ ਸਿਖਾਇਆ। ਉਹਨੇ ਕੱਲੀ ਗੱਲ ਦੱਸੀ, ਪਰ ਉਹ ਨਾਲ ਹੀ ਇਹ ਗੱਲ ਦੱਸ ਦਿੰਦਾ ਸੀ ਵੀ ਮੈਂ ਇਹ ਜੋਤਿਸ਼ ਦੇ ਅਨੁਸਾਰ ਦੱਸਤਾ, ਪਰ ਜ਼ਰੂਰੀ ਨਹੀਂ ਗਾ ਵੀ ਇਹ ਠੀਕ ਹੀ ਹੋਵੇ। ਨਾਲ ਐਂ ਕਹਿ ਦਿੰਦਾ ਸੀ, ਮਤਲਬ ਰਲਮੀ ਮਿਲਵੀਂ ਗੱਲ ਕਰਦਾ ਸੀ। ਪਰ ਜਿਹੜੇ ਮੈਂ ਪ੍ਰਸ਼ਨ ਉਹਨੂੰ ਕਰਦਾ ਸੀ, ਉਹ ਸਾਰੇ ਹੀ ਉਹ ਸੀ ਵੀ ਉਹਦੇ ਕੋਲ ਜਵਾਬ ਹੀ ਨਹੀਂ ਸੀ ਹੁੰਦਾ ਉਹਦਾ। ਪਰ ਕਿਤੇ ਤੁਹਾਨੂੰ ਯਕੀਨ ਤਾਂ ਹੁੰਦਾ ਹੀ ਹੋਣਾ? ਨਾ ਜੀ, ਬਿਲਕੁਲ ਹੀ ਨਹੀਂ ਹੋਇਆ, ਕਦੇ ਵੀ ਨਹੀਂ ਹੋਇਆ। ਕਿਉਂਕਿ ਅਸਲ 'ਚ ਇਹ ਹੈ ਨਾ ਵੀ ਜਨਮ ਕੁੰਡਲੀ ਦੇਖ ਕੇ ਦੱਸਣ ਦਾ ਦਾਅਵਾ ਕਰਦੇ ਆ ਵੀ ਜਨਮ ਕੁੰਡਲੀ ਦੇਖ ਕੇ ਸਾਰਾ ਕੁਝ ਦੱਸਿਆ ਜਾ ਸਕਦਾ। ਜਨਮ ਕੁੰਡਲੀ ਦੇ ਆਧਾਰ ਤੇ ਹੀ ਮੈਂ ਇਹਨਾਂ ਨੂੰ 8 ਪ੍ਰਸ਼ਨ ਪੁੱਛੇ ਆ, ਇਸੇ ਕਿਤਾਬ 'ਚ ਪੁੱਛੇ ਵੀ ਆ। ਉਹਨਾਂ ਦਾ ਇਹਨਾਂ ਕੋਲੇ ਕੋਈ ਉੱਤਰ ਨਹੀਂ, ਕਿਉਂਕਿ ਜਦੋਂ ਇਹ ਕਹਿੰਦੇ ਆ ਵੀ ਜਿਵੇਂ ਅਸੀਂ ਵਿਆਹ ਦੀ ਗੱਲ ਕਰਦੇ ਆ, ਤਾਂ ਵਿਆਹ ਇਹਦਾ ਕਿਉਂ ਨਹੀਂ ਹੋਣਾ, ਕਦੋਂ ਹੋਊਗਾ, ਕਿਹਦੇ ਨਾਲ ਹੋਊਗਾ, ਬੱਚੇ ਕਿੰਨੇ ਹੋਣਗੇ, ਪਿਛਲੇ ਜਨਮ 'ਚ ਕੀ ਸੀ, ਅਗਲੇ ਜਨਮ 'ਚ ਕੀ ਸੀ, ਕਈ ਜਨਮਾਂ ਦੀਆਂ ਗੱਲਾਂ ਕਰਦੇ ਆ, ਸਾਰੀ ਜ਼ਿੰਦਗੀ ਦੇ ਲੇਖੇ ਜੋਖੇ ਦੀ ਗੱਲ ਕਰਦੇ ਆ। ਪਰ ਜਦੋਂ ਇਹਨਾਂ ਨੂੰ ਪੁੱਛਦੇ ਆ ਵੀ ਇਹ ਜਨਮ ਕੁੰਡਲੀ ਦੇਖ ਕੇ ਦੱਸਣਾ ਜੀ, ਔਰਤ ਦੀ ਮਰਦ ਦੀ ਖੁਸਰੇ ਦੀ ਨਹੀਂ ਪਤਾ। ਜਦੋਂ ਇਹਨਾਂ ਨੂੰ ਪੁੱਛਣਾ ਵੀ ਇਹ ਜਨਮ ਕੁੰਡਲੀ ਦੇਖ ਕੇ ਦੱਸੋ ਵਿਦੇਸ਼ੀ ਦੀ ਆ ਭਾਰਤੀ ਦੀ ਆ, ਨਹੀਂ ਪਤਾ। ਜਨਮ ਕੁੰਡਲੀ ਦੇਖ ਕੇ ਦੱਸਣਾ ਵੀ ਕਿਸੇ ਰਾਜਨੇਤਾ ਦੀ ਆ, ਬੇਰੁਜ਼ਗਾਰ ਦੀ ਆ, ਜਾਂ ਰੁਜ਼ਗਾਰਸ਼ੁਦਾ ਦੀ ਆ, ਨਹੀਂ ਪਤਾ। ਜਨਮ ਕੁੰਡਲੀ ਦੇਖ ਕੇ ਦੱਸਣਾ ਪੜ੍ਹੇ ਲਿਖੇ ਵਿਅਕਤੀ ਦੀ ਆ, ਅਨਪੜ੍ਹ ਵਿਅਕਤੀ ਦੀ, ਨਹੀਂ ਪਤਾ। ਮਤਲਬ ਆਹ ਜਿਹੜੀਆਂ ਗੱਲਾਂ ਦਾ ਹਾਂ ਨਾ ਦੇ ਵਿੱਚ ਜਵਾਬ ਦੇਣਾ, ਉਹ ਕਿਸੇ ਵੀ ਗੱਲ ਦਾ ਹੁਣ ਤੱਕ ਇਹ ਜਵਾਬ ਨਹੀਂ ਦੇ ਸਕੇ। ਇਹਦੇ ਮਗਰਲੇ ਸਫ਼ਿਆਂ 'ਤੇ ਸਾਰੇ ਜਿਹੜੇ 8 ਪ੍ਰਸ਼ਨ ਆ ਉਹ ਤਕਰੀਬਨ ਦਰਜ ਹੈ।
ਤੇ 10 ਸਾਲ ਹੋ ਗਏ ਕਿਤਾਬ ਲਿਖੀ ਨੂੰ। 5 ਲੱਖ ਰੁਪਈਆ ਇਨਾਮ ਹੈ। ਅੱਛਾ 60 ਲੱਖ ਰੁਪਈਆ ਇੱਥੋਂ ਦੀ ਤਰਕਸ਼ੀਲ ਸੁਸਾਇਟੀ ਵੱਲੋਂ ਆ, 5 ਲੱਖ ਰੁਪਈਆ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਆ, 5 ਲੱਖ ਰੁਪਈਆ ਮੇਰੇ ਵੱਲੋਂ ਆ। ਇਹਦੇ 'ਚ ਸਾਰਾ ਲਿਖਿਆ ਹੋਇਆ ਕਿਵੇਂ ਉਹਨੇ ਅਲਫੀਆ ਬਿਆਨ ਦੇਣਾ ਜੋਤਸ਼ੀ ਨੇ, ਕਿਵੇਂ ਸਾਡੇ ਨਾਲ ਮੈਦਾਨ 'ਚ ਆਉਣਾ, ਕਿਵੇਂ ਉਹਨੂੰ ਪਹਿਲੀ ਦੇ ਬੱਚਿਆਂ ਵਾਂਗੂ ਸਿਰਫ ਟਿਕ ਮਾਰਕ ਕਰਨ ਵਾਸਤੇ ਅਸੀਂ ਉੱਤਰ ਦੇਣੇ ਆ। ਪ੍ਰਸ਼ਨ ਦੇਤਾ ਵੀ ਜਿਹੜੀ ਇਹ ਮਰਦ ਦੀ ਆ, ਔਰਤ ਦੀ ਆ ਜਾਂ ਖੁਸਰੇ ਦੀ ਆ, 3 ਥੱਲੇ ਉੱਤਰ ਊੜਾ ਆੜਾ ਈੜੀ, ਇੱਕ ਤੇ ਨਿਸ਼ਾਨ ਲਾਉਣਾ। ਹਾਲੇ ਤੱਕ ਜਿੱਤ ਨਹੀਂ ਸਕੇ। ਜੇ ਇਹਨਾਂ ਕੋਲ ਕੋਈ ਜੇ ਵਿਗਿਆਨਕ ਹੁੰਦਾ ਤੇ ਬੜੇ ਸੌਖੇ ਸਵਾਲ ਸੀ ਇਹ, ਕਿਉਂਕਿ ਇਹਨਾਂ ਸਵਾਲਾਂ ਦੇ ਨਾਲ ਦੇ ਰਲਦੇ ਮਿਲਦੇ ਸਵਾਲ ਤਾਂ ਅਸੀਂ ਇਹਨਾਂ ਤੋਂ ਪੁੱਛਦੇ ਹਾਂ ਸਾਰੇ। ਆਈ ਵੈਸ ਅੱਛਾ ਫਿਰ ਹੁਣ ਤੁਸੀਂ ਜ਼ਰੂਰ ਕੋਈ ਨਾ ਕੋਈ ਨਿਚੋੜ ਵੀ ਕੱਢਿਆ ਹੋਊਗਾ। ਹਾਂਜੀ ਕਿ ਫਿਰ ਇਹ ਚੀਜ਼ ਦਾ ਓਰੀਜਨ ਤਾਂ ਕਿਤੇ ਹੋਇਆ ਹੀ ਹੈ ਨਾ। ਬਿਲਕੁਲ ਹੋਇਆ ਜੀ। ਇਹਦੀ ਹਿਸਟਰੀ ਵੀ ਹੋਊਗੀ, ਇਹਦੀ ਹਿਸਟਰੀ ਵੀ ਹੋਏਗੀ। ਐਵੇਂ ਥੋੜੀ ਕਿ ਇਹ ਕੱਲ ਚੀਜ਼ ਪੈਦਾ ਹੋਈ ਲੋਕਾਂ ਨੇ ਅੱਜ ਯਕੀਨ ਕਰਨਾ ਸ਼ੁਰੂ ਕਰ ਦਿੱਤਾ। ਬੜੀ ਤਕੜੀ ਹਿਸਟਰੀ ਉਹ ਵੀ ਤੁਸੀਂ ਪੜ੍ਹੀ ਹੋਏਗੀ। ਹਾਂਜੀ ਬਿਲਕੁਲ ਪੜ੍ਹੀ। ਉਹ ਅਸਲ 'ਚ ਕੀ ਆ ਵੀ ਇਹ ਖਗੋਲ ਵਿਗਿਆਨ ਹੈ ਜੀ ਮੁੱਢਲਾ। ਖਗੋਲ ਵਿਗਿਆਨ ਮਤਲਬ ਤਾਰਾ ਵਿਗਿਆਨ ਹੈ ਮੁੱਢਲਾ। ਸਾਰਿਆਂ ਨਾਲੋਂ ਮੁੱਢਲੀ ਆਕਾਸ਼ੀ ਗਿਣਤੀ ਜੇਕਰ ਕੀਤੀ ਹੈ ਤਾਂ ਉਹ ਇਸ ਵਰਗ ਨੇ ਕੀਤੀ ਹੈ। ਅੱਛਾ ਇਸ ਵਰਗ ਨੇ ਇਕੱਲੀ ਆਕਾਸ਼ੀ ਗਿਣਤੀ ਨਹੀਂ ਕੀਤੀ, ਉਸ ਗਿਣਤੀ ਦੇ ਨਾਲ ਧਰਤੀ ਦੀਆਂ ਸਥਿਤੀਆਂ ਨੂੰ ਪੜ੍ਹਿਆ। ਅੱਛਾ ਬਈ ਕਣਕ ਬੀਜਣੀ ਆ ਕਿਹੜੇ ਨਛੱਤਰ 'ਚ ਚੰਦ ਹੋਊਗਾ ਜਦੋਂ ਕਣਕ ਬੀਜਣੀ ਆ, ਜਦੋਂ ਕੋਈ ਫਸਲ ਬੀਜਣੀ ਆ ਉਹਦੀ ਕਿਹੜੇ ਨਛੱਤਰ 'ਚ ਸਥਿਤੀ ਵੇਲੇ ਉਹ ਫਸਲ ਬੀਜਣ ਤੇ ਪੂਰਾ ਝਾੜ ਦਿੰਦੀ ਹੈ। ਇਹ ਸਾਡੇ ਪਿੰਡ 'ਚ ਇੱਕ ਇਹੋ ਜਿਹਾ ਵਿਅਕਤੀ ਸੀ ਜਿਹੜਾ ਸਾਰੇ ਪਿੰਡ ਨਾਲੋਂ ਵੱਧ ਪੜ੍ਹਿਆ ਲਿਖਿਆ ਹੁੰਦਾ ਸੀ। ਸਾਰੇ ਪਿੰਡ ਦਾ ਲੇਖਾ ਜੋਖਾ ਇਹਦੇ ਕੋਲੇ ਹੁੰਦਾ ਸੀ। ਸਾਰੇ ਪਿੰਡ ਦੇ ਬੱਚੇ ਜੰਮੇ ਦੀਆਂ ਜਨਮ ਕੁੰਡਲੀਆਂ ਜਾਂ ਸਾਰਾ ਕੁਝ ਬਣਾਉਣ ਦਾ ਲੇਖਾ ਪਤਾ ਇਹਦੇ ਕੋਲੇ ਹੁੰਦਾ ਸੀ। ਜਦੋਂ ਕੋਈ ਮਰਦਾ ਸੀ ਉਹਦਾ ਕਿਰਿਆ ਕਰਮ ਕਰਨ ਦਾ ਲੇਖਾ ਵੀ ਇਹਦੇ ਕੋਲੇ ਹੁੰਦਾ ਸੀ। ਜਦੋਂ ਕੋਈ ਅਸੀਂ ਪਿੰਡ ਦੀ ਜਾਣਕਾਰੀ ਲੈਣੀ ਆ ਉਹ ਇੱਕ ਵੱਡੀ ਸੰਸਥਾ ਵਜੋਂ ਸਾਰਾ ਇਸੇ ਤੋਂ ਹੀ ਰਿਕਾਰਡ ਮਿਲਦਾ ਸੀ। ਜਦੋਂ ਕੋਈ ਕਿਸਾਨ ਕਣਕ ਬੀਜਣੀ ਆ ਉਹਨੇ ਉਹ ਸਭ ਤੋਂ ਪਹਿਲਾਂ ਜੋਤਸ਼ੀ ਨੂੰ ਪੁੱਛ ਕੇ ਆਉਂਦਾ ਹੁੰਦਾ ਸੀ ਵੀ ਮੈਂ ਹੁਣ ਕਣਕ ਬੀਜਦਾ ਟਾਈਮ, ਕਿਉਂਕਿ ਜਦੋਂ ਆਪਣੇ ਸੋ ਇਹ ਆਮ ਹਰ ਇੱਕ ਥਾਂ ਤੇ ਹੁੰਦਾ ਸੀ। ਹਰ ਥਾਂ ਜਦੋਂ ਆਪਾਂ ਹਿਸਟਰੀ ਦੇ ਵਿੱਚ ਜਾਂਦੇ ਆ ਇਸ ਤਰ੍ਹਾਂ ਹੁੰਦਾ ਸੀ ਕਿ ਹਰ ਪਿੰਡ ਦੇ ਵਿੱਚ ਕੋਈ ਇਸ ਤਰ੍ਹਾਂ ਜਾਣਕਾਰੀ ਰੱਖਦਾ ਵਿਅਕਤੀ ਹੁੰਦਾ ਸੀ ਜਿਹਨੂੰ ਸਲਾਹ ਮਸ਼ਵਰਾ ਜਿਹਦੇ ਨਾਲ ਕਰਕੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਸੀ ਉਹ ਕੀਤੀਆਂ ਜਾਂਦੀਆਂ ਸੀ। ਜਿਵੇਂ ਤੁਸੀਂ ਗੰਨਾ ਲੈ ਲਓ ਵੀ ਗੰਨਾ ਪੱਕਣ ਦਾ ਕਿਸਾਨ ਮੋਢੇ ਤੇ ਗੰਨਾ ਪੱਟ ਕੇ ਧਰ ਕੇ ਲਿਜਾਂਦਾ, ਜੋਤਸ਼ੀ ਨੂੰ ਲਿਜਾ ਕੇ ਪੁੱਛਦਾ ਵੀ ਜੋਤਸ਼ੀ ਜੀ ਚੂਪ ਕੇ ਦੱਸਿਓ ਵੀ ਗੰਨਾ ਰਸ ਪੱਕ ਗਿਆ ਵੀ ਹੁਣ ਮੈਂ ਗੁੜ ਬਣਾ ਸਕਦਾ। ਉਹ ਚੂਪ ਕੇ ਦੇਖਣ ਵਾਲਾ ਕਿਹੜਾ, ਉਹਦੇ ਕੋਈ ਮਸ਼ੀਨ ਲੱਗੀ ਸੀ, ਉਹਨੇ ਅੰਦਰ ਵੜਨਾ, ਅੰਦਰ ਵੜ ਕੇ ਉਹਨੇ ਦੱਸਣਾ ਵੀ ਕਿਹੜੇ ਨਛੱਤਰ ਦੇ ਵਿੱਚ ਗੰਨੇ ਦਾ ਰਸ ਆ ਜਿਹੜਾ ਪੱਕ ਜਾਂਦਾ, ਸੂਰਜ ਚੰਦ ਕਿਹੜੇ ਨਛੱਤਰ 'ਚ ਹੁਣ ਤੇ ਕਿਹੜੀ ਸਥਿਤੀ 'ਚ ਆ। ਇੰਨੀ ਡੂੰਘੀ ਜਾਣਕਾਰੀ ਸੀ ਇਹਨਾਂ ਕੋਲੇ। ਜਦੋਂ ਉਹ ਸਾਇੰਟਿਫਿਕ ਸੀ, ਬਿਲਕੁਲ ਸਾਇੰਟਿਫਿਕ ਸੀ, ਉਹ ਸਾਇੰਟਿਫਿਕ ਸੀ। ਅਸਲ 'ਚ ਕੀ ਹੈ ਵੀ ਉਦੋਂ ਇਹ ਕੀ ਹੁੰਦਾ ਸੀ, ਉਦੋਂ ਇਹ ਸਾਡੇ ਜਿਵੇਂ ਦੂਜੇ ਪਿੰਡ 'ਚ ਲਾਗੀ ਹੁੰਦੇ ਸੀ। ਜਿਵੇਂ ਸਾਡੇ ਜੁੱਤੀ ਜੋੜੇ ਸਿਉਣ ਵਾਲਾ ਸਾਡੇ ਕੋਲੋਂ ਦਾਣੇ ਲਿਜਾਂਦਾ ਸੀ। ਸਾਡੇ ਘਰਾਂ ਦੇ ਵਿੱਚ ਸਾਡੇ ਜਿਹੜੇ ਹੋਰ ਕੱਪੜੇ ਸਿਉਣ ਵਾਲੇ ਸੀ ਉਹ ਵੀ ਸਾਡੇ ਨਾਲ ਜੁੜੇ ਸੀ। ਹਰ ਵਰਗ ਕਿਸਾਨੀ ਨਾਲ ਜੁੜਿਆ ਹੁੰਦਾ ਸੀ। ਕਿਸਾਨੀ ਦੀ ਉਪਜ ਤੇ ਹੀ, ਕਿਉਂਕਿ ਸਭ ਤੋਂ ਮੇਨ ਉਦੋਂ ਖੁਰਾਕ, ਇਹ ਸਾਡੀ ਜਿਹੜੀ ਖੁਰਾਕ ਇਹੀ ਅਸੀਂ ਪੈਦਾ ਕਰਦਾ ਸੀ ਕਿਸਾਨ ਉਹੀ ਸੀ। ਦੂਜੀਆਂ ਚੀਜ਼ਾਂ ਦਾ ਮਤਲਬ ਕੱਲਾ ਨੂਨ ਕਹਿੰਦੇ ਸੀ ਸ਼ਹਿਰੋਂ ਲਿਆਉਣਾ ਪੈਂਦਾ, ਬਾਕੀ ਤਾਂ ਸਾਰੀਆਂ ਕਿਸਾਨ ਪੈਦਾ ਕਰ ਲੈਂਦਾ ਸੀ। ਉਹ ਜੋਤਸ਼ੀ ਵੀ ਇੱਕ ਉਹੀ ਕੜੀ ਸੀ ਅਸਲ 'ਚ। ਪਰ ਜਦੋਂ ਜੋਤਸ਼ੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਹੁਣ ਹਰ ਗੱਲ ਇਹ ਮੇਰੇ ਕੋਲੋਂ ਪੁੱਛਣ ਆਉਂਦਾ, ਉਦੋਂ ਫਿਰ ਉਹ ਇਹਦੀਆਂ 2 ਧਰਾਵਾਂ ਬਣ ਗਈਆਂ। ਜਿਹੜੇ ਤਾਰਾ ਵਿਗਿਆਨੀ ਸੀ ਉਹ ਵੱਖਰੇ ਹੋ ਗਏ, ਜਿਨ੍ਹਾਂ ਨੇ ਇਹਨਾਂ ਨੂੰ ਕਿਸਮਤ ਦੇ ਨਾਲ ਜੋੜ ਕੇ ਇੱਕ ਅਡੰਬਰ ਰਚ ਲਿਆ, ਐਸਟ੍ਰੋਲੋਜੀ ਵੱਖਰੀ ਹੋ ਗਈ। ਹਾਂਜੀ ਉਹ ਵੱਖਰੇ ਹੋ ਗਏ। 2 ਧਰਾਵਾਂ ਹੋ ਗਈਆਂ ਇਹਦੀਆਂ। ਵਾਹ, ਵੈਰੀ ਇੰਟਰਸਟਿੰਗ। ਪਰ ਇਹਦੀ ਸ਼ੁਰੂਆਤ ਭਾਰਤ ਦੇ ਵਿੱਚ ਹੀ ਹੋਈ ਹੈ। ਇਹਦੀ ਸ਼ੁਰੂਆਤ ਆਪਣੇ ਗੈਲੀਲੀਓ ਤੋਂ ਹੋਈ ਹੈ। ਅੱਛਾ। ਤਕਰੀਬਨ ਗੈਲੀਲੀਓ ਨੇ ਜਦੋਂ ਦੂਰਬੀਨ ਆਪਦੀ ਬਣਾ ਲਈ, ਦੂਰਬੀਨ ਬਣਾਉਣ ਤੋਂ ਬਾਅਦ ਉਹਨੇ ਹੋਰ ਗ੍ਰਹਿ ਵੇਖੇ ਤੇ ਹੋਰ ਸਾਰਾ ਕੁਝ, ਕਿਉਂਕਿ ਗੈਲੀਲੀਓ ਵੀ ਮੁੱਢਲਾ ਜੋਤਸ਼ੀ ਸੀ, ਪਹਿਲਾ ਜੋਤਸ਼ੀ ਸੀ। ਉਹ ਖਗੋਲ ਵਿਗਿਆਨੀ ਸੀ, ਖਗੋਲ ਵਿਗਿਆਨੀ ਉਹ ਜੋਤਸ਼ੀ ਸੀ। ਪਰ ਜਦੋਂ ਉਹਨੇ ਸਾਰਾ ਕੁਝ ਬਣਾਇਆ ਉਹਨੇ ਫਿਰ ਇਹਨਾਂ ਨੂੰ ਚੈਲੰਜ ਕੀਤਾ ਵੀ ਤੁਸੀਂ ਤਾਂ ਮਤਲਬ ਜਿਹੜੇ ਨੰਗੀ ਅੱਖ ਨਾਲ ਦੇਖੇ ਜਾਣ ਵਾਲੇ ਗ੍ਰਹਿ ਉਹਨਾਂ ਦੀ ਗੱਲ ਕਰਦੇ, ਤਾਂ ਹੋਰ ਕੁਝ ਬਹੁਤ ਕੁਝ। ਸੋ ਸਾਇੰਸ ਦੀ ਬ੍ਰਾਂਚ ਦੇ ਵਿੱਚੋਂ ਨਿਕਲੀ ਹੋਈ ਇਹ ਇੱਕ ਬ੍ਰਾਂਚ ਹੈਗੀ ਹੈ। ਸਾਇੰਸ ਵਿੱਚੋਂ ਨਿਕਲੀ। ਹਾਂਜੀ ਇਹਦੇ ਵਿੱਚੋਂ ਐਸਟ੍ਰੋਲੋਜੀ ਦੇ ਵਿੱਚੋਂ ਸਾਇੰਸ ਨਿਕਲੀ ਹੈ। ਹਾਂਜੀ। ਇਹ ਤਾਂ ਦੌਦਰ ਸਾਹਿਬ ਉਹ ਗੱਲ ਹੋ ਗਈ ਕਿ ਤੁਸੀਂ ਇੱਕ ਗਦਾਰ ਐਸਟ੍ਰੋਲੋਜਰ ਹੋ ਗਏ। ਹਾਂਜੀ ਬਿਲਕੁਲ। ਇਹਨਾਂ ਵਾਸਤੇ ਗਦਾਰ ਹੈ, ਇਹਦੇ 'ਚ ਕੋਈ ਰੌਲਾ ਨਹੀਂ, ਕਿਉਂਕਿ ਵਿਚਾਰਧਾਰਕ ਤੌਰ ਤੇ ਅਸੀਂ ਇੱਕ ਵਿਚਾਰਧਾਰਾ ਨੂੰ ਚੈਲੰਜ ਕੀਤਾ। ਗਦਾਰੀ ਤਾਂ ਹੁਣ ਇਹਨਾਂ ਵਾਸਤੇ ਹੈ ਵੀ ਜੇ ਉਸ ਵਿਚਾਰਧਾਰਾ ਨੂੰ ਇਹ ਬਚਾਉਂਦੇ ਨਹੀਂ। ਗਦਾਰੀ ਬਚਾਉਣ ਵਾਲੇ ਵਾਸਤੇ ਨਹੀਂ, ਜਿਹੜਾ ਕਰਨ ਵਾਲਾ ਸਵਾਲ ਆ ਉਹਦੇ ਵਾਸਤੇ ਨਹੀਂ ਹੁੰਦੀ। ਗਦਾਰੀ ਤਾਂ ਉਸ ਚੈਲੰਜ ਨੂੰ ਨਾ ਕਬੂਲਣਾ, ਉਸ ਵਿਚਾਰਧਾਰਾ ਦੇ ਪੱਖ 'ਚ ਨਾ ਖੜਨਾ, ਉਸ ਵਿਚਾਰਧਾਰਾ ਨੂੰ ਇੱਕ ਜ਼ੀਰੋ ਹੁੰਦੀ ਦੇਖਣਾ ਮੇਰੇ ਸਾਹਮਣੇ ਤੇ ਸਰੋਤਿਆਂ ਦੇ ਸਾਹਮਣੇ,
ਇਹ ਸਭ ਤੋਂ ਵੱਡਾ ਇਹਨਾਂ ਵਾਸਤੇ ਸਵਾਲ ਹੈ। ਇਹ ਗਦਾਰੀ ਕਰ ਰਹੇ ਆ, ਮੈਂ ਗਦਾਰੀ ਨਹੀਂ ਕਰ ਰਿਹਾ, ਮੈਂ ਆਪਦੇ ਕਿੱਤੇ ਨਾਲ ਵਫਾ ਨਿਭਾ ਰਿਹਾ, ਕਿਉਂਕਿ ਮੈਨੂੰ ਪਤਾ ਹੈ, ਮੈਂ ਪੜ੍ਹ ਕੇ ਦੇਖਿਆ ਵੀ ਇਹਦੇ ਵਿੱਚ ਕੁਝ ਨਹੀਂ। ਜਿਹੜਾ ਝੂਠ ਮਾਰਦਾ ਗਦਾਰ ਤਾਂ ਉਹ ਹੁੰਦਾ। ਮੈਂ ਗਦਾਰੀ ਇਹਨਾਂ ਵਾਸਤੇ ਤਾਂ ਕਰਦਾ ਹੋ ਸਕਦਾ ਵੀ ਇਹਨਾਂ ਤੋਂ ਹੀ ਸਿੱਖ ਕੇ ਇਹਨਾਂ ਤੇ ਵਾਰ ਕਰਨ ਲੱਗਾ, ਇਹ ਤਾਂ ਗਦਾਰੀ ਹੋ ਸਕਦੀ ਹੈ। ਪਰ ਲੋਕਾਂ ਦਾ ਮੈਂ ਗਦਾਰ ਨਹੀਂਗਾ, ਲੋਕਾਂ ਦਾ ਮੈਂ ਉਹਨਾਂ ਨੂੰ ਸਿੱਖਿਆ ਦੇਣ ਵਾਸਤੇ, ਵਧੀਆ ਸਿੱਖਿਆ ਦੇਣ ਵਾਸਤੇ ਕਦਮ ਚੱਕਿਆ ਵੀ ਬਚ ਜਾਓ। ਚਲੋ ਤੁਹਾਡੀ ਐਜੂਕੇਸ਼ਨ ਦੇ ਬੇਸ ਤੇ ਹੀ ਆਪਾਂ ਕਰਦੇ ਹਾਂ ਗੱਲ, ਤੇ ਉਸ ਤੋਂ ਬਾਅਦ ਕਿਉਂਕਿ ਤੁਸੀਂ ਹੁਣ ਕਿਤਾਬ ਜਿਹੜਾ ਜੋਤਿਸ਼ ਦਾ ਐਕਸਰੇ ਉਹ ਲਿਖ ਚੁੱਕੇ ਹੋ, ਸਾਰੇ ਲੋਕਾਂ ਨੇ ਉਹ ਕਿਤਾਬ ਨਹੀਂ ਪੜ੍ਹੀ ਹੋਈ, ਸੰਭਾਵਿਤ ਤੌਰ ਤੇ ਹੁਣ ਉਹਨਾਂ ਦਾ ਇੰਟਰਸਟ ਪੈਦਾ ਹੋਊਗਾ, ਉਹ ਕਿਤਾਬ ਪੜ੍ਹਨਗੇ ਵੀ। ਬਿਲਕੁਲ, ਹਾਂਜੀ। ਜਿੱਥੋਂ ਸ਼ੁਰੂਆਤ ਹੁੰਦੀ ਹੈ, ਸ਼ੁਰੂਆਤ ਇਸੇ ਚੀਜ਼ ਤੋਂ ਹੁੰਦੀ ਹੈ ਕਿ ਜਨਮ ਕੁੰਡਲੀ ਬਣ ਜਾਂਦੀ ਹੈ, ਜਿਹਦੇ ਵਿੱਚ ਕਹਿੰਦੇ ਕਿ ਸਾਰਾ ਕੁਝ ਲਿਖਿਆ ਹੋਇਆ, ਸਾਡੀ ਕੀ ਕਿਸਮਤ ਆ, ਅਸੀਂ ਕਿੱਥੇ ਦਾ ਅੰਨ ਪਾਣੀ ਖਾਣਾ ਆ, ਕਿਹੋ ਜਿਹੇ ਕੰਮ ਕਰਨੇ ਆ, ਕਦ ਸਾਡੀ ਮੌਤ ਹੋਣੀ, ਕਹਿੰਦੇ ਸਾਰੀਆਂ ਚੀਜ਼ਾਂ ਲਿਖੀਆਂ ਹੁੰਦੀਆਂ। ਤੇ ਬਹੁਤ ਜ਼ਿਆਦਾ ਇਸ ਚੀਜ਼ ਦੇ ਉੱਤੇ ਉਹੀ ਲੋਕ ਵਿਸ਼ਵਾਸ ਕਰਦੇ ਵੀ ਹੈਗੇ ਆ, ਤੇ ਕਿਉਂਕਿ ਕਹਿੰਦੇ ਸਾਡੀ ਜਨਮ ਕੁੰਡਲੀ ਬੋਲਦੀ ਹੈ, ਜਿਵੇਂ ਫਿਰ ਐਸਟ੍ਰੋਲੋਜਰ ਜਾਂ ਜੋਤਿਸ਼ੀ ਜਿਹੜਾ ਉਹ ਕਹਿੰਦਾ ਜਾਂਦਾ, ਉਸ ਤਰ੍ਹਾਂ ਲੋਕ ਕਰਦੇ ਜਾਂਦੇ ਆ। ਇੱਥੋਂ ਹੀ ਮੈਂ ਸ਼ੁਰੂਆਤ ਕਰਨਾ ਚਾਹੁੰਦੀ ਹਾਂ ਕਿ ਜਨਮ ਕੁੰਡਲੀ ਵੀ ਤੁਸੀਂ ਜ਼ਰੂਰ ਪੜ੍ਹੀ ਹੋਊਗੀ। ਬਿਲਕੁਲ ਜੀ, ਬਿਲਕੁਲ ਸੱਚੀ ਨਹੀਂ ਬਣਾਉਣੀ ਵੀ ਪੈਣੀ ਹੈ, ਪੜ੍ਹਨੀ ਵੀ ਪੈਣੀ ਹੈ, ਉਹਨੂੰ ਸਮਝਣਾ ਵੀ ਪੈਣਾ, ਉਹਨੂੰ ਦੇਖਣਾ ਵੀ ਪੈਣਾ ਵੀ ਸੱਚੀ ਹੈ ਕਿ ਨਹੀਂ, ਫੇਰ ਹੀ ਰਿਜ਼ਲਟ ਨਿਕਲੂਗਾ ਨਾ। ਫਿਰ ਸੱਚੀਆਂ ਝੂਠੀਆਂ ਹੁੰਦੀਆਂ ਜਨਮ ਕੁੰਡਲੀਆਂ? ਨਹੀਂ, ਅਸਲ 'ਚ ਕੀ ਹੈ ਵੀ 50% ਜਦੋਂ ਆਪਾਂ ਕਿਸੇ ਔਰਤ ਨੂੰ ਕਹਿੰਦੇ ਆ ਵੀ ਤੇਰੇ ਮੁੰਡਾ ਹੋਊਗਾ ਜਾਂ ਕੁੜੀ ਹੋਊ, 50% ਤਾਂ ਮੁੰਡੇ ਹੋਣੇ ਹੀ ਆ। ਉਹ ਤਾਂ ਇੱਕ ਸਾਡਾ ਕੁਦਰਤੀ ਪੱਖ ਹੈ, ਸੁਭਾਵਿਕ ਪੱਖ ਹੈ। ਪਰ ਇਹਨੂੰ ਪਰਖਣਾ ਬੜਾ ਸੌਖਾ ਹੈ ਜੋਤਿਸ਼ ਨੂੰ। ਮੈਂ ਇਹਦੀ ਸਿਰਫ ਪਹਿਲਾਂ ਪਰਖ ਦੱਸ ਦਿਆਂ, ਤੁਸੀਂ ਉਹਨਾਂ ਚਿਰ ਆਂਢ ਗੁਆਂਢ ਵਾਲੇ ਜਿਹੜੇ ਜਿੰਨੇ ਵੀ ਸਾਡੇ ਸਰੋਤੇ ਸਾਡੇ ਰੈਡੀ ਆ, ਸਾਡੇ ਲਿਸਨਰਸ, ਉਹ ਸਾਰੇ ਉਹ ਪਰਖ ਕਰ ਸਕਦੇ ਇਹਦੀ। ਕਿਸੇ ਮੰਦਬੁੱਧੀ ਬੱਚੇ ਦਾ ਸਾਰਾ ਉਹ ਵੇਰਵਾ, ਜਿਹੜਾ ਵੇਰਵਾ ਇਹ ਮੰਗਦੇ ਆ, ਉਹਦਾ ਜਨਮ ਸਮਾਂ, ਸਥਾਨ ਤੇ ਉਹਦੀ ਮਿਤੀ, ਉਹ ਇਹਦੇ 'ਚ ਪਾ ਦਿਓ, ਕੰਪਿਊਟਰ 'ਚ ਪਾ ਦਿਓ, ਕਿਉਂਕਿ ਸਾਰਿਆਂ ਕੋਲੇ ਸੌਫਟਵੇਅਰ ਆ। ਹੁਣ ਉਹ ਸੌਫਟਵੇਅਰ ਦੀ ਜਿਹੜੀ ਜਨਰਲ ਪ੍ਰੋਡਕਸ਼ਨ ਆ, ਕੱਢ ਕੇ ਵੇਖ ਲਓ, ਸਧਾਰਨ ਬੰਦੇ ਵਾਲੀ ਹੋਊਗੀ। ਇੱਕ ਵੀ ਦੁਨੀਆ ਦਾ ਸੌਫਟਵੇਅਰ ਜੋਤਿਸ਼ ਦਾ ਇਹ ਦੱਸ ਦੇਵੇ ਵੀ ਇਹ ਬੱਚਾ ਅੱਖਾਂ ਤੋਂ ਅੰਨ੍ਹਾ ਹੈ, ਇਹ ਬੱਚਾ ਬੋਲਾ ਹੈ, ਇਹ ਬੱਚਾ ਦਿਮਾਗੀ ਤੌਰ ਤੇ ਠੀਕ ਨਹੀਂ, ਇਹ ਬੱਚਾ ਮਧਰਾ ਹੈ, ਉਹਦਾ ਕੋਈ ਵੀ ਔਗਣ ਜਿਹੜਾ ਦਿਸਦਾ ਹੈ ਸਾਨੂੰ ਸਾਹਮਣੇ, ਜਿਹਨੂੰ ਲੁਕੋਇਆ ਨਹੀਂ ਜਾ ਸਕਦਾ, ਜਿਹਨੂੰ ਛੁਪੋਇਆ ਨਹੀਂ ਜਾ ਸਕਦਾ, ਉਹ ਜਨਮ ਕੁੰਡਲੀ 'ਚ ਲਿਖਿਆ ਦਿਖਾ ਦੇਵੇ, ਅਸੀਂ ਮੰਨ ਲਾਂਗੇ ਵੀ ਇਹ ਠੀਕ ਹੈ। ਸੋ ਜਨਮ ਕੁੰਡਲੀ ਬਿਲਕੁਲ ਹੀ ਨਹੀਂ ਹੁੰਦਾ ਕੁਝ, ਬਿਲਕੁਲ ਜਨਰਲ ਪ੍ਰੋਡਕਸ਼ਨ ਹੁੰਦੀ ਹੈ। ਅਸਲ 'ਚ ਖੱਟਦੇ ਕਿੱਥੋਂ ਆ? ਜਦੋਂ ਇਹ ਜਨਮ ਕੁੰਡਲੀ ਬਣਾਉਂਦੇ ਉਹਦੇ 'ਚ 3 ਚੀਜ਼ਾਂ ਸਾਡੇ ਕੋਲੋਂ ਮੰਗਦੇ ਆ, ਜਨਮ ਸਮਾਂ, ਜਨਮ ਦਾ ਸਥਾਨ ਤੇ ਮਿਤੀ ਜੀ। ਇਹ ਤਿੰਨੇ ਹੀ ਗਲਤ ਹੈ ਜੋਤਿਸ਼ ਮੁਤਾਬਕ। ਜਦੋਂ ਰਕਮ ਹੀ ਗਲਤ ਹੋਵੇ ਸਵਾਲ ਕਿਵੇਂ ਠੀਕ ਨਿਕਲੂਗਾ? ਹੁਣ ਜਨਮ ਸਮੇਂ ਦੀ ਆਪਾਂ ਗੱਲ ਕਰਦੇ ਹਾਂ, 12 ਸੌਫਟਵੇਅਰ ਹੈ ਇਹਦੇ ਜੋਤਿਸ਼ ਦੇ। ਮੈਂ ਤਿੰਨਾਂ 'ਚ ਆਮ 3 ਵਰਤੇ ਜਾਂਦੇ ਆ। ਇੱਕ ਕੇਸੀ ਲਹਿਰੀ ਹੈ, ਇੱਕ ਕ੍ਰਿਸ਼ਨਾ ਪੱਧਤੀ ਹੈ, KP ਪੱਧਤੀ, ਇੱਕ VB ਰਮਨ ਦੀ ਪੱਧਤੀ ਹੈ। ਇਹਨਾਂ 'ਚ ਆਪ 'ਚ 5 ਮਿੰਟ ਦਾ ਫਰਕ ਹੈ। ਇੱਕ 5 ਮਿੰਟ ਐਡਵਾਂਸ ਲਾਉਂਦਾ ਜੋਤਿਸ਼, ਇੱਕ 5 ਮਿੰਟ। ਮੈਂ ਜੋਤਸ਼ੀਆਂ ਨੂੰ ਸੰਬੋਧਨ ਕਰਕੇ ਕਹਿਣਾ, ਜੇ ਮੇਰੀ ਗੱਲ ਝੂਠ ਆ ਮੈਨੂੰ ਹੁਣੇ ਫੋਨ ਕਰਕੇ ਦੱਸ ਦੇਣਾ ਵੀ ਝੂਠ ਆ ਇਹ ਗੱਲ। ਇੱਕ ਜਨਮ ਕੁੰਡਲੀ ਕਹੂਗੀ ਇਹ ਮੰਗਲੀਕ ਆ ਬੱਚਾ, ਦੂਜਾ ਕਹੂ ਮੰਗਲੀਕ ਨਹੀਂ। ਇੱਕ ਜਨਮ ਕੁੰਡਲੀ ਕਹੂਗੀ ਇਹ ਕਾਲ ਸਰਪ ਜੋਗੀ ਹੈ, ਦੂਜੀ ਕਹੂਗੀ ਨਹੀਂ, ਕਿਉਂਕਿ ਇਹਨਾਂ 'ਚ 5 ਮਿੰਟ ਦਾ ਅੰਤਰ ਹੈ। ਜਦੋਂ ਕਿ ਜੋਤਿਸ਼ ਕਹਿੰਦਾ ਵੀ 30 ਸੈਕਿੰਡ ਦਾ ਵੀ ਫਰਕ ਨਹੀਂ ਹੋਣਾ ਚਾਹੀਦਾ। ਇੱਕ ਦੂਜਾ ਹੋ ਗਿਆ ਇਹਨਾਂ ਦੇ ਜਿਹੜੀਆਂ ਜੋਤਿਸ਼ ਦੀਆਂ ਵਿਚਾਰਧਾਰਾਵਾਂ, ਉਹ ਬੱਚੇ ਦੇ ਜਨਮ ਦਾ ਸਮਾਂ ਨੋਟ ਕਰਨ ਪਿੱਛੇ ਲੜਦੀਆਂ। ਜਾਪਾਨ ਕਹਿੰਦਾ ਵੀ ਜਦੋਂ ਸਾਡਾ ਆਂਡਾ ਤੇ ਸ਼ੁਕਰਾਣੂ ਮਿਲਦੇ ਆ ਮਾਂ ਦੇ ਪੇਟ 'ਚ, ਉਦੋਂ ਤੋਂ ਲੈ ਕੇ ਦੇਖਣਾ। ਸਾਡੇ ਕਹਿੰਦੇ ਆ, ਸਾਡੇ 3 ਵਿਚਾਰਧਾਰਾਵਾਂ। ਇੱਕ ਵਿਚਾਰਧਾਰਾ ਹੈਗੀ ਆ ਵੀ ਜਦੋਂ ਮਾਂ ਦੇ ਸਰੀਰ ਦੇ ਵਿੱਚੋਂ ਬੱਚੇ ਦਾ ਅੰਗ ਬਾਹਰ ਆ ਗਿਆ ਉਦੋਂ ਤੁਸੀਂ ਨੋਟ ਕਰ ਲੈਣਾ। ਦੂਜੀ ਕਹਿੰਦੀ ਜਦੋਂ ਉਹਦਾ ਨਾੜੂਆ ਕੱਟਣਾ ਉਦੋਂ ਨੋਟ ਕਰਨਾ, ਕਿਉਂਕਿ ਉਹਨਾਂ ਚਿਰ ਬੱਚਾ ਮਾਂ ਦਾ ਹੀ ਅੰਗ ਹੈ। ਤੀਜੀ ਕਹਿੰਦੀ ਜਦੋਂ ਉਹਦੀ ਸਾਹ ਕਿਰਿਆ ਚੱਲੂਗੀ ਉਦੋਂ ਨੋਟ ਕਰਨਾ। ਇਹਨਾਂ 3 ਕਿਰਿਆਵਾਂ 'ਚ 5-6 ਮਿੰਟ ਦਾ ਫਰਕ ਹੈ। ਬਿਲਕੁਲ। ਜਦੋਂ ਕਿ ਜੇ ਇਹਨਾਂ ਦਾ ਇਹ ਵਿਗਿਆਨ ਹੈ ਤਾਂ ਵਿਗਿਆਨ ਦੇ ਵਿੱਚ ਪਹਿਲਾਂ ਤਾਂ ਸਮਾਂ ਨੋਟ ਕਰਨ ਪਿੱਛੇ ਲੜੀ ਜਾਂਦੇ, ਹੁਣ ਡੇਟ ਪਿੱਛੇ ਦੇਖ ਲਓ। ਇਹਨਾਂ ਦੀ ਜਨਵਰੀ 32 ਵੀ ਹੁੰਦੀ ਹੈ। ਕਿਉਂਕਿ ਇਹ ਜਿਹੜਾ ਪੰਚਾਂਗ ਲਿਖਦੇ ਆ ਉਹ ਸੂਰਜ ਦੀ ਪਹਿਲੀ ਕਿਰਨ ਤੋਂ ਸ਼ੁਰੂ ਕਰਦੇ ਆ, ਜਦੋਂ ਕਿ ਤਰੀਕ ਹੈ ਜਿਹੜੀ ਰਾਤ ਨੂੰ 12 ਵਜੇ ਬਦਲਦੀ ਹੈ। ਇਹ 12 ਵਜੇ ਨਾਲ ਕੋਈ ਮੇਲ ਨਹੀਂਗਾ। ਕਿਉਂਕਿ ਸਾਰਾ ਜੋਤਿਸ਼ ਹੀ ਝੂਠਾ ਹੁੰਦਾ, ਉਹ ਚੱਲਦਾ ਸੂਰਜ ਦੀ ਕਿਰਨ ਹੈ, ਪੰਚਾਂਗ ਨਾਲ ਚੱਲਦਾ। ਸਾਡੇ ਰਾਤ ਨੂੰ ਜਿਹੜਾ ਤਰੀਕ ਇਹ ਲੈਂਦੇ ਆ, ਜਿਹੜੀ ਆਪਣੀ ਤਰੀਕ ਚੱਲ ਰਹੀ ਹੈ। ਫਿਰ ਇਹਦੇ 'ਚ ਕਈ ਵਾਰੀ ਨਾ ਜਦੋਂ ਮੈਂ ਸਿੱਖਦਾ ਸੀ ਜੋਤਿਸ਼, ਉਹਨੂੰ ਮੈਂ ਪੁੱਛਿਆ ਜਾ ਕੇ, ਮੈਂ ਕਿਹਾ ਜੀ ਕਈ ਵਾਰੀ ਆਹ ਬੱਚਾ ਲਿਖਿਆ ਹੁੰਦਾ ਸ਼ਨੀਵਾਰ ਐਤਵਾਰ 2 ਦਿਨ ਜੰਮਦਾ ਰਿਹਾ, ਵੀ ਇਹ 2 ਦਿਨਾਂ ਦਾ ਕੀ ਮਸਲਾ ਹੋਇਆ? ਉਹਨੇ ਮੈਨੂੰ ਫਿਰ ਇਹ ਦੱਸਿਆ ਵੀ ਇਹ ਜਿਹੜੇ 4-5 ਘੰਟੇ ਆ,
ਸੂਰਜ ਦੀ ਪਹਿਲੀ ਕਿਰਨ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਵਾਲੇ ਉਹ ਇਹਨਾਂ ਨੂੰ ਪਾਉਣ ਨੂੰ ਹੁਣ ਤੱਕ ਥਾਂ ਨਹੀਂ ਥਿਆ ਵੀ ਕਿੱਥੇ ਪਾਈਏ। ਇਹ ਵੀ ਰਕਮ ਗਲਤ ਹੋ ਗਈ। ਹੁਣ ਇੱਕ ਹੋਰ ਦੇਖੋ ਤੁਸੀਂ, ਪਾਕਿਸਤਾਨ ਦੇ ਵਿੱਚੋਂ ਜਹਾਜ਼ ਚੱਲਿਆ ਜੀ, ਇੰਡੀਆ ਨੂੰ ਆਉਣਾ ਹੈ, ਉਹਦੇ 'ਚ ਗਰਭਵਤੀ ਔਰਤ ਬੈਠੀ ਹੈ ਜੀ, ਉਹਨੂੰ ਰਾਹ 'ਚ ਬੱਚਾ ਪੈਦਾ ਹੋ ਗਿਆ ਜਹਾਜ਼ ਦੇ ਵਿੱਚ। ਜਦੋਂ ਜਹਾਜ਼ ਦੇ ਵਿੱਚ ਬੱਚਾ ਪੈਦਾ ਹੋਇਆ ਉਹ ਸਰਹੱਦ ਕਿਸੇ 'ਚ ਹੋਇਆ, ਪਰ ਬੱਚੇ ਨੂੰ ਪੁੱਛਣਾ ਪਊਗਾ ਕਿਉਂਕਿ ਸਾਡਾ ਅੰਤਰਰਾਸ਼ਟਰੀ ਇਹ ਇੱਕ ਕਾਨੂੰਨ ਹੈ ਵੀ ਉਹ ਬੱਚਾ ਦੱਸੂਗਾ ਵੀ ਮੈਂ ਕਿੱਥੋਂ ਦਾ ਵਾਸੀ ਬਣਨਾ। ਬਿਲਕੁਲ ਇੰਟਰਨੈਸ਼ਨਲ ਸਿਟੀਜ਼ਨ ਹੋ ਗਿਆ, ਇੰਟਰਨੈਸ਼ਨਲ ਸਿਟੀਜ਼ਨ ਹੋ ਗਿਆ। ਜਦੋਂ ਉਹ ਇੰਟਰਨੈਸ਼ਨਲ ਸਿਟੀਜ਼ਨ ਹੋਇਆ, ਕੈਨੇਡਾ 'ਚ ਤਾਂ ਆਇਆ ਹੀ ਨਹੀਂ, ਤੇ ਕੈਨੇਡਾ ਦਾ ਸਥਾਨ ਕਿਵੇਂ ਉਹਦੇ 'ਚ ਲਿਖ ਦਿਓਗੇ ਤੁਸੀਂ? ਇਹ ਇਹਨਾਂ ਵਾਸਤੇ ਸਵਾਲ ਹੈ। ਕੋਈ ਉੱਤਰ ਨਹੀਂ ਇਹਨਾਂ ਕੋਲੇ, ਨਾ ਡੇਟ ਦਾ ਉੱਤਰ ਹੈ, ਨਾ ਇਹਨਾਂ ਕੋਲੇ ਸਥਾਨ ਦਾ ਉੱਤਰ ਹੈ, ਨਾ ਇਹਨਾਂ ਕੋਲੇ ਉਹਦੇ ਸਮੇਂ ਦਾ ਉੱਤਰ ਹੈ। ਤਿੰਨੇ ਹੀ ਗਲਤ ਹੈ। ਚਲੋ ਤਿੰਨਾਂ ਮੁਤਾਬਕ ਆਪਾਂ ਬਣਾ ਲਿਆ ਵੀ ਇਹ ਠੀਕ ਬਣ ਗਈ, ਜਨਮ ਕੁੰਡਲੀ ਆਪਾਂ ਠੀਕ ਬਣਾ ਲਈ, ਠੀਕ ਹੈ। 7ਵਾਂ ਜਿਹੜਾ 8ਵਾਂ ਘਰ ਹੈ ਮੌਤ ਦਾ, ਅੱਛਾ, ਇਹਨਾਂ ਦੇ ਮੁਤਾਬਕ 8ਵੇਂ ਘਰ ਦੇ ਵਿੱਚ ਜੇ ਸ਼ਨੀ ਤੇ ਰਾਹੂ ਬੈਠੇ ਆ ਤੇ ਦੂਜੇ ਘਰ ਦੇ ਵਿੱਚ ਚੰਦਰਮਾ ਦੀ ਸਥਿਤੀ ਕਮਜ਼ੋਰ ਹੈ ਤਾਂ 1 ਸਾਲ ਦੇ ਹੁੰਦਿਆਂ ਹੁੰਦਿਆਂ ਬੱਚੇ ਨੇ ਮਰ ਜਾਣਾ। ਜਿਹੜਾ ਪੈਦਾ ਹੋਇਆ ਉਹਨੇ 1 ਸਾਲ ਦੇ ਹੁੰਦਿਆਂ ਹੁੰਦਿਆਂ ਮਰ ਜਾਣਾ। ਜੋਤਿਸ਼ ਕਹਿੰਦਾ, ਮੈਂ ਨਹੀਂ ਕਹਿੰਦਾ। ਹੁਣ ਆਪਾਂ ਲੈਂਦੇ ਹਾਂ ਇਹਦਾ, ਹੁਣੇ ਤੁਸੀਂ ਇਹਦੇ ਤੇ ਕੱਢ ਕੇ ਵੇਖ ਲਓ, ਸਾਰਾ ਅੰਕੜਾ ਸਾਡੇ ਨੈੱਟ ਤੇ ਪਿਆ। ਨੈੱਟ ਵਾਲਾ ਅੰਕੜਾ ਕੀ ਦੱਸਦਾ ਵੀ ਸਾਡੇ ਭਾਰਤ 'ਚ ਜੇ ਬੱਚੇ 1000 ਪੈਦਾ ਹੁੰਦੇ ਆ 1 ਸਾਲ ਦੇ ਹੁੰਦਿਆਂ ਹੁੰਦਿਆਂ 34.61 ਬੱਚੇ ਮਰਦੇ ਆ। ਇਹੀ ਬੱਚੇ ਜੇ ਅੰਗੋਲਾ 'ਚ ਪੈਦਾ ਹੁੰਦੇ ਆ ਤਾਂ 184.44 ਮਰਦੇ ਆ। ਇਹੀ ਬੱਚੇ ਜੇ ਸਿੰਗਾਪੁਰ 'ਚ ਪੈਦਾ ਹੁੰਦੇ ਆ 2.3 ਮਰਦੇ ਆ। ਇਹੀ ਬੱਚੇ ਜੇ ਕੈਨੇਡਾ 'ਚ ਪੈਦਾ ਹੁੰਦੇ ਆ ਤਾਂ 3.4 ਹੈ, ਸ਼ਾਇਦ ਇੱਥੋਂ ਦਾ ਅੰਕੜਾ 3.4 ਹੈ। ਓਕੇ, ਜਦੋਂ ਕਿ ਰਾਹੂ ਤੇ ਸ਼ਨੀ ਤੇ ਚੰਦਰਮਾ ਦੀ ਸਥਿਤੀ ਸਾਰੇ ਦੇਸ਼ਾਂ ਦੇ ਵਿੱਚ ਬਰਾਬਰ ਇਕੱਠੀਆਂ ਹੁੰਦੀਆਂ। ਓਕੇ, ਸਾਡੇ ਕੁਝ ਲਿਸਨਰਸ ਗੱਲ ਕਰਨਾ ਚਾਹੁੰਦੇ, ਉਹਨਾਂ ਦੀ ਆਪਾਂ ਸੁਣ ਲਈਏ, ਉਸ ਤੋਂ ਬਾਅਦ ਆਪਣੀ ਗੱਲਬਾਤ ਜਾਰੀ ਰਹੂਗੀ। ਰਾਜਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ ਵੀ ਜਿਵੇਂ ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਵੀ ਤਰਕਸ਼ੀਲ ਸੁਸਾਇਟੀ ਵਾਲੇ, ਉਹਨਾਂ ਨੇ ਕਿਸੇ ਨੂੰ ਜੋਤਿਸ਼ ਨੂੰ ਕਿਹਾ ਵੀ ਦੁਨੀਆ ਚੰਦ ਤੇ ਪਹੁੰਚ ਗਈ, ਵੀ ਤੁਸੀਂ ਆਹ ਕਿਹੜੇ ਭੁਲੇਖੇ ਪਾਈ ਜਾਂਦੇ ਹੋ, ਆਪਦੀ ਜਗ੍ਹਾ ਸਹੀ ਸੀ। ਪਰ ਉਹ ਨਾਲ ਮੂਹਰਿਓਂ ਜੋਤਿਸ਼ ਦਾ ਇਹ ਸਵਾਲ ਸੀ, ਉਹ ਕਹਿੰਦਾ ਵੀ ਤੁਸੀਂ ਚੰਦ ਤੇ ਜਾ ਕੇ ਆਏ ਹੋ, ਤੁਹਾਨੂੰ ਕਿਵੇਂ ਪਤਾ, ਤੁਸੀਂ ਵੀ ਤਾਂ ਸੁਣੀ ਸੁਣਾਈ ਗੱਲ ਮੰਨ ਰਹੇ ਹੋ, ਹਨਾ। ਸਾਇੰਟਿਸਟਾਂ ਲਈ ਸਵਾਲ ਇਹ ਆ ਵੀ ਤੂੰ ਜੇ ਸਾਇੰਟਿਸਟ ਕਹਿੰਦੇ ਵੀ ਦੁਨੀਆ ਚੰਦ ਤੇ ਪਹੁੰਚ ਗਈ, ਉਹਨਾਂ ਸਾਇੰਟਿਸਟ ਨੂੰ ਪੁੱਛੇ ਵੀ ਤੂੰ ਆਪ ਜਾ ਕੇ ਆਇਆ ਭਾਈ ਉੱਥੇ ਚੰਦ ਤੇ, ਜੇ ਉਹ ਕਹੇ ਨਹੀਂ ਤਾਂ ਫਿਰ ਇਹਦਾ ਮਤਲਬ ਆਪਾਂ ਵੀ ਸੁਣੀ ਸੁਣਾਈ ਗੱਲ ਮੰਨ ਰਹੇ ਹਾਂ। ਉਹਨਾਂ ਨੇ ਕਹਿਤਾ ਵੀ ਚੰਦ ਤੇ ਰਾਕਟ ਲਾਇਆ, ਆਪਾਂ ਕਿਹੜਾ ਦੇਖਿਆ, ਨਾ ਆਪਾਂ ਨਾਲ ਗਏ ਹਾਂ। ਸੋ ਇਹੀ ਧਾਰਮਿਕ ਮੁੱਦੇ ਨੇ ਜਿਹੜੇ ਹੁਣ ਸਿੱਖੀ ਦੇ ਵਿੱਚ ਵੀ ਜੇ ਆਪਾਂ ਕਹੀਏ, ਫੋਟੋਆਂ ਨੇ ਜਿਹੜੀਆਂ ਗੁਰੂਆਂ ਦੀਆਂ ਨਕਲੀ ਨੇ, ਨਾਲੇ ਸ਼ਰੇਆਮ ਲਿਖਿਆ ਹੋਇਆ ਵੀ ਫੋਟੋਆਂ ਦੀ ਮੂਰਤੀ ਪੂਜਾ ਨਹੀਂ ਕਰਨੀ। ਸਿਰ ਢੱਕਣ ਦਾ ਸਿੱਖੀ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਵੀ ਸਿਰ ਢੱਕਣਾ ਜ਼ਰੂਰੀ ਹੈ ਗੁਰਦੁਆਰੇ ਜਾਣ ਲਈ, ਕਿਤੇ ਨਹੀਂ ਲਿਖਿਆ। ਸਭ ਨੇ ਆਪਦੀਆਂ ਭੁਲੇਖੇ ਪਾਲ ਲਏ, ਹਨਾ। ਉਹ ਧਰਮ ਦੇ ਵਿੱਚ ਆਪਣੇ ਵੀ ਤਾਂ ਇਹੀ ਕੁਝ ਹੋਈ ਜਾਂਦਾ। ਜੇ ਆਪਾਂ ਜੋਤਿਸ਼ੀਆਂ ਨੂੰ ਕਹਿੰਦੇ ਆ ਤਾਂ ਆਪਣੇ ਵੀ ਤਾਂ ਸਿੱਖੀ ਦੇ ਨਾਂ ਤੇ ਕੀ ਕੁਝ ਹੋਈ ਜਾਂਦਾ। ਜੇ ਪੰਜਾਬ ਰਾਜਦੀਪ ਜੀ, ਕੋਸ਼ਿਸ਼ ਕਰੀਏ ਕਿ ਅੱਜ ਤੁਸੀਂ ਜੋਤਿਸ਼ ਤੇ ਹੀ ਫੋਕਸ ਕਰੋ, ਕਿਉਂਕਿ ਧਰਮ ਦੇ ਮੁੱਦੇ ਨੂੰ ਜੇ ਆਪਾਂ ਛੇੜ ਲਿਆ ਤੇ ਫਿਰ ਬਹੁਤ ਜ਼ਿਆਦਾ ਖਲਾਰਾ ਪੈ ਜਾਣਾ। ਜੋਤਿਸ਼ ਤੇ ਜੇ ਫੋਕਸ ਕਰੀਏ, ਪਹਿਲਾਂ ਤਾਂ ਤੁਸੀਂ ਇਹ ਦੇਖੋ ਵੀ ਜਿਹੜੀ ਰਾਸ਼ੀ ਆ, ਜੇ ਤੁਸੀਂ ਦੇਖਣਾ ਹੀ ਆ ਤਾਂ ਈਸਟਰਨ ਤੇ ਵੈਸਟਰਨ, ਜਿਹੜੀ ਚਾਈਨੀਜ਼ ਤੇ ਵੈਸਟਰਨ ਰਾਸ਼ੀ ਫਲ ਨੇ ਜਿਹੜੇ ਤੁਹਾਡੇ ਮੰਥ, ਡੇਟ ਔਰ ਈਅਰ ਦੇ ਨਾਲ ਚੱਲਦੇ ਆ, ਜੇ ਤੁਸੀਂ ਇਹਨਾਂ ਨੂੰ ਮੇਲ ਕਰੋ ਤਾਂ ਉਹ ਇੰਡੀਆ ਵਾਲਿਆਂ ਨੇ ਥੋੜ੍ਹਾ ਜਿਹਾ ਖਲਾਰਾ ਜ਼ਿਆਦਾ ਪਾ ਲਿਆ। ਪਰ ਜੇ ਚਾਈਨੀਜ਼ ਤੇ ਵੈਸਟਰਨ 'ਚ ਐਸਟਰੋਲੋਜੀ ਨੂੰ ਮੈਚ ਕਰੋ ਨਾ, ਈਅਰ ਆਫ ਬਰਥ, ਤਾਂ ਉਹਦੇ ਨਾਲ ਇਨਸਾਨ ਦਾ ਸੁਭਾਅ ਪਤਾ ਲੱਗ ਜਾਂਦਾ ਵੀ ਉਹ ਕਿੱਦਾਂ ਦੇ ਆਲਮੋਸਟ ਸੁਭਾਅ ਦਾ ਆਪਣੇ ਮੈਚ ਜਿਹਾ ਪਤਾ ਲੱਗ ਜਾਂਦਾ। ਰਾਜਦੀਪ ਜੀ, ਤੁਸੀਂ ਵੀ ਪ੍ਰੈਕਟਿਸ ਕਰਦੇ ਹੋ ਐਸਟਰੋਲੋਜੀ? ਸਾਰਾ ਕੁਝ ਇਹ ਦੁਨੀਆ ਨਾ ਜਿਹੜੀ ਇਹ ਐਸਟਰੋਲੋਜੀ ਦੇ ਆਲੇ ਦੁਆਲੇ ਹੀ ਬੰਨੀ ਹੋਈ ਆ। ਮਤਲਬ ਰਾਸ਼ੀ ਜਿਹੜੀ ਇਨਸਾਨਾਂ ਦੇ ਸੁਭਾਅ ਨੇ ਨਾ ਜੀ, ਉਹ ਐਸਟਰੋਲੋਜੀ ਔਰ ਆਹ ਇਹਨਾਂ ਚੀਜ਼ਾਂ ਦੇ ਨਾਲ ਵੰਡੀ ਹੋਈ ਆ। ਜੇ ਤੁਸੀਂ ਆਮ ਦੋਨਾਂ ਨੂੰ, ਇਹਨਾਂ ਨੂੰ ਵੈਸਟਰਨ ਔਰ ਚਾਈਨੀਜ਼ ਨੂੰ ਮਿਲਾ ਕੇ ਆਪਣਾ ਡੇਟ ਆਫ ਬਰਥ ਨਿਊਮਰੋਲੋਜੀ ਕਰਕੇ ਦੇਖੋ ਤਾਂ ਉਹਦੇ ਨਾਲ ਕਾਫੀ ਪਤਾ ਲੱਗ ਜਾਣਾ। ਸੁਰਜੀਤ ਜੀ ਨਾਲ ਗੱਲ ਕਰਨੀ, ਤੁਸੀਂ ਕੋਈ ਸੁਰਜੀਤ ਜੀ ਨੂੰ ਕੁਝ ਪੁੱਛਣਾ ਚਾਹੁੰਦੇ ਹੋ? ਨਹੀਂ, ਮੈਂ ਉਹੀ ਪੁੱਛ ਰਿਹਾ ਨਾ ਵੀ ਜੇ ਆਪਾਂ ਇਕੱਲੇ ਤਰਕ ਦੇ ਉੱਤੇ ਨਾ ਕਹੀਏ, ਇਹਦੇ ਨਾਲੋਂ ਵੀ ਜ਼ਿਆਦਾ ਕੰਪਲੈਕਸ ਆ ਥੋੜੀ ਜਿਹੀ। ਹੁਣ ਤੁਸੀਂ ਕਦੇ ਸੋਚਿਆ ਵੀ ਹਿਊਮਨ ਬੀਇੰਗ ਦਾ, ਇਨਸਾਨ ਦਾ ਬ੍ਰੇਨ, 2 ਬ੍ਰੇਨ ਕਿਉਂ ਨੇ? ਇੱਕ ਇਮੋਸ਼ਨਲ ਸਾਈਡ ਆ ਤੇ ਇੱਕ ਤਰਕ ਵਾਲੀ ਸਾਈਡ ਆ। ਕਈ ਲੋਕ ਤਰਕ ਜਮਾ ਹੀ ਨਹੀਂ ਉਹਨਾਂ 'ਚ, ਉਹ ਇਮੋਸ਼ਨ ਦੇ ਹਿਸਾਬ ਨਾਲ ਹੀ, ਪਸ਼ੂ ਵਿਰਤੀ ਨਾਲ ਹੀ ਚੱਲਦੇ ਆ। ਕਈ ਲੋਕ ਇਕੱਲੇ ਇਮੋਸ਼ਨ ਦੇ ਨਾਲ ਹੀ ਚੱਲਦੇ ਆ ਜਾਂ ਇਕੱਲੇ ਤਰਕ ਨਾਲ ਹੀ ਚੱਲਦੇ ਆ। ਪਰ ਦੋਨਾਂ ਦਾ ਮਿਕਸਚਰ ਬਹੁਤ ਜ਼ਰੂਰੀ। ਇਸੇ ਕਰਕੇ ਜਦੋਂ ਇਨਸਾਨ ਨੂੰ ਡਿਜ਼ਾਈਨ ਕੀਤਾ ਗਿਆ ਸੀ ਨਾ, ਇਸੇ ਕਰਕੇ 2 ਬ੍ਰੇਨ ਨੇ ਜਿਹੜੇ ਬੰਦੇ ਦੇ ਸਿਰ ਦੇ ਵਿੱਚ, ਉਹ ਡਿਜ਼ਾਈਨਿੰਗ ਹੋਈ ਆ। ਉਹ ਕੋਈ ਐਵੋਲੂਸ਼ਨ ਦਾ ਨਤੀਜਾ ਨਹੀਂ ਹੈਗਾ। ਸੋ ਇਹਨਾਂ ਨੂੰ ਕੀ ਸਵਾਲ ਹੈ ਤੁਹਾਡਾ, ਜੇ ਤੁਸੀਂ ਪੁੱਛਣਾ ਚਾਹੋ ਸਪਸ਼ਟ ਸਿੱਧੇ ਤੌਰ ਤੇ? ਮੈਂ ਇਹ ਕਹਿਣਾ ਵੀ ਤੁਸੀਂ ਜੇ ਕਹਿੰਦੇ ਹੋ ਵੀ ਐਸਟਰੋਲੋਜੀ ਕੁਝ ਨਹੀਂ ਹੈਗੀ, ਤੁਸੀਂ ਸਾਇੰਸ ਤੇ ਬਿਲੀਵ ਕਰਦੇ ਹੋ, ਤਾਂ ਫਿਰ
ਸਾਇੰਸ ਦਾ ਸਵਾਲ ਤਾਂ ਤੁਹਾਨੂੰ ਵੀ ਇਹ ਹੋ ਸਕਦਾ ਵੀ ਤੁਸੀਂ ਆਪ ਜਾ ਕੇ ਆਏ ਹੋ ਚੰਦ ਤੇ, ਵੀ ਆਪਾਂ ਆਮ ਕਰਕੇ ਕਹਿ ਦਿੰਦੇ ਆ ਸਾਇੰਟਿਸਟ ਵੀ ਦੁਨੀਆ ਚੰਦ ਤੇ ਪਹੁੰਚ ਗਈ। ਰਾਜਦੀਪ ਜੀ ਬਿਲਕੁਲ ਸ਼ੁਰੂ ਤੋਂ ਸੁਣਿਆ ਤੁਸੀਂ ਪ੍ਰੋਗਰਾਮ ਇਹ ਅੱਜ ਦਾ? ਬਿਲਕੁਲ ਜੀ, ਮੈਂ ਸੁਣਿਆ। ਤੁਸੀਂ ਮਤਲਬ ਕਹਿ ਰਹੇ ਹੋ ਵੀ ਐਸਟ੍ਰੋਲੋਜੀ ਬਿਲਕੁਲ ਹੀ ਨਹੀਂ ਹੈਗੀ, ਤੁਸੀਂ ਕਹਿੰਦੇ ਹੋ? ਦੱਸੋ ਜੀ। ਅਸਲ 'ਚ ਸਾਥੀ ਜੀ, ਤੁਸੀਂ ਪਹਿਲੀ ਤਾਂ ਐਵੋਲੂਸ਼ਨ ਨੂੰ ਹੀ ਜਿਹੜਾ ਕਾਟਾ ਮਾਰਦੇ ਆ ਨਾ, ਉਹਨੂੰ ਵਿਗਿਆਨ ਦੀਆਂ ਦੋ ਵਿਚਾਰਧਾਰਾਵਾਂ ਹੈ। ਇੱਕ ਹੈ ਬ੍ਰਹਿ ਮੰਡੀ ਵਿਚਾਰਧਾਰਾ, ਇੱਕ ਹੈ ਖੇਤਰੀ ਵਿਚਾਰਧਾਰਾ। ਖੇਤਰੀ ਵਿਚਾਰਧਾਰਾ ਹੈਗੀ ਆ ਜਿਵੇਂ ਕਿ ਵਿਦ ਸਜਾ ਪ੍ਰਥਮ ਸੰਸਾਰਾ ਅਸੀਂ ਕਹਿੰਦੇ ਆ, ਬ੍ਰਹਮਾ ਵਿਸ਼ਨੂੰ ਮਹੇਸ਼ ਜਿਹੜੇ ਸਾਡੇ ਹਿੰਦੂ ਆ ਉਹ ਕਹਿੰਦੇ ਆ। ਇਸੇ ਤਰ੍ਹਾਂ ਆਸਾਈਆਂ ਦਾ ਕਿਵੇਂ ਰਚਨਾ ਹੋਈ ਆ, ਕਿੰਨੇ ਦਿਨਾਂ 'ਚ ਹੋਈ ਆ, ਉਹ ਵੱਖਰਾ ਹੈ, ਮੁਸਲਮਾਨਾਂ ਦਾ ਵੱਖਰਾ ਹੈ। ਪਰ ਬ੍ਰਹਿਮੰਡੀ ਵਿਚਾਰ ਜਿਹੜਾ ਕਿ ਸਿਲੇਬਸ ਦੇ ਵਿੱਚ ਦਰਜ ਹੈ, ਕਿਸੇ ਦੁਨੀਆ ਦੀ ਕੋਈ ਵੀ ਖੇਤਰੀ ਵਿਚਾਰਧਾਰਾ ਅੱਜ ਤੱਕ ਸਿਲੇਬਸ 'ਚ ਦਰਜ ਨਹੀਂ ਹੋਈ। ਜੇਕਰ ਸਿਲੇਬਸ 'ਚ ਡਾਰਵਨ ਨੂੰ ਪੜ੍ਹਾਇਆ ਜਾਂਦਾ ਤਾਂ ਉਹਦੇ ਤਜਰਬੇ ਹੋਏ ਆ, ਤਜਰਬਿਆਂ ਤੋਂ ਬਾਅਦ ਡਾਰਵਨ ਨੂੰ ਉਹਦੇ 'ਚ ਥਾਂ ਮਿਲੀ ਹੈ। ਸਾਰੀਆਂ ਖੇਤਰੀ ਵਿਚਾਰਧਾਰਾਵਾਂ ਨੂੰ ਧੱਕਾ ਦੇ ਕੇ ਥਾਂ ਮਿਲੀ ਹੈ। ਇਸੇ ਤਰ੍ਹਾਂ ਸਾਡੇ ਭੁਚਾਲ ਆਉਂਦਾ, ਭੁਚਾਲ ਦਾ ਵੱਖ-ਵੱਖ ਖੇਤਰੀ, ਜਿਵੇਂ ਬਲਦ ਦੇ ਸਿੰਘ ਵਾਲੀ ਗੱਲ ਵੀ ਕਰਦੇ ਆ, ਮੱਛੀਆਂ ਦੀ ਪਿੱਠ 'ਤੇ ਟਿਕੀ ਧਰਤੀ ਵਾਲੀ ਗੱਲ ਵੀ ਕਰਦੇ ਆ, ਕੱਛੂ ਦੀ ਪਿੱਠ 'ਤੇ ਟਿਕੀ ਧਰਤੀ ਵਾਲੀ ਵੀ ਗੱਲ ਕਰਦੇ ਆ। ਪਰ ਜਿਹੜਾ ਉਹਦਾ ਬ੍ਰਹਿਮੰਡੀ ਵਿਚਾਰ ਆ, ਕਿਵੇਂ ਉਹ ਪਲੇਟਾਂ ਸਰਕਦੀਆਂ, ਕਿਵੇਂ ਉਹ ਚਾਰਜ ਹੁੰਦੀਆਂ, ਕਿਵੇਂ ਉਹਨਾਂ ਦਾ ਚਾਰਜ ਆ ਜਿਹੜਾ ਉਹ ਮਤਲਬ ਉਹ ਖਤਮ ਹੁੰਦਾ, ਕਿਵੇਂ ਕਿਹੜੇ ਥਾਂ 'ਤੇ ਕਿੰਨਾ ਭੁਚਾਲ ਆਉਣਾ, ਕਿਹੜੀਆਂ ਰੇਖਾਵਾਂ ਜਿਹੜੀਆਂ 'ਤੇ 5 ਡਿਗਰੀ ਦਾ 4 ਡਿਗਰੀ ਦਾ ਜਾਂ ਉਹ ਡਿਗਰੀਆਂ ਵੰਡੀਆਂ ਹੋਈਆਂ, ਕਿੰਨੇ ਕਿੰਨੇ ਦਾ ਕਿੱਥੇ ਆਉਣਾ, ਉਹ ਸਾਰਾ ਵਿਗਿਆਨ ਨੇ ਦੱਸਿਆ ਹੋਇਆ। ਜਿਹੜੀ ਗੱਲ ਤੁਸੀਂ ਚੰਦ ਤੋਂ ਆਉਣ ਦੀ ਜਾਂ ਉੱਥੋਂ ਦੀ ਗੱਲ ਕਰਦੇ ਆ, ਅੱਜ ਕੱਲ੍ਹ ਸਾਡੇ ਕੋਲੇ ਮੰਗਲ ਦੀ ਮਿੱਟੀ ਵੀ ਲਿਆ ਕੇ ਉਹਦੇ 'ਚ ਪੌਦੇ ਪੈਦਾ ਕਰਨ ਦੀ ਮਤਲਬ ਕੋਸ਼ਿਸ਼ ਹੋ ਰਹੀ ਆ। ਇਹ ਅੱਜ ਕੱਲ੍ਹ ਲੁਕਿਆ ਹੋਇਆ ਨਹੀਂ ਹੈ, ਕਿਉਂਕਿ ਵਿਗਿਆਨ ਆ ਜਿਹੜਾ ਵਿਗਿਆਨ ਦਾ ਪੈਦਾ ਕੀਤਾ ਹੋਇਆ ਸਾਡੇ ਕੋਲੇ ਸੰਦ ਆ, ਕੰਪਿਊਟਰ, ਉਹਦੇ 'ਚ ਲਾਈਵ ਤਜਰਬੇ ਸਾਰੇ ਉਹ ਦਿਖਾਉਂਦਾ ਹੈ। ਜੇ ਉਹ ਚੰਦ 'ਤੇ ਵੀ ਜਾ ਕੇ ਉਤਰਿਆ ਤਾਂ ਚੰਦ 'ਤੇ ਉਤਰੇ ਹੋਏ ਵਿਗਿਆਨੀਆਂ ਨੂੰ ਦਿਖਾਇਆ ਉਹ ਕਿਵੇਂ ਉਤਰਿਆ ਜਾ ਕੇ। ਜੇ ਇਹਨਾਂ ਨੇ ਮੰਗਲ 'ਤੇ ਉਹ ਗੱਡੀਆਂ ਭੇਜੀਆਂ ਨਾਸਾ ਨੇ ਜਾਂ ਦੂਜਿਆਂ ਨੇ, ਸਾਰਿਆਂ ਨੇ, ਉਹ ਗੱਡੀਆਂ ਉੱਥੇ ਚੱਲਦੀਆਂ ਵਿਖਾਉਂਦੇ ਆ, ਉਹ ਕਿਵੇਂ ਉਤਰਦੀਆਂ ਵਿਖਾਉਂਦੇ ਆ। ਇੱਥੋਂ 11 ਕਿਲੋਮੀਟਰ ਪ੍ਰਤੀ ਸੈਕਿੰਡ ਦੀ ਰਫ਼ਤਾਰ ਦੇ ਨਾਲ ਧਰਤੀ ਦੀ ਖਿੱਚ ਨੂੰ ਛੱਡਣਾ ਜ਼ਰੂਰੀ ਆ, ਉਹ ਛੱਡ ਕੇ ਦਿਖਾਉਂਦੇ ਆ। ਉਹ ਸਾਰਾ ਕੁਝ ਉਹਦੇ ਵਿੱਚ ਪਿਆ ਵਿਗਿਆਨ ਆ ਜਿਹੜਾ ਆਪਦਾ ਸਬੂਤ ਤਲੀ 'ਤੇ ਰੱਖਦਾ। ਇਹ ਜਿਹੜੀਆਂ ਵਿਚਾਰਧਾਰਾਵਾਂ ਇਹ ਆਪਦਾ ਸਬੂਤ ਤਲੀ 'ਤੇ ਨਾ ਰੱਖਣ ਕਰਕੇ ਹੀ ਸਿਲੇਬਸ 'ਚੋਂ ਨਿਕਲ ਗਈਆਂ। ਇਹ ਸਿਲੇਬਸ 'ਚ ਦਰਜ ਨਹੀਂ ਹੁਣ ਹੋ ਸਕਦੀਆਂ। ਇਹ ਸਿਰਫ ਸਾਡੇ ਪਖੰਡਵਾਦ 'ਚ ਜ਼ਰੂਰ ਪਈਆਂ। ਸੁਰਜੀਤ ਜੀ ਅਗਲੇ ਲਿਸਨਰ ਲੈ ਲਈ ਆਪਾਂ। ਹਾਂਜੀ ਜ਼ਰੂਰ। ਸੈਮ ਜੀ। ਹਾਂਜੀ ਸੈਮ ਜੀ, ਕੀ ਕਹੋਗੇ? ਦੇਖੋ, ਰਾਜਵੀਰ ਜੀ ਨੇ ਵੀ ਬਹੁਤ ਵਧੀਆ ਗੱਲ ਕੀਤੀ ਆ। ਮੈਂ ਬਾਹਲਾ ਕੁਛ ਇਹਦੇ ਵਿੱਚ ਐਡ ਨਹੀਂ ਕਰਦਾ ਕਿਉਂਕਿ ਮੈਂ ਥੋੜਾ ਜਿਹਾ ਇਹ ਧਰਮਾਂ ਦੇ ਪੱਖ ਤੋਂ ਦੂਰ ਰਹਿਣਾ। ਪਰ ਮੈਂ ਇੱਕ ਚੀਜ਼ ਜ਼ਰੂਰ ਕਹੂੰਗਾ ਵੀ ਹਾਂ, ਇੰਨੇ ਸਟਰੋਂਗ ਇਹਨਾਂ ਦੇ ਵਿਚਾਰ ਕਿਵੇਂ ਹੋ ਜਾਂਦੇ ਵੀ ਕੋਈ ਚੀਜ਼ ਹੈ ਨਹੀਂ, ਜਾਂ ਧਰਮ ਲੋਕਾਂ ਦਾ ਇੰਨੇ ਸਟਰੋਂਗ ਵਿਚਾਰ ਕਿੱਦਾਂ ਹੋ ਜਾਂਦੇ ਵੀ ਕੋਈ ਚੀਜ਼ ਹੈਗੀ ਆ। ਦੋਨਾਂ ਨੂੰ ਹੀ ਨਹੀਂ ਪਤਾ, ਦੋਨੇ ਹਵਾ 'ਚ ਤੀਰ ਮਾਰੀ ਜਾ ਰਹੇ ਆ। ਮੈਂ ਇਹ ਵੀ ਦੱਸ ਦਿੰਦਾ ਨਾਲ ਵੀ ਕਈ ਚੀਜ਼ਾਂ ਖਾ ਕੇ, ਕਈ ਚੀਜ਼ਾਂ ਸਿਰਫ ਸਮਝ ਕੇ ਹੀ, ਕਈ ਬਿਮਾਰੀਆਂ ਸਿਰਫ ਸਮਝ ਕੇ ਹੀ ਕਵਰ ਹੋ ਜਾਂਦੀਆਂ। ਸੋ ਵਾਈ ਨਾਟ ਫਿਰ ਉਹਦੇ ਵਿੱਚ ਇਹਨਾਂ ਨੂੰ ਵੀ ਐਡ ਕਰ ਦੇਣਾ ਚਾਹੀਦਾ। ਇੰਨਾ ਹੀ ਕਹੂੰਗਾ। ਅਗਰ ਮੈਂ ਇਹ ਤੋਂ ਵੱਧ ਕਹੂੰਗਾ ਸ਼ਾਇਦ ਕੋਈ ਗਲਤ ਹੋ ਜਾਊਗਾ, ਪਰ ਦੋਨੇ ਦੇ ਸਟਰੋਂਗ ਵਿਚਾਰ ਹੈਗੇ ਆ ਔਰ ਦੋਨੇ ਇੱਕ ਦੂਜੇ ਦੀ ਮੰਨਣ ਤੋਂ ਇਨਕਾਰੀ ਆ। ਪਤਾ ਕਿਸੇ ਨੂੰ ਇਹਨਾਂ ਚੋਂ। ਜੀ ਸਤਿ ਸ਼੍ਰੀ ਅਕਾਲ। ਅਸੀਂ ਤੁਹਾਡੀ ਗੱਲ ਬਿਲਕੁਲ ਠੀਕ ਆ ਬਈ ਅਸਲ 'ਚ ਜਿੰਨਾ ਚਿਰ ਆਪਾਂ ਉਹਨੂੰ ਵੇਖ ਨਹੀਂ ਲੈਂਦੇ ਕਰਕੇ ਉਹਨੂੰ ਮੰਨਣਾ ਨਹੀਂ ਚਾਹੀਦਾ। ਅਸੀਂ ਜਿੰਨਾ ਚਿਰ ਸਾਡੇ ਕੋਲੇ ਮੋਟਰਸਾਈਕਲ 'ਤੇ ਪੱਟੀ ਅੱਖਾਂ 'ਤੇ ਬੰਨ੍ਹ ਕੇ ਮੋਟਰਸਾਈਕਲ ਕੋਈ ਚਲਾਉਂਦਾ ਰਿਹਾ, ਜਿੰਨਾ ਚਿਰ ਅਸੀਂ ਉਹਦਾ ਕਾਰਨ ਨਹੀਂ ਦੱਸਿਆ ਜਾਂ ਅਸੀਂ ਆਪ ਖੁਦ ਨਹੀਂ ਚਲਾਇਆ, ਅਸੀਂ ਉਹਦਾ ਖੰਡਨ ਨਹੀਂ ਕਰ ਸਕਦੇ। ਜੇ ਅਸੀਂ ਖੁਦ ਚਲਾਵਾਂਗੇ, ਉਹਦਾ ਕਾਰਨ ਦੱਸਾਂਗੇ, ਤਾਂ ਹੀ ਖੰਡਨ ਹੋਊਗਾ। ਤੁਸੀਂ ਕੱਲ੍ਹ ਨੂੰ ਇੱਥੇ ਕੋਲੇ ਇਕੱਠੇ ਕਰ ਲਓ, ਕੋਲਿਆਂ 'ਤੇ ਮੈਂ ਤੁਰ ਕੇ ਵਿਖਾ ਦੂੰਗਾ, ਮੋਟਰਸਾਈਕਲ ਅੱਖਾਂ 'ਤੇ ਪੱਟੀ ਬੰਨ੍ਹ ਕੇ ਮੈਂ ਚਲਾ ਕੇ ਦਿਖਾ ਦੂੰਗਾ। ਜਿਹੜੀਆਂ ਵੀ ਇਹ ਚੀਜ਼ਾਂ ਕੁੜੀ ਕੱਟਦੇ ਆ ਵਿਚਾਲਿਓਂ, ਗਲ ਕੱਟਦੇ ਆ ਜਾਂ ਦੂਜਾ ਉਹ ਇੱਕ ਦੂਜੇ ਤੋਂ ਪਾਸੇ ਕਰ ਦਿੰਦੇ ਆ, ਉਹ ਸਾਰਾ ਕੁਛ ਤਰਕਸ਼ੀਲ ਸੁਸਾਇਟੀ ਸਟੇਜਾਂ 'ਤੇ ਕਰਕੇ ਦਿਖਾਉਂਦੀ ਆ। ਉਹਦੇ ਪਿਛਲੇ ਕਾਰਨ ਵੀ ਦੱਸਦੀ ਆ, ਤਾਂ ਹੀ ਇਹਦੀ ਸਫਲਤਾ ਹੋਈ ਆ। ਅੱਗੇ ਸਾਡੇ ਪਿੰਡਾਂ 'ਚ ਕੋਈ ਖੇਡੇ ਵਾਲਾ ਆਉਂਦਾ ਸੀ, ਪਲੇਟਾਂ ਕੱਢ ਜਾਂਦਾ ਸੀ, ਟੇਪ ਰਿਕਾਰਡ ਕੱਢ ਜਾਂਦਾ ਸੀ, ਸ਼ਰਾਬ ਦੀਆਂ ਬੋਤਲਾਂ ਕੱਢ ਜਾਂਦਾ ਸੀ। ਹੁਣ ਕੋਈ ਤਰਕਸ਼ੀਲ ਸੁਸਾਇਟੀ ਵਾਲਾ ਉੱਥੇ ਖੜਾ ਹੋਵੇ, ਉਹਨੂੰ ਜੇ ਅਸੀਂ ਕਹਿ ਦਈਏ ਵੀ ਗੈਵੀ ਸ਼ਕਤੀ ਦਾ ਨਾਂ ਨਹੀਂ ਲੈਣਾ, ਉਹਦਾ ਅੱਧਾ ਤਾਂ ਉਦੋਂ ਹੀ ਮੋਰਲ ਡਾਊਨ ਹੋ ਜਾਂਦਾ। ਅਤੇ ਮਗਰੋਂ ਜੇ ਅਸੀਂ ਉਹਨੂੰ ਕਹਿ ਦਈਏ ਵੀ ਪਹਿਲਾਂ ਅਸੀਂ ਤੇਰੀ ਤਲਾਸ਼ੀ ਲੈ ਲੈਂਦੇ ਕੱਢ ਕੇ, ਉਹਦੇ ਕੋਲ ਕੋਈ ਕਿਸੇ ਕਿਸਮ ਦੀ ਸ਼ਕਤੀ ਨਹੀਂ ਸਾਥੀ ਆ। ਸ਼ਕਤੀ ਸਾਡੇ 'ਚ, ਜਿਵੇਂ ਸਾਡੀਆਂ ਜਿਹੜੀਆਂ ਔਰਤਾਂ ਜਦੋਂ ਉਹ ਸਰਕਸ 'ਚ ਹੁੰਦੀਆਂ ਤਾਂ ਸਰਕਸ 'ਚ ਵਿਚਾਰੀਆਂ ਆਪਦੇ ਸਰੀਰ ਨੂੰ ਦੂਰਾ ਤੀਰਾ ਵੀ ਕਰ ਲੈਂਦੀਆਂ। ਉਹ ਹਰੇਕ ਕੁੜੀ ਕਰ ਸਕਦੀ ਹੈ, ਉਹਦੀ ਪ੍ਰੈਕਟਿਸ ਹੋਣੀ ਜ਼ਰੂਰੀ ਹੈ।
ਅਸੀਂ ਅਗਲੇ ਲਿਸਨਰ ਦੀ ਗੱਲ ਸੁਣਦੇ ਹਾਂ। ਹਾਂਜੀ ਹਾਂਜੀ, ਮਨਜੀਤ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਤਾਂ ਸਿਰਫ ਵੈਸੇ ਤਾਂ ਮੈਂ ਡਾਕਟਰ ਕਪੂਰ ਵੀ ਪੜ੍ਹਿਆ ਹੈ, ਮੈਂ ਭੂਤਾਂ ਪੜ੍ਹੀਆਂ ਵੀ 2-4 ਆਪ, ਪਰ ਮੈਨੂੰ ਹਾਲੇ ਤੱਕ ਇਸ ਚੀਜ਼ ਦਾ ਗਿਆਨ ਨਹੀਂ ਵੀ ਜਿਵੇਂ ਅਸੀਂ ਕਹਿੰਦੇ ਹਾਂ, ਜਿਵੇਂ ਹੋਮੋਪੈਥੀ ਨੂੰ ਕਹਿ ਦਿੰਦੇ ਹਾਂ ਆਪਾਂ ਵੀ ਇੰਡੀਆ ਦੀ 90% ਲੋਕ ਹੋਮੋਪੈਥੀ ਨੂੰ ਇੰਡੀਆ ਦੀ ਮੈਡੀਸਨ ਕਹਿੰਦੇ ਆ ਵੀ ਇਹ ਮਿੱਠੀਆਂ ਗੋਲੀਆਂ, ਇਹਨਾਂ ਨੇ ਕੀ ਕਰਨਾ। ਹਾਲਾਂਕਿ ਤੁਹਾਨੂੰ ਪਤਾ ਹੀ ਹੈ ਐਲੋਪੈਥੀ ਦੇ ਡਾਕਟਰ ਨੇ ਇਹਦੀ ਰਿਸਰਚ ਕੀਤੀ ਆ, ਜਰਮਨ ਦੀ ਕਾਢ ਆ ਇਹ। ਮੈਂ ਇਹ ਪੁੱਛਣਾ ਚਾਹੁੰਦਾ ਵੀ 3000 ਸਾਲ ਪੁਰਾਣੀ ਬੁੱਧ ਦੀ ਗੱਲ ਕਰਦੇ, ਅਸੀਂ ਪਹਿਲਾਂ ਹੀ ਤੁਹਾਡੇ ਟੌਪਿਕ ਤੇ ਗੱਲ ਕਰਕੇ ਹਟੇ ਹਾਂ। ਅਸੀਂ ਉਹਨੂੰ ਕਹੇ ਵੀ ਜੋਤਸ਼ੀਆਂ ਨੇ ਦੱਸਿਆ, ਉਹ ਤਾਂ ਕਰਕੇ ਘਰ ਨੂੰ ਛੱਡ ਕੇ ਚਲੇ ਗਏ। ਮਨੋਵਿਗਿਆਨੀਆਂ ਨੇ ਉਹਦਾ ਕਾਰਨ ਕੁਛ ਹੋਰ ਦੱਸਦਾ ਵੀ ਉਹ ਕਿਉਂ ਘਰੋਂ ਗਏ। ਆਪਾਂ ਗੱਲ ਕਰਕੇ ਵੀ ਹਟੇ ਇੱਕ ਦਿਨ ਪ੍ਰੋਗਰਾਮ ਤੁਹਾਡੇ ਹੈ। ਤੇ ਮੇਰੇ ਕਹਿਣ ਤੋਂ ਮਤਲਬ ਮੈਂ ਇਹ ਜਾਣਨਾ ਚਾਹੁੰਦਾ ਵੀ ਇਹਦੀ ਕੋਈ ਹਿਸਟਰੀ ਕਿੱਥੋਂ ਸ਼ੁਰੂ ਹੋਈ, ਕਿਹੜੇ ਕੰਟਰੀ ਦੇ ਵਿੱਚੋਂ ਜੋਤਿਸ਼ ਵਿੱਦਿਆ, ਚਾਹੇ ਇਹਨੂੰ ਮਨੋਵਿਗਿਆਨ ਕਹਿ ਲਓ, ਚਾਹੇ ਗਿਆਨ ਕਹਿ ਲਓ, ਚਾਹੇ ਅਗਿਆਨ ਕਹਿ ਲਓ, ਕਿੱਥੋਂ ਸਟਾਰਟਿੰਗ ਹੋਈ ਆ ਪਹਿਲਾਂ? ਕਿਉਂਕਿ 3000 ਸਾਲ ਦੀ ਤੁਹਾਨੂੰ ਮੈਂ ਐਗਜ਼ਾਮਪਲ ਦੇਤੀ ਵੀ ਬੁੱਧ ਬਾਰੇ ਵੀ ਐਵੇਂ ਕਹਿੰਦੇ ਸੀ। ਹਾਂਜੀ, ਭਾਰਤ 'ਚ ਇਹਦਾ ਜਿਹੜਾ ਪਤਾਮਾ ਉਹ ਟਾਲਮੀ ਮੰਨਿਆ ਗਿਆ। ਟਾਲਮੀ ਭਾਰਤ 'ਚ ਤਕਰੀਬਨ 4000 ਸਾਲ 3500 ਸਾਲ ਪੁਰਾਣੀ ਗੱਲ ਆ ਇਹ। ਇਹਨੂੰ ਟਾਲਮੀ ਨੂੰ ਮੰਨਿਆ ਗਿਆ, ਪਰ ਟਾਲਮੀ ਦੀ ਉਹ ਗਿਣਤੀ ਜਿਹੜੀ ਗਿਣਤੀ ਕਰਕੇ ਉਹ ਗ੍ਰਹਿਆਂ ਦੀ ਸਥਿਤੀ ਦੱਸਦਾ ਸੀ, ਸਾਰਾ ਕੁਝ ਦੱਸਦਾ ਸੀ। ਜਿੰਨਾ ਚਿਰ ਕੋਪਰਨਿਕਸ ਨੇ ਆਪਣੀ ਵਿਚਾਰਧਾਰਾ ਨਹੀਂ ਦਿੱਤੀ, ਉਹਨੇ ਉਹ ਸੂਰਜ ਕੇਂਦਰਿਤ ਸਿਧਾਂਤ ਨਹੀਂ ਦਿੱਤਾ, ਉਹਨਾਂ ਚਿਰ ਉਹਦੀ ਗਿਣਤੀ ਮਿਣਤੀ ਠੀਕ ਨਾ ਹੋਣੀ ਸੀ, ਨਾ ਹੀ ਹੋਈ। ਕਿਉਂਕਿ ਜੋਤਿਸ਼ ਆ ਜਿਹੜਾ ਧਰਤੀ ਨੂੰ ਚਪਟੀ ਮੰਨ ਕੇ ਅਜੇ ਵੀ ਲੱਗਦਾ ਹੈ, ਅਜੇ ਵੀ ਇਹ ਧਰਤੀ ਨੂੰ ਖੜੀ ਮੰਨਦਾ, ਧਰਤੀ ਨੂੰ ਚਪਟੀ ਮੰਨਦਾ, ਉਹਦੇ ਆਧਾਰ 'ਤੇ ਹੀ ਸਾਰਾ ਜੋਤਿਸ਼ ਅਜੇ ਵੀ ਲੱਗਦਾ। ਮਤਲਬ ਜਦੋਂ ਵਿਗਿਆਨ ਨੇ ਉਹ ਸਾਰੀਆਂ ਗਿਣਤੀਆਂ ਮਿਣਤੀਆਂ ਠੀਕ ਕਰਕੇ ਦੱਸਦੀਆਂ ਵੀ ਸੂਰਜ ਕੇਂਦਰਿਤ ਹੈ ਇਹ ਜਿਹੜਾ ਸਾਡਾ ਸਾਰੇ ਗ੍ਰਹਿ ਆ ਸੂਰਜ ਦੇ ਦੁਆਲੇ ਘੁੰਮਦੇ ਆ, ਕਿਹੜੀ ਗਤੀ 'ਚ ਘੁੰਮਦੇ ਆ। ਅੱਜ ਕੱਲ੍ਹ ਜੇਕਰ ਕੰਪਿਊਟਰ ਦੇ ਵਿੱਚ ਜਨਮ ਕੁੰਡਲੀ ਬਣਦੀ ਆ, ਉਹ ਸਧਾਰਨ ਵਿਅਕਤੀ ਉਹ ਤੁਸੀਂ ਵੀ ਬਣਾ ਸਕਦੇ ਆ, ਉਹ ਮੈਡਮ ਨਵਜੋਤ ਵੀ ਬਣਾ ਸਕਦੀ ਆ, ਉਹ ਮੈਂ ਵੀ ਬਣਾ ਸਕਦਾ, ਕਿਉਂਕਿ ਕਿਸੇ ਜੋਤਸ਼ੀ ਨੇ ਉਹਦੇ 'ਚ ਕੋਈ ਗਣਨਾ ਨਹੀਂ ਕਰਨੀ, ਗਣਨਾ ਉਹਦੇ 'ਚ ਕਰਨੀ ਆ ਕੰਪਿਊਟਰ ਨੇ। ਤੁਸੀਂ ਸਿਰਫ ਉਹਦੇ 'ਚ ਜਨਮ ਸਮਾਂ, ਸਥਾਨ ਅਤੇ ਉਹਦੀ ਮਿਤੀ ਲਿਖਣੀ ਹੈ। ਤਿੰਨੇ ਜਦੋਂ ਲਿਖੋਗੇ, ਜਦੋਂ ਤੁਸੀਂ ਉਹਦਾ ਪ੍ਰਿੰਟ ਪ੍ਰਵਿਊ ਕੱਢੋਗੇ, ਸਾਰਾ ਪ੍ਰਿੰਟ ਕੱਢ ਕੇ ਤੁਹਾਡੇ ਹੱਥ 'ਚ ਤੁਸੀਂ 400 ਸਫ਼ੇ ਦੀ ਜਨਮ ਕੁੰਡਲੀ ਕੱਢ ਲਓ, ਤੁਸੀਂ 8000 ਸਫ਼ੇ ਦੀ ਕੱਢ ਲਓ, ਜਿੰਨੇ ਦੀ ਕਹੋਗੇ ਉਨੇ ਵਿਸਥਾਰ ਵਾਲੀ ਜਨਮ ਕੁੰਡਲੀ ਉਹਦੇ 'ਚੋਂ ਨਿਕਲਦੀ ਆ। ਜਦੋਂ ਕਿ ਉਹ ਜਨਮ ਕੁੰਡਲੀ ਸਾਰੀ ਝੂਠੀ ਹੁੰਦੀ ਹੈ, ਸੱਚੀ ਨਹੀਂ ਹੁੰਦੀ। ਮੈਂ ਇਸ ਗੱਲ ਦਾ ਦਾਅਵਾ ਕਰਦਾ। ਅਗਰ ਕੋਈ ਜੋਤਸ਼ੀ ਫਿਰ ਵੀ ਉਹਨੂੰ ਭੁਲੇਖਾ, ਤਾਂ ਮੇਰੇ ਨਾਲ ਮੈਂ ਇੱਥੇ 6 ਤਰੀਕ ਨੂੰ ਜਾਣਾ, ਮੈਂ 6 ਤਰੀਕ ਅੱਗੇ ਕਰ ਦੂੰਗਾ। ਮੈਂ ਬਰੈਂਪਟਨ ਰਹਿਣਾ ਤਕਰੀਬਨ ਮਹੀਨਾ ਅਜੇ। ਜਦੋਂ ਮਰਜ਼ੀ ਸਾਡੇ ਨਾਲ, ਜਿੱਥੇ ਮਰਜ਼ੀ, ਜਿਹੜੇ ਪ੍ਰੋਗਰਾਮ 'ਤੇ ਮਰਜ਼ੀ ਉਹ ਪ੍ਰੋਗਰਾਮ ਰੱਖ ਸਕਦਾ, ਅਸੀਂ ਉਹਦੇ ਨਾਲ ਆਉਣ ਨੂੰ ਤਿਆਰ ਹਾਂ। ਅੱਛਾ, ਜਦੋਂ ਗੱਲ ਕੀਤੀ ਆ ਵੀ ਇਹਨਾਂ ਨੇ, ਸਾਡੇ ਇੱਕ ਕਾਲਰ ਆਏ ਸੀ, ਕਹਿੰਦੇ ਸੀ ਕਿ ਵਿਸ਼ਵਾਸ ਬੜੇ ਪੱਕੇ ਆ, ਇੰਨੇ ਜ਼ਿਆਦਾ ਵਿਸ਼ਵਾਸ ਪੱਕੇ ਨਹੀਂ ਹੋਣੇ ਚਾਹੀਦੇ, ਵੀ ਇਹ ਅੜੀਅਲ ਰਵੱਈਆ ਹੈ, ਅਸੀਂ ਸ਼ਾਇਦ ਇੱਕ ਦੂਜੇ ਦੇ ਵਿਚਾਰਾਂ ਦੇ ਨਾਲ ਬਿਲਕੁਲ ਸਹਿਮਤ ਹੋਣ ਨੂੰ ਤਿਆਰ ਨਹੀਂ, ਜਾਂ ਅਸੀਂ ਰਿਸੈਪਟਿਵ ਨਹੀਂ ਹੁੰਦੇ ਹੈਗੇ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਉਹਨਾਂ ਦਾ ਆਪ ਦਾ ਵਿਸ਼ਵਾਸ ਹੀ ਪੱਕਾ ਨਹੀਂ, ਜਿਨ੍ਹਾਂ ਨੇ ਆਪਾਂ ਨੂੰ ਕਿਹਾ ਵਿਸ਼ਵਾਸ ਪੱਕਾ ਹੈ। ਵਿਸ਼ਵਾਸ ਪੱਕਾ ਕੀ ਹੁੰਦਾ? ਮੇਰੇ ਕੋਲੇ ਅੱਜ ਕੱਲ੍ਹ ਆਪਾਂ ਨੂੰ ਲੋੜ ਆ 2 ਬੱਚਿਆਂ ਦੀ, ਇੱਕ ਬੱਚੇ ਦੀ ਲੋੜ ਆ ਜਾਂ 2 ਦੀ ਆ। ਉਸ ਤੋਂ ਬਾਅਦ ਅਸੀਂ ਪਰਿਵਾਰ ਨਿਯੋਜਨ ਦਾ ਆਸਰਾ ਲੈਂਦੇ ਹਾਂ ਜੀ। ਜਦੋਂ ਸਾਨੂੰ ਬੱਚੇ ਦੀ ਲੋੜ ਹੁੰਦੀ ਆ, ਉਦੋਂ ਅਸੀਂ ਪਰਿਵਾਰ ਨਿਯੋਜਨ ਦਾ ਆਸਰਾ ਨਹੀਂ ਲੈਂਦੇ, ਉਦੋਂ ਅਸੀਂ ਰੱਬ ਘਰ ਜਾਂਦੇ ਹਾਂ। ਮਤਲਬ ਸਾਡੀ ਉਸ 'ਤੇ ਆਸਥਾ ਭੋਰਾ ਵੀ ਹੈ ਨਹੀਂ। ਜੇ ਸਾਡੀ ਆਸਥਾ ਹੋਵੇ ਤਾਂ ਸਾਨੂੰ ਲੋੜ ਵੇਲੇ ਵੀ ਅਸੀਂ ਉੱਥੇ ਹੀ ਜਾਈਏ, ਜਦੋਂ ਬੱਚਾ ਮੰਗਣਾ, ਜਦੋਂ ਬੰਦ ਕਰਨਾ ਫਿਰ ਵੀ ਅਸੀਂ ਉੱਥੇ ਹੀ ਜਾਈਏ। ਜਦੋਂ ਕੋਈ ਬਿਮਾਰੀ ਆਉਂਦੀ ਆ, ਜਿਵੇਂ ਹੁਣ ਤੁਸੀਂ ਲਾ ਲਓ ਵੀ ਸਾਡੇ ਪੋਲੀਓ ਖਤਮ ਹੋਇਆ, ਹੁਣ ਜੋਤਿਸ਼ ਕੀ ਕਹਿੰਦਾ ਵੀ 9ਵੀਂ ਅਤੇ 10ਵੀਂ ਰਾਸ਼ੀ ਜੇ ਬੱਚੇ ਦੀ ਕਮਜ਼ੋਰ ਆ, ਉਹਨਾਂ ਦੀਆਂ ਸਥਿਤੀਆਂ ਕਮਜ਼ੋਰ ਆ, ਤਾਂ ਬੱਚੇ ਨੂੰ ਪੋਲੀਓ ਹੁੰਦਾ। ਜਦੋਂ ਕਿ 13 ਜਨਵਰੀ 2013 ਨੂੰ ਭਾਰਤ 'ਚੋਂ ਵੀ ਪੋਲੀਓ ਜਿਹੜਾ ਪੋਲੀਓ ਮੁਕਤ ਹੋ ਗਿਆ ਭਾਰਤ। ਪਹਿਲਾਂ ਉਹ ਰਾਸ਼ੀਆਂ ਕਮਜ਼ੋਰ ਸੀਗੀਆਂ, ਹੁਣ ਕਮਜ਼ੋਰ ਕਾਹਤੋਂ ਨਹੀਂ? ਹੁਣ ਕਾਹਤੋਂ ਨਹੀਂ ਬੱਚਾ ਪੋਲੀਓ ਵਾਲਾ ਪੈਦਾ ਹੁੰਦਾ? ਹੁਣ ਕਾਹਤੋਂ ਨਹੀਂ ਉਹ ਕਿਸੇ ਨੂੰ ਆਪਣੀ ਪਲੇਗ ਹੁੰਦੀ, ਪਲੇਗ ਦਾ? ਇਸੇ ਤਰ੍ਹਾਂ ਸਾਡੇ ਚੇਚਕ ਸੀ, ਹੋਰ ਕਈ ਬਿਮਾਰੀਆਂ ਸੀ, ਉਹ ਬਿਮਾਰੀਆਂ ਦਾ ਅਸੀਂ ਤੋੜ ਲੱਭ ਲਿਆ। ਅੱਗੇ ਹਲਕ ਕੇ ਬੰਦੇ ਮਰ ਜਾਂਦੇ ਸੀ, ਹੁਣ ਸਾਨੂੰ ਹਲਕੇ ਦਾ ਪਤਾ ਵੀ ਉਹ ਇੰਜੈਕਸ਼ਨ ਬਣ ਗਿਆ। ਕੋਈ ਜੋਤਿਸ਼ ਦੀ ਕਿਤਾਬ ਨਹੀਂ ਦੱਸਦੀ ਹਲਕੇ ਦਾ, ਕੋਈ ਜੋਤਸ਼ੀ ਨਹੀਂ ਦੱਸਦਾ ਵੀ ਆਹ ਪਾ ਕਰ ਲਓ ਤੁਹਾਡੇ ਬੱਚਾ ਪੈਦਾ ਨਹੀਂ ਹੋਊਗਾ। ਇੱਕ ਵੀ ਜੋਤਸ਼ੀ ਜਾਂ ਬਾਬਾ ਕਹਿ ਦੇਵੇ ਮੈਂ ਤਵੀਤ ਦਿੰਦਾ, ਮੇਰੇ ਤਵੀਤ ਨਾਲ ਬੱਚਾ ਨਹੀਂ ਪੈਦਾ ਹੋਊਗਾ, ਜਦੋਂ ਤੁਹਾਨੂੰ ਲੋੜ ਨਹੀਂ ਉਦੋਂ ਪੈਦਾ ਨਹੀਂ ਹੋਊਗਾ। ਅਸੀਂ ਉਹਨਾਂ ਦੀ ਜੁੱਤੀਆਂ ਝਾੜਨ ਵਾਸਤੇ ਤਿਆਰ ਹਾਂ ਸਭ ਦੀਆਂ, ਕਿਉਂਕਿ ਉਹਦਾ ਰਿਜ਼ਲਟ ਮਹੀਨੇ ਵਾਸਤੇ ਸਾਹਮਣੇ ਆ ਜਾਣਾ, ਮਹੀਨੇ ਬਾਅਦ ਹੀ। ਜਦੋਂ ਕਿ 90-95% ਤਾਂ ਬੱਚਾ ਬੰਦ ਕਰਨ ਵਾਲੇ ਆ,
ਮੰਗਣ ਵਾਲੇ ਤਾਂ 5% ਹੈ। 5% ਵਾਸਤੇ ਦੁਕਾਨ ਖੋਲੀ ਬੈਠੇ ਆ, 90% 95% ਵਾਸਤੇ ਹੁਣ ਤੱਕ ਦੁਕਾਨ ਨਹੀਂ ਖੋਲੀ। ਸੱਪ ਦਾ ਟੂਣਾ ਕਰਦੇ ਆ, ਜ਼ਹਿਰ ਚੜੀ ਵਾਲੇ ਦਾ ਕੋਈ ਟੂਣਾ ਨਹੀਂ ਕਰਦਾ। ਜਦੋਂ ਸਪਰੇਅ ਪੀਤੀ ਹੁੰਦੀ ਕਿਸੇ ਦੀ ਉਦੋਂ ਭੱਜ ਜਾਂਦੇ, ਕਿਉਂਕਿ ਪਤਾ ਹੁੰਦਾ ਵੀ ਇਹ ਮਰਨਾ ਹੀ ਹੈ। ਸੱਪ ਦੀ ਵੀ ਜ਼ਹਿਰ ਹੀ ਹੁੰਦੀ ਆ, ਬਿਲਕੁਲ। ਉਹਦੇ ਵਾਸਤੇ ਕੋਈ ਟੂਣੇ ਵਾਲਾ ਨਹੀਂ ਬਣਾਉਣਾ ਚਾਹੁੰਦਾ। ਸੁਰਜੀਤ ਜੀ, ਇੱਕ ਗੱਲ ਹੋਰ ਹੈ, ਤੁਸੀਂ ਕਿਹਾ ਕਿ ਵੀ ਜਨਮ ਸਥਾਨ, ਉਹਦਾ ਟਾਈਮ ਤੇ ਉਹਦੀ ਜਿਹੜੀ ਡੇਟ ਆ, ਉਹਦੇ ਆਧਾਰ ਦੇ ਉੱਤੇ ਜਨਮ ਕੁੰਡਲੀ ਬਣਾ ਲਈ ਜਾਂਦੀ ਹੈ। ਹਾਂਜੀ ਹਾਂਜੀ, ਇੱਥੋਂ ਹੀ ਸ਼ੁਰੂਆਤ ਹੁੰਦੀ ਹੈ ਹਾਂਜੀ, ਅਸਲ 'ਚ। ਅੱਗੋਂ ਜੋ ਕੁਝ ਅਸੀਂ ਪੁੱਛਣਾ ਚਾਹੁੰਦੇ ਹੁੰਦੇ ਆ, ਓਕੇ। ਉਹ 2 4 6 ਤੁਹਾਡੇ ਕੋਲ ਸਵਾਲ ਪੁੱਛਦੇ ਆ। ਜੇ ਉਹਨਾਂ ਦੇ ਵਿੱਚੋਂ ਉਹਨਾਂ ਦੇ ਉਹ ਜਿਹੜੇ 8 ਸਟੇ ਆ, ਜਾਂ ਉਹ ਜੋ ਸਥਿਤੀ ਦੱਸ ਰਹੀ ਆ, ਜੇ ਉਹਨਾਂ ਦੇ ਆਨਸਰ ਮੰਨ ਲਓ ਸਹੀ ਹੈਗੇ ਆ, ਹਾਂਜੀ ਦੈਨ ਫਿਰ ਉਸ ਹਿਸਾਬ ਨਾਲ ਉਹ ਚੱਲਣਾ ਸ਼ੁਰੂ ਕਰ ਦਿੰਦੇ ਆ। ਹਾਂਜੀ, ਤੇ ਫਿਰ ਉਸ ਆਧਾਰ ਦੇ ਉੱਤੇ ਜਦੋਂ ਉਹ ਚੱਲਣਾ ਸ਼ੁਰੂ ਕਰ ਦਿੰਦੇ ਆ, ਦੈਟ ਮੀਨਸ ਉਹਦੇ ਰਿਜ਼ਲਟ ਫਿਰ ਸਹੀ ਵੀ ਹੋ ਸਕਦੇ ਆ। ਆ ਦੇਖੋ, ਇਹਦਾ ਨਾ ਜਦੋਂ ਆਪਾਂ ਤਜਰਬਾ ਕਰਦੇ ਹਾਂ, ਤਜਰਬੇ 'ਚੋਂ ਗੱਲ ਬਹੁਤ ਸਾਂਝੀ ਹੁੰਦੀ। ਮੈਂ ਤੁਹਾਨੂੰ ਇੱਕ ਸਕੂਲ ਦੀ ਉਦਾਹਰਨ ਸਿਖਾਊਂਗਾ, ਉਹਦੇ ਵਿੱਚ ਕਿਉਂਕਿ ਕਈ ਵਾਰੀ ਉਹ ਇਹ ਕਹਿ ਦਿੰਦੇ ਕਿ ਹੋ ਸਕਦਾ ਤੁਹਾਡਾ ਜਿਹੜਾ ਟਾਈਮ ਆ ਉਹ ਸਹੀ ਨਹੀਂ ਹੈਗਾ, ਜਿਹੜਾ ਦੱਸਿਆ ਗਿਆ ਸਾਨੂੰ, ਜਾਂ ਡੇਟ ਹੈ, ਜਾਂ ਕਿਤੇ ਨਾ ਕਿਤੇ ਗੜਬੜ ਹੈਗੀ ਆ। ਜਿਹੜੀਆਂ 2-3 ਚੀਜ਼ਾਂ ਇਕੱਠੀਆਂ ਦੱਸੀਆਂ ਜਾਂਦੀਆਂ, ਉਹ ਤੋਂ ਬਾਅਦ ਜਦੋਂ ਤੁਹਾਨੂੰ ਸਵਾਲ ਪੁੱਛੇ ਜਾਂਦੇ ਇੱਕ ਕਲਾਇੰਟ ਨੂੰ, ਉਹ ਸਭ ਕੁਝ ਸਹੀ ਮੈਚ ਹੋ ਰਿਹਾ ਜਿਸ ਤਰੀਕੇ ਦੇ ਨਾਲ ਉਹ ਜੋਤਸ਼ੀ ਦੱਸ ਰਿਹਾ ਹੈ। ਹਾਂਜੀ ਹਾਂਜੀ ਹਾਂਜੀ, ਫਿਰ ਉਹ ਮੰਨ ਕੇ ਚੱਲਦਾ ਕਲਾਇੰਟ ਕਿ ਵੀ ਜਦ ਮੈਨੂੰ ਸਾਰਾ ਕੁਝ ਇਹਨੇ ਸਹੀ ਦੱਸਤਾ, ਤੇ ਬਾਕੀ ਹੁਣ ਜੋ ਕੁਝ ਇਹ ਦੱਸੂਗਾ ਆਪਣੇ ਵੱਲੋਂ ਜੋਤਿਸ਼ ਲਾ ਕੇ, ਉਹ ਵੀ ਸਹੀ ਹੋਊਗਾ। ਹਾਂਜੀ ਹਾਂਜੀ ਹਾਂਜੀ, ਸਹੀ ਹੋਊਗਾ। ਅਸਲ 'ਚ ਮੈਂ ਤੁਹਾਨੂੰ ਦੱਸਦਾ ਨਾ ਵੀ ਜਦੋਂ ਆਪਾਂ ਉਹਨੂੰ ਪੜਤਾਲ ਕਰਦੇ ਆ ਨਾ, ਮੈਂ ਸਿਰਫ ਪੜਤਾਲ ਦੀ ਗੱਲ ਤਾਂ ਕਰਨ ਲੱਗਾ, ਤੁਹਾਡਾ ਇਹੀ ਉੱਤਰ ਉਸ ਪੜਤਾਲ ਦੇ ਵਿੱਚ ਛੁਪਿਆ ਹੋਇਆ। ਮੈਂ ਇੱਕ ਸਕੂਲ 'ਚ ਗਿਆ ਜੋਤਿਸ਼ ਬਾਰੇ, ਕਿਉਂਕਿ ਸਕੂਲਾਂ 'ਚ ਆਮ ਕਰਕੇ ਅਸੀਂ ਜਾਂਦੇ ਹਾਂ ਜੀ। ਜਦੋਂ ਮੈਂ ਸਕੂਲ 'ਚ ਗਿਆ ਤੇ ਉੱਥੇ ਇੱਕ ਮੈਡਮ ਬੈਠੇ ਕੰਪਿਊਟਰ ਲੈਬ ਦੇ ਵਿੱਚ, ਉਹ ਮੈਨੂੰ ਕਹਿੰਦੇ ਜੀ ਅੱਜ ਦੇ ਜਿਹੜੇ ਵਕਤਾ ਤੁਸੀਂ ਹੀ ਹੋ ਸਰਜੀਤ ਦੌਧਰ। ਮੈਂ ਕਿਹਾ ਹਾਂਜੀ। ਮੈਨੂੰ ਆਂਦੇ ਤੁਸੀਂ ਜੋਤਿਸ਼ ਬਾਰੇ ਬੋਲਣਾ? ਮੈਂ ਕਿਹਾ ਜੀ ਬਿਲਕੁਲ ਬੋਲਣਾ। ਉਹ ਜੋਤਸ਼ੀ ਪਰਿਵਾਰ 'ਚੋਂ ਸੀ ਕੁੜੀ। ਅੱਛਾ। ਉਹ ਕਹਿੰਦੀ ਜੀ ਮੇਰੇ ਨਾਨੇ ਨੇ ਮੇਰੀ ਜਨਮ ਕੁੰਡਲੀ ਬਣਾਈ ਹੈ, ਮੇਰੀ ਜਨਮ ਕੁੰਡਲੀ ਦੇ ਮੁਤਾਬਕ ਜਿਹੜਾ ਕੁਝ ਵੀ ਮੈਨੂੰ ਦੱਸਿਆ ਮੇਰੀ ਜ਼ਿੰਦਗੀ 'ਚ ਉਵੇਂ ਹੀ ਵਾਪਰਦਾ ਸਾਰਾ। ਅੱਛਾ। ਵੀ ਤੁਸੀਂ ਕਹਿੰਦੇ ਜੋਤਿਸ਼ ਹੈ ਨਹੀਂ। ਹੁਣ ਉਹਦਾ ਬੜਾ ਵਾਜਬ ਸਵਾਲ ਸੀ, ਇਹਦੇ 'ਚ ਕੋਈ ਰੌਲਾ ਨਹੀਂ। ਹੁਣ ਨਾਨਾ ਆਪਦੀ ਦੋਤੀ ਨੂੰ ਗੁੰਮਰਾਹ ਥੋੜ੍ਹਾ ਕਰੂਗਾ, ਆਪਾਂ ਇਹ ਵੀ ਕਵਾਂਗੇ ਵੀ ਗੁੰਮਰਾਹ ਨਹੀਂ ਕਰੂਗਾ, ਪਰ ਉਹਦਾ ਮੈਂ ਉਹਨੂੰ ਹੁਣ ਕਿਵੇਂ ਉਹਨੂੰ ਉੱਤਰ ਕਿਵੇਂ ਦੇ ਸਕਦਾ ਸੀ? ਮੈਂ ਉਹਨੂੰ ਕਿਹਾ, ਮੈਂ ਕਿਹਾ ਬੀਬਾ ਇੱਥੇ ਕੋਈ ਸੌਫਟਵੇਅਰ ਹੈਗਾ ਇਹਦੇ 'ਚ? ਉਹ ਕਹਿੰਦੀ ਜੀ ਹੈਗਾ ਕੰਪਿਊਟਰ 'ਚ। ਮੈਂ ਕਿਹਾ ਆਪਾਂ ਤੁਹਾਡਾ ਹੁਣੇ ਹੀ ਇਹਦਾ ਕਰ ਲੈਂਦੇ, ਟੇਬਲ ਲਾ ਲੈਂਦੇ। ਮੈਂ ਉਹ ਸਾਰਾ ਕੁਝ ਉਹਨੂੰ ਪੁੱਛ ਲਿਆ। ਪੁੱਛ ਕੇ ਮੈਂ ਉਹਦਾ ਮਤਲਬ ਕਰਤਾ, ਦਰਜ ਕਰਤਾ। ਜੋ ਦਰਜ ਕਰਨ ਤੋਂ ਬਾਅਦ ਮੈਂ ਉਹਦੇ ਮੂਹਰੇ ਜਨਰਲ ਪ੍ਰੋਡਕਸ਼ਨ ਦਾ ਪੰਨਾ ਕੱਢਿਆ। ਉਹਨੇ ਪੜ੍ਹ ਕੇ ਉਹੀ ਗੱਲਾਂ ਦੱਸੀਆਂ ਸਾਰੀਆਂ ਜਿਹੜੀਆਂ ਨਾਨੇ ਨੇ ਦੱਸੀਆਂ ਸੀ, ਵੀ ਠੀਕ ਆ ਜੀ, ਆਹ ਵੇਖੋ ਇਹ ਕਹਿੰਦੀ ਪੜ੍ਹੂਗਾ, ਇਹ ਕਹਿੰਦੇ ਵੀ ਇਹ ਪੜ੍ਹੂਗੀ, ਇਹ ਕਹਿੰਦੇ ਨੌਕਰੀ ਮਿਲੂਗੀ, ਇਹ ਕਹਿੰਦੇ ਪਰਿਵਾਰ ਛੋਟਾ ਹੋਊਗਾ, ਐਂ ਹੋਊਗਾ, ਉਹ ਸਾਰੀਆਂ ਗੱਲਾਂ ਉਹਨੇ ਆਪਦੇ ਨਾਲ ਮਿਲ ਲਈਆਂ। ਮੈਨੂੰ ਕਿਹਾ ਕੁੜੀਏ ਇੱਥੇ ਬੈਠੀ ਰਿਹਾ। ਮੈਂ ਉਹਦਾ ਨਾ ਜਿਹੜਾ ਡੇਟ ਆਫ ਬਰਥ ਵਾਲਾ ਸੀ ਪੰਨਾ, ਫਿਰ ਉਹ ਮੂਹਰੇ ਕਰਤਾ। ਮੈਂ ਉਹਨੂੰ 2 ਸਾਲ ਵੱਡੀ ਲਿਖਤਾ ਸੀ। ਅੱਛਾ। ਕਿਉਂਕਿ ਮੈਨੂੰ ਪਤਾ ਸੀ ਵੀ ਜੋਤਿਸ਼ ਠੱਗੀ ਇਹਦੇ ਨਾਲ ਮਾਰੂਗਾ। ਅੱਛਾ। ਕਿਉਂ? ਕਿੱਥੇ? ਜੇ ਤੁਹਾਨੂੰ ਪੜ੍ਹੂਗਾ ਕਹਿੰਦਾ ਵੀ ਬੁੱਧ ਗ੍ਰਹਿ ਤੋਂ ਬੁੱਧੀ ਦਾ ਜਾਂ ਦੂਜੇ ਸਾਰੇ ਦਾ ਅਨੁਮਾਨ ਲਾ ਕੇ ਤੁਹਾਨੂੰ ਦੱਸਦਾ ਵੀ ਬੱਚਾ ਪੜ੍ਹੂਗਾ, ਪਰ ਗਾਂ ਵਾਲੇ ਸਾਰੇ ਗ੍ਰਹਿਆਂ ਦੀਆਂ ਜਿਹੜੀਆਂ ਜਾਣਕਾਰੀਆਂ ਉਹਦੇ ਉਲਟ ਖੜੀਆਂ ਹੋਣਗੀਆਂ। ਜੇ ਕਰ ਤੁਸੀਂ ਇਸ ਥਾਂ 'ਤੇ ਇਸ ਤਰ੍ਹਾਂ ਹੁੰਦੇ ਆ ਤਾਂ ਤੁਹਾਡੇ ਸ਼ੁਕਰ ਡਿੱਕਾ ਲਾ ਦੂਗਾ, ਜੇ ਤੁਸੀਂ ਇਸ ਤਰ੍ਹਾਂ ਹੁੰਦੇ ਆ ਤੁਹਾਡੇ ਸ਼ਨੀ ਡਿੱਕਾ ਲਾ ਦੂਗਾ। ਜੇ ਤਾਂ ਅਸੀਂ ਪੜ੍ਹ ਗਏ ਤਾਂ ਅਸੀਂ ਪਹਿਲੀ ਵਾਰੀ ਮੰਨ ਗਏ, ਜੇ ਅਸੀਂ ਨਹੀਂ ਪੜ੍ਹੇ ਤਾਂ ਮਗਰ ਉਹਦੇ 61ਵੇਂ ਸਵਾਲ ਪਏ ਆ ਸਾਰੀ ਜਨਮ ਕੁੰਡਲੀ ਜੀ, ਫਿਰ ਅਸੀਂ ਉਹ ਮੰਨ ਲਾਂਗੇ। ਦੌਧਰ ਜੀ, ਆਪਾਂ ਪਹਿਲਾਂ ਬਰੀਫਲੀ ਇਸ ਤਰ੍ਹਾਂ ਕਰਦੇ ਹਾਂ, ਆਪਣੇ ਸੁਣਨ ਵਾਲਿਆਂ ਨੂੰ ਹਾਂਜੀ ਹਾਂਜੀ ਜ਼ਰੂਰ ਸੁਣ ਲਈਏ, ਸ਼ਾਮਿਲ ਕਰ ਲਈਏ। ਪਰਵਿੰਦਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਮੈਡਮ ਜੀ। ਸਤਿ ਸ਼੍ਰੀ ਅਕਾਲ ਮੈਡਮ ਜੀ, ਮੈਂ ਸਾਰਾ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀਗਾ। ਇਹਦੇ ਵਿੱਚ ਸਰਜੀਤ ਦੌਧਰ ਜੀ ਨੂੰ ਇੱਕ ਮੇਰਾ ਸਵਾਲ ਆ ਕਿ ਜੇ ਤਾਂ ਇਹ ਆਪਾਂ ਜੋਤਿਸ਼ ਬਾਰੇ ਕਹਿ ਰਹੇ ਹੈਗੇ ਆ, ਭਿਰਗੂ ਗ੍ਰੰਥ ਤੇ ਜੇ ਤਾੜ ਦੇ ਪੱਤਰਾਂ ਤੇ ਜੋ ਅਗਸਤ ਮੁਨੀ ਦੇ ਪੱਤਰੇ ਹੈਗੇ ਨੇ, ਉਹਨਾਂ ਬਾਰੇ ਇਹਨਾਂ ਦਾ ਕੀ ਵਿਚਾਰ ਆ? ਕੀ ਉਹ ਸੱਚਾ ਜਾਂ ਉਹ ਝੂਠ ਹੈ? ਕਿਸ ਚੀਜ਼ ਬਾਰੇ ਦੁਬਾਰਾ ਬੋਲੋਗੇ ਪਲੀਜ਼? ਭਿਰਗੂ ਗ੍ਰੰਥ ਹੈ ਇੱਕ, ਉਹ ਵੀ ਜੋਤਿਸ਼ ਦੱਸਦਾ। ਇੱਕ ਅਗਸਤ ਮੁਨੀ ਦੇ ਤਾੜ ਦੇ ਪੱਤਰ ਨੇ ਜਿਹੜੇ ਕਿ ਤਾਮਿਲਨਾਡੂ ਦੇ ਵਿੱਚ ਪਾਏ ਜਾਂਦੇ ਆ, ਲੇਕਿਨ ਉਹਨਾਂ ਦੀ ਇੱਕ ਬ੍ਰਾਂਚ ਪੰਚਕੂਲੇ ਵੀ ਹੈ। ਉਹ ਵੀ ਉੱਥੇ ਤੁਹਾਨੂੰ ਦੱਸਦੇ ਆ, ਅੰਗੂਠਾ ਛਾਪ ਲਗਾ ਕੇ ਤੁਸੀਂ ਆਪਣਾ ਭਵਿੱਖ ਜਾਂ ਆਪਣੀ ਜੀਵਨ ਬਾਰੇ ਪਤਾ ਕਰ ਸਕਦੇ ਹੋ ਤੁਸੀਂ ਉੱਥੇ। ਉਹਨਾਂ ਬਾਰੇ ਇਹਨਾਂ ਦਾ ਕੀ ਵਿਚਾਰ ਆ? ਹਾਂਜੀ ਸੁਰਜੀਤ ਜੀ। ਇਹ ਜਿਹਾ ਪਖੰਡ ਸਾਡੇ ਪੰਜਾਬ 'ਚ ਵੀ ਹੈਗਾ। ਮੇਰੀ ਨਿਗਾਹ 'ਚ ਉਹ ਹੁਸ਼ਿਆਰਪੁਰ ਜ਼ਿਲ੍ਹੇ 'ਚ ਹੈ ਸ਼ਾਇਦ। ਇਸੇ ਤਰ੍ਹਾਂ ਦੀਆਂ ਉੱਥੇ ਕਹਿੰਦੇ ਸਾਰੀਆਂ ਜਨਮ ਕੁੰਡਲੀਆਂ ਮੌਜੂਦ ਪਈਆਂ। ਵੀਰ ਜੀ ਅਸਲ 'ਚ ਇਹ ਹੈ ਵੀ ਜਿਹੜਾ ਪੁਰਾਣਾ ਸਾਡਾ ਲਿਖਣ ਦਾ ਢੰਗ ਤਰੀਕਾ ਸੀ ਉਹ ਅਸੀਂ
ਦਰਖਤ ਦੇ ਸਾਧਨਾਂ ਨੂੰ ਵਰਤ ਕੇ ਹੀ ਲਿਖਦੇ ਸੀ, ਇਹਦੇ 'ਚ ਕੋਈ ਰੌਲਾ ਨਹੀਂ। ਪਰ ਜਿਹੜਾ ਤੁਸੀਂ ਕਹਿੰਦੇ ਆ ਵੀ ਉੱਥੇ ਉਹ ਜਨਮ ਕੁੰਡਲੀਆਂ ਮੌਜੂਦ ਆ ਜਾਂ ਕੁਛ ਆ, ਮੈਂ ਇਹਦੀ ਸਿਰਫ ਇੱਕੋ ਉਦਾਹਰਨ ਤੁਹਾਨੂੰ ਦਊਂਗਾ। ਇੱਕ ਵਰਕਾ ਜੇ ਆਪਾਂ 104 ਵਾਰੀ ਕੱਟ ਕੇ ਉਹਨੂੰ ਇੱਕ ਦੂਜੇ ਦੇ ਉੱਤੇ ਧਰੀ ਜਾਈਏ, ਉਹ ਡਬਲ ਹੁੰਦਾ ਜਾਂਦਾ, ਉਹ ਚੰਦ ਦੇ ਨਾਲ ਜਾ ਲੱਗਦਾ। 104 ਵਾਰੀ ਕੱਟ ਕੇ ਉਹਨੂੰ ਇੱਕ ਦੂਜੇ ਦੇ ਉੱਤੇ ਰੱਖਣਾ। ਜਦੋਂ ਇਹ ਜਨਮ ਕੁੰਡਲੀਆਂ ਜਮ੍ਹਾਂ ਹੁੰਦੀਆਂ ਨਾ, ਜਿੰਨੀ ਇੱਥੇ ਜਿਹੜੀ ਆਪਾਂ ਪਾਪੂਲੇਸ਼ਨ ਦੀ ਗੱਲ ਕਰੀਏ ਤਾਂ ਸਮਝ ਲਓ ਤੁਸੀਂ ਵੀ 400 ਈਸਵੀ ਦੇ ਵਿੱਚ 50 ਕਰੋੜ ਸੀ, 800 ਈਸਵੀ ਦੇ ਵਿੱਚ ਇਹ 100 ਕਰੋੜ ਹੋ ਗਈ, ਅਤੇ 1600 ਈਸਵੀ ਦੇ ਵਿੱਚ ਇਹ 1600 ਈਸਵੀ ਦੇ ਵਿੱਚ ਇਹ ਹੋ ਗਈ ਸੀਗੀ ਮਤਲਬ ਹੁਣ ਅੱਜ ਸਮਝ ਲਓ ਤੁਸੀਂ 750 ਕਰੋੜ ਆਤਮਾਵਾਂ ਇੱਥੇ। 50 ਕਰੋੜ ਤੋਂ ਸ਼ੁਰੂ ਹੋ ਕੇ 750 ਕਰੋੜ ਆਤਮਾਵਾਂ ਅੱਜ ਇਕੱਲੇ ਸੰਸਾਰ ਦੇ ਵਿੱਚ ਮੌਜੂਦ ਆ। ਜਦੋਂ ਕਿ ਕਹਿੰਦੇ ਵੀ ਆਤਮਾ ਨਾ ਜੰਮਦੀ ਆ, ਨਾ ਮਰਦੀ ਆ, ਨਾ ਵੱਧਦੀ ਆ, ਨਾ ਘਟਦੀ ਆ। ਇਸੇ ਤਰ੍ਹਾਂ ਇਹਨਾਂ ਜਨਮ ਕੁੰਡਲੀਆਂ ਦਾ ਲੇਖਾ ਜੋਖਾ, ਜਨਮ ਕੁੰਡਲੀਆਂ ਦਾ ਲੇਖਾ ਜੋਖਾ ਵੀ ਜਿੱਡਾ ਤੁਸੀਂ ਕਹਿੰਦੇ ਆ, ਉਹਦੇ ਵਾਸਤੇ ਕਿੰਨਾ ਭੰਡਾਰ ਕਰਨਾ ਪਊਗਾ, ਉਹਦੇ ਵਾਸਤੇ ਭੰਡਾਰਨ ਸਮਰੱਥਾ ਕੀ ਚਾਹੀਦੀ ਆ। ਸਾਡੀਆਂ ਲਾਇਬ੍ਰੇਰੀਆਂ, ਸਾਡਾ ਸਾਰਾ ਕੁਝ, ਸਾਡੇ ਹੁਣ ਤੱਕ ਦੇ ਇਤਿਹਾਸਕ ਸੰਦਰਭ ਦੇ ਵਿੱਚ ਕੀਤੀਆਂ ਹੋਈਆਂ ਖੋਜਾਂ ਨੂੰ ਸੰਭਾਲਣ ਜੋਗਾ ਵੀ ਨਹੀਂ ਰਿਹਾ। ਉਹਦੇ ਵਾਸਤੇ ਵੀ ਸਾਨੂੰ ਕੰਪਿਊਟਰਾਂ ਦੀ ਮਦਦ ਲੈਣੀ ਪਈ ਆ। ਸੁਰਜੀਤ ਜੀ, ਮੈਂ ਥੋੜ੍ਹੀ ਜਿਹੀ ਇੱਥੇ ਗੱਲ ਪਰਵਿੰਦਰ ਹੁਣਾਂ ਦੀ ਗੱਲ ਜਿਹੜੀ ਇਹ ਕਹਿ ਰਹੇ ਸੀ ਕਿ ਉਹ ਤਾੜ ਦੇ ਪੱਤਰਾਂ 'ਤੇ ਲਿਖੀਆਂ ਹੋਈਆਂ ਭਵਿੱਖਬਾਣੀਆਂ ਕੀਤੀਆਂ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ, ਕਿਉਂਕਿ ਤੁਸੀਂ ਸ਼ੁਰੂ ਦੇ ਵਿੱਚ ਇਹ ਵੀ ਗੱਲ ਕਹੀ ਹੈ ਕਿ ਵੀ ਉਸ ਸਮੇਂ ਦੌਰਾਨ ਜਿਹੜੇ ਲੋਕ ਇਸ ਸਾਇੰਸ ਨੂੰ ਸਮਝਦੇ ਸੀ, ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਲੋਕਾਂ ਨੂੰ ਗਾਈਡ ਕਰਦੇ ਹੁੰਦੇ ਸੀ। ਉਹ ਲਿਖਤ ਰੂਪ ਦੇ ਵਿੱਚ ਸੰਭਾਵਿਤ ਤੌਰ 'ਤੇ ਹੋ ਵੀ ਸਕਦੀਆਂ। ਬਿਲਕੁਲ। ਪਰਵਿੰਦਰ ਜੀ ਦੀ ਸੰਤੁਸ਼ਟੀ ਨਹੀਂ ਹੋਈ, ਇਹ ਦੁਬਾਰਾ ਆਏ ਨੇ। ਹਾਂਜੀ ਪਰਵਿੰਦਰ ਜੀ। ਹਾਂਜੀ, ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਸੀ, ਕਿਉਂਕਿ ਫਿਰ ਮੈਨੂੰ ਵੀ ਇਸ ਤਰ੍ਹਾਂ ਹੀ ਪਤਾ ਲੱਗਿਆ ਸੀ। ਮੈਂ ਪੰਚਕੂਲੇ ਗਿਆ ਸੀ, ਲੇਕਿਨ ਸਿਰਫ ਮੈਂ ਆਪਣੇ ਅੰਗੂਠੇ ਦਾ ਨਿਸ਼ਾਨ ਦਿੱਤਾ ਸੀ। ਜਿਸ ਅੰਗੂਠੇ ਦਾ ਨਿਸ਼ਾਨ ਦੇਣ ਤੋਂ ਬਾਅਦ ਉਹਨਾਂ ਨੇ ਮੈਨੂੰ 1 ਹਫ਼ਤੇ ਬਾਅਦ ਫਿਰ ਦੁਬਾਰਾ ਬੁਲਾਇਆ ਔਰ ਮੈਨੂੰ ਉਹਨਾਂ ਨੇ ਰਿਕਾਰਡਡ CD ਦਿੱਤੀ ਆ, ਜਿਹਦੇ ਵਿੱਚ ਮਤਲਬ ਕਾਫੀ ਹੱਦ ਤੱਕ ਮੇਰੀ ਜਾਂ ਮੇਰੇ ਪਰਿਵਾਰ ਬਾਰੇ ਜਾਂ ਉਹਨਾਂ ਦੇ ਅੱਗੇ ਜੋ ਹੋਣਾ ਜਾਂ ਮੇਰੀ ਜ਼ਿੰਦਗੀ ਬਾਰੇ ਹੋ ਰਿਹਾ ਹੈ, ਉਹਦੇ ਵਿੱਚ ਕਾਫੀ ਕੁਛ ਉਹਨਾਂ ਨੇ ਬੋਲ ਕੇ ਦੱਸਿਆ ਹੋਇਆ ਵੀ ਜੋ ਉੱਥੇ ਲਿਖਿਆ ਹੋਇਆ। ਵੀਰ ਜੀ, ਅੰਗੂਠੇ ਦਾ ਨਿਸ਼ਾਨ ਤਾਂ ਉਹ ਲੱਗਿਆ ਕਿ ਵੀ ਉਹਦੇ ਵਿੱਚ ਕਾਫੀ ਹੱਦ ਤੱਕ ਠੀਕ ਹੈ। ਜਦੋਂ ਦੀ ਤੁਸੀਂ ਗੱਲ ਕਰਦੇ ਆ, ਅੰਗੂਠਾ ਤਾਂ ਪੜ੍ਹਨਾ ਹੀ ਅਸੀਂ ਬਹੁਤ ਲੇਟ ਸਿੱਖਿਆ। ਅੰਗੂਠਾ ਤਾਂ ਅਸੀਂ ਬਾਹਲਾ ਲੇਟ ਪੜ੍ਹਨਾ ਸਿੱਖਿਆ। ਦਸਖਤ ਪੜ੍ਹਨੇ ਪਹਿਲਾਂ ਸਿੱਖੇ ਆ, ਉਸ ਤੋਂ ਬਾਅਦ ਅੰਗੂਠਾ ਤਾਂ ਬਹੁਤ ਲੇਟ ਪੜ੍ਹਨਾ ਸਿੱਖਿਆ। ਅੰਗੂਠੇ 'ਚ ਤਾਂ ਸਾਡਾ ਸਾਰਾ ਕੁਝ ਹੀ ਲਿਖਿਆ ਪਿਆ। ਹੁਣ ਜਿਹੜੇ ਵਿਗਿਆਨ ਨੂੰ ਵਰਤਦੇ ਆ, ਉਹਨਾਂ ਨੂੰ ਪਤਾ ਵੀ ਆਧਾਰ ਕਾਰਡ ਸਾਡਾ ਅੰਗੂਠੇ ਦੇ ਨਾਲ ਸੰਬੰਧਿਤ ਹੈ। ਹੋ ਸਕਦਾ ਆਧਾਰ ਕਾਰਡ 'ਚੋਂ ਤੁਹਾਡੀਆਂ ਅੱਧੀਆਂ ਜਾਣਕਾਰੀਆਂ ਤਾਂ ਉਹਨਾਂ ਨੇ ਆਧਾਰ ਕਾਰਡ 'ਚੋਂ ਹੀ ਚੱਕ ਲਈਆਂ ਹੋਣੀਆਂ ਵੀ ਇਹ ਕੀ ਆ, ਕੀ ਸਮਾਚਾਰ ਆ, ਕਿੱਥੋਂ ਦਾ ਜੰਪ ਵਾਲਾ, ਕੀ ਗੱਲਬਾਤ ਆ। ਆਸੇ ਪਾਸੇ ਸਾਰੀ ਜਾਣਕਾਰੀ ਲਈ ਜਾ ਸਕਦੀ ਹੈ, ਕੋਈ ਰੌਲਾ ਨਹੀਂ। ਪਰ ਕਦੇ ਵੀ ਇਹ ਗੱਲ ਮੈਂ ਤੁਹਾਨੂੰ ਜਦੋਂ ਦੱਸਦਾ ਵੀ ਜਦੋਂ ਆਪਾਂ ਕਿਸੇ ਗੱਲ ਦਾ ਇਮਤਿਹਾਨ ਲੈਂਦੇ ਆ ਨਾ, ਤੁਸੀਂ ਇਮਤਿਹਾਨ ਲੈ ਕੇ ਵੇਖੋ, ਇਮਤਿਹਾਨ 'ਚ ਪਤਾ ਲੱਗੂਗਾ, ਐਵੇਂ ਨਹੀਂ ਪਤਾ ਲੱਗਣਾ। ਸ਼ੁਕਰੀਆ ਤੁਹਾਡਾ ਪਰਵਿੰਦਰ ਜੀ। ਬਾਕੀ ਬਹੁਤ ਸਾਰੇ ਲਿਸਨਰਸ ਨੇ ਜਿਨ੍ਹਾਂ ਨੂੰ ਮੈਂ ਇਹ ਬੇਨਤੀ ਕਰੂੰਗੀ ਕਿ ਗੱਲ ਪਲੀਜ਼ ਆਪਣੀ ਛੋਟੀ ਰੱਖਿਓ, ਕਿਉਂਕਿ ਅਸੀਂ ਦੂਸਰਾ ਟੌਪਿਕ ਵੀ ਹਾਲੇ ਟੱਚ ਕਰਨਾ ਹੈ। ਸਵਰਨਜੀਤ ਕਹਿਲਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਵੀਰ ਜੀ ਆਪਣੇ ਟੈਕਸੀ ਸੋਸਾਇਟੀ ਤੋਂ ਆਇਆ ਤੇ ਅਸੀਂ ਨਾ ਇੱਥੇ ਇਹਨਾਂ ਨੂੰ ਪੁੱਛਣਾ ਸੀਗਾ ਵੀ ਇਹਨਾਂ ਦਾ ਨਾਮ ਵੀ ਰੱਖਿਆ ਮੇਰਾ ਲੱਖ ਰੁਪਈਆ, ਆਪਣੇ ਲੱਖ ਡਾਲਰ। ਤੇ ਇੱਥੇ ਬਰਨਾਲੇ ਦੇ ਕੋਲੇ ਮੇਰਾ ਖਿਆਲ ਸਰੂਰ ਦੀ ਇੱਕ ਕੁੜੀ ਦਾ ਪੁਨਰਜਨਮ ਹੋਇਆ ਸੀ। ਇਹਨਾਂ ਦਾ ਬਠਿੰਡੇ ਵਾਲੇ ਮੇਘਰਾਜ ਵੀ ਹੈ ਮੇਰਾ ਖਿਆਲ। ਤੇ ਉਹਨਾਂ ਨੂੰ ਕਿਹਾ ਸੀ ਤੁਸੀਂ ਉੱਥੇ ਪਹੁੰਚੋ ਜਾਂ ਸੱਦੋ। ਉਹ ਕਹਿੰਦੇ ਸਾਡੀ 10,000 ਫੀਸ, ਅਸੀਂ ਫੇਰ ਜਾਵਾਂਗੇ। ਜੇ ਉਹ ਮਤਲਬ ਉੱਥੇ ਉਹਦੇ ਪਿਓ ਨੇ ਬਹੁਤ ਜਿੱਦਾਂ ਉਹ ਕੁੜੀ ਨੇ ਸਾਰਾ ਕੁਝ ਜਾ ਕੇ ਦੂਜੇ ਪਿੰਡ ਦੱਸਿਆ, ਸਹੇਲੀਆਂ ਨੂੰ ਪਛਾਣਿਆ, ਪਰ ਇਹ ਜਿੱਦਾਂ ਗਏ ਨਹੀਂ ਉੱਥੇ। ਤੇ ਇਹਨਾਂ ਨੇ ਬਸ 10,000 ਦਿਓਗੇ, 10,000 ਦੇਣ ਨੂੰ ਅਸੀਂ ਤਿਆਰ ਹੈ। ਤੇ ਫਿਰ ਜਿਹੜਾ ਕਿਤੇ ਕੋਈ ਬਿਆਨ ਜਾਰੀ ਕਰ ਦਿੰਦੇ ਸੀ ਵੀ ਕੋਈ ਪੁਨਰਜਨਮ ਹੋ ਸਕਦਾ ਹੈ, ਕਿਤੇ ਕਹਿੰਦੇ ਨਹੀਂ ਹੋ ਸਕਦਾ। ਮਤਲਬ ਜਦੋਂ ਕੋਈ ਅਦਭੁਤ ਤੀਰਾ ਇਹਦਾ ਵਾਪਰਦਾ, ਇਹਨਾਂ ਨੂੰ ਜਾ ਕੇ ਉਹ ਪਹੁੰਚਾਣ ਕਰਕੇ ਆਪ ਦਾ ਜਿਹੜਾ ਪੱਖ ਆ ਉਹ ਤਾਂ ਸਹੀ ਕਰ, ਮਤਲਬ ਇਹ ਗਏ ਹੀ ਨਹੀਂ ਉੱਥੇ ਜੀ। ਦੱਸੋ ਜੀ। ਅਸਲ 'ਚ ਇਹ ਆ ਜਿਹੜੀ ਤੁਸੀਂ 5 ਗਰਾਈਆਂ ਵਾਲੀ ਉਹ ਕੁੜੀ ਦੀ ਗੱਲ ਕਰਦੇ ਆ। 5 ਗਰਾਈਆਂ ਵਾਲੀ ਕੁੜੀ ਦਾ ਡੈਡੀ ਆਪ ਖੁਦ ਪੱਤਰਕਾਰ ਹੈ। ਉਹਦੇ ਪਿੱਛੇ ਕਹਾਣੀ ਬੜੀ ਲੰਮੀ ਹੈ। ਉਹ ਜੇ ਕਹਾਣੀ ਤੁਸੀਂ ਸਮਝਣੀ ਹੈ ਤਾਂ ਮੇਰਾ ਸੁਰਜੀਤ ਦੌਧਰ ਨਾਂ ਜਿਹੜੇ ਅੱਖਰਾਂ ਦੇ ਨਾਲ ਮੇਰੇ ਸਕਰੀਨ 'ਤੇ ਆ ਰਿਹਾ, ਇਹਦੇ ਮੁਤਾਬਕ, ਕਿਉਂਕਿ ਲੰਮੀ ਥੋੜ੍ਹੀ ਜਿਹੀ ਗੱਲ ਹੋ ਜਾਣੀ ਆ ਆਪਣੀ, ਅਤੇ ਮੇਰੀ ਇੱਕ YouTube ਚੈਨਲ ਬਣਾਇਆ ਹੋਇਆ ਸੁਰਜੀਤ ਦੌਧਰ ਨਾਂ ਦਾ, ਉਹਦੇ 'ਤੇ ਉਹ ਸਾਰਾ ਵੇਰਵਾ ਪਾਇਆ ਹੋਇਆ ਅਸਲ 'ਚ ਜਨਮ ਪੁਨਰ ਜਨਮ ਹੁੰਦਾ ਕਿ ਨਹੀਂ ਹੁੰਦਾ, ਜੇ ਹੁੰਦਾ ਤਾਂ ਕਿਉਂ ਹੁੰਦਾ, ਅਤੇ ਉਹਦੇ ਪਿਛਲੇ ਕਾਰਨ ਕੀ ਆ, ਉਹ ਸਾਰਾ ਕੁਛ ਉਹਦੇ 'ਤੇ ਦੱਸਿਆ ਹੋਇਆ। ਇਹ ਇਲਜ਼ਾਮ ਲਾ ਰਹੇ ਆ, ਕਹਿੰਦੇ ਕਿ ਤੁਸੀਂ 10,000 ਮੰਗਦੇ ਹੋ ਤੇ ਉਸ ਤੋਂ ਬਾਅਦ ਜਾਂਦੇ ਹੋ। ਉਹ ਕੀ ਹੈ ਜੀ ਅਸਲ 'ਚ
ਸਾਡਾ 10,000 ਰੁਪਈਆ ਰੱਖਿਆ ਹੋਇਆ, ਇਹਦੇ 'ਚ ਕੋਈ ਰੌਲਾ ਨਹੀਂ। ਉਹ ਰੱਖਿਆ ਹੋਇਆ ਸਿਰਫ ਵੀ ਸਾਨੂੰ ਜਦੋਂ ਅਸੀਂ ਕੋਈ ਪ੍ਰਬੰਧ ਕਰਦੇ ਹਾਂ ਨਾ, ਸਾਨੂੰ ਪ੍ਰਬੰਧ ਕਰਨਾ ਪੈਂਦਾ। ਕਿਸੇ ਦੇ ਨਾਲ ਕਿਸੇ ਜੋਤਸ਼ੀ ਨੇ ਜਾਂ ਕਿਸੇ ਨੇ ਵੀ ਸਾਡੇ ਨਾਲ ਕੋਈ ਚੈਲੰਜ ਕਬੂਲ ਕਰ ਲਿਆ, ਉਹ ਚੈਲੰਜ ਕਬੂਲ ਕਰਨ ਵਾਸਤੇ ਸਾਨੂੰ ਪ੍ਰਬੰਧ ਕਰਨਾ ਪਊਗਾ। ਅੱਛਾ, ਜਿਹੜਾ ਪ੍ਰਬੰਧ ਤੇ ਖਰਚ ਆਉਣਾ 10,000 ਉਹ ਸੁਸਾਇਟੀ ਦਾ ਨਾ ਹੋਵੇ, ਉਹ ਉਸੇ ਦਾ ਹੀ ਹੋਵੇ, ਕਿਉਂਕਿ ਸਾਨੂੰ ਪਤਾ ਵੀ ਜਿੱਤ ਨਹੀਂ ਕੋਈ ਸਕਦਾ। ਅਸੀਂ ਉਹਨੂੰ ਦੇਣਾ 5 ਲੱਖ। ਜਿੱਦੇ ਉਹ 5 ਲੱਖ ਦੇਣਾ, ਉਹਦੇ ਨਾਲ ਹੀ ਉਹਦੀ 10,000 ਰੁਪਈਆ ਉਹ ਸਿਕਿਉਰਿਟੀ ਹੈ। ਓਕੇ, ਉਹ ਨਹੀਂ ਲੈਣਾ ਉਹ ਤੋਂ, ਉਹ ਸਿਰਫ ਸਿਕਿਉਰਿਟੀ ਹੈ। ਇਹਦੇ ਨਾਲ ਦੇ ਮੈਂ ਤੁਹਾਨੂੰ ਦੱਸਦਾ ਵੀ ਨੱਕ ਦੇ ਨਾਲ ਸੁੰਘਣ ਵਾਲਿਆਂ ਦਾ ਸਾਨੂੰ ਚੈਲੰਜ ਪਿੱਛੇ ਆਇਆ ਸੀ ਪਿਛਲੇ ਸਾਲ। ਉਹਦੀ ਮੈਂ ਇੱਥੇ ਗੱਲ ਕਰਨੀ ਸਾਨੂੰ ਜ਼ਰੂਰੀ। ਨੱਕ ਦੇ ਨਾਲ ਉਹ ਕਹਿੰਦੇ ਸਾਡੇ ਬੱਚੇ ਹੁਣ ਪੜ੍ਹੇ ਲਿਖੇ ਸੀ ਸਾਰੇ, ਉਹ ਕੀ ਸੁੰਘ ਲੈਂਦੇ ਨੱਕ ਦੇ ਨਾਲ? ਨੱਕ ਦੇ ਨਾਲ ਸੁੰਘ ਕੇ ਸਾਡੇ ਬੱਚੇ ਪੜ੍ਹਦੇ ਆ, ਉਹ ਕਹਿੰਦੇ ਸੀ ਨੱਕ ਨਾਲ ਸੁੰਘ ਕੇ ਪੜ੍ਹਦੇ ਆ। ਹਾਂਜੀ, ਜੋ ਉਹ ਲਿਖਿਆ ਹੋਇਆ ਪੜ੍ਹਨਗੇ, ਨੱਕ ਦੇ ਨਾਲ ਸੁੰਘ ਕੇ ਪੜ੍ਹਨਗੇ। ਅੱਛਾ, ਸਾਡੀ ਇਕਾਈ ਨੇ, ਜੀਰਾ ਇਕਾਈ ਨੇ ਉਹਨਾਂ ਦਾ ਚੈਲੰਜ ਐਕਸੈਪਟ ਕਰ ਲਿਆ ਵੀ ਭਾਈ ਅਸੀਂ ਤੁਹਾਨੂੰ 5 ਲੱਖ ਰੁਪਈਆ ਦੇਵਾਂਗੇ ਜੇ ਤੁਹਾਡੇ ਬੱਚੇ ਪੜ੍ਹਨਗੇ। ਕੀ ਮਤਲਬ ਅੱਖਾਂ ਬੰਦ ਹੁੰਦੀਆਂ ਸੀ? ਹਾਂਜੀ, ਅੱਖਾਂ ਬੰਦ ਹੁੰਦੀਆਂ ਤੇ ਨੱਕ ਨਾਲ ਸੁੰਘ ਕੇ ਪੜ੍ਹਦੇ। ਉਹਨਾਂ ਨੇ ਪੜ੍ਹਾ ਕੇ ਦਿਖਾਇਆ ਉੱਥੇ। ਅੱਛਾ, ਆਮ ਲੋਕੀ ਮੰਨ ਗਏ। 11,000 ਰੁਪਈਆ ਬੱਚਿਆਂ ਤੋਂ ਫੀਸ ਲੈ ਲਈ ਵੀ ਤੁਹਾਡੇ ਬੱਚਿਆਂ ਨੂੰ ਵੀ ਅਸੀਂ ਪੜ੍ਹਨ ਲਾ ਦਿਆਂਗੇ। ਸਾਡਾ ਜਿਹੜਾ ਮੱਧ ਵਰਗ ਹੈ ਉਹਦੇ 'ਚ ਹੁੰਦਾ ਵੀ ਸਾਡੇ ਤਾਂ ਬੱਚਿਆਂ ਨੂੰ ਦੇਖ ਕੇ ਪੜ੍ਹਨਾ ਨਹੀਂ ਆਉਂਦਾ, ਕਿੱਥੇ ਨੱਕ ਨਾ ਸੁੰਘਣ ਨੂੰ ਕਹਿੰਦੇ ਇਹ ਪੜ੍ਹਨ ਲੱਗ ਜਾਣਗੇ ਵੀ ਆਹ ਤਾਂ ਗੱਲ ਬਣੀ ਪਈ ਹੈ। 11,000 ਉਹਨਾਂ ਵਾਸਤੇ ਕੀ ਚੀਜ਼ ਸੀ? 11,000 ਰੁਪਈਆ ਫੀਸ ਦੇਤੀ ਉਹਨਾਂ ਨੇ। ਦਾਖਲਾ ਬਹੁਤ ਵੱਡੀ ਪੱਧਰ ਤੇ ਇਹ ਚੱਲਿਆ। ਅੱਛਾ, ਅਸੀਂ ਉਹਨਾਂ ਨੂੰ ਫਿਰ ਚੈਲੰਜ ਜਦੋਂ ਕੀਤਾ ਤੇ ਜਲੰਧਰ ਜਿਹੜਾ ਸਾਡਾ ਹਾਲ ਹੈ, ਗਦਰੀ ਬਾਬਿਆਂ ਦਾ ਹਾਲ, ਉੱਥੇ ਫਿਰ ਇਹ ਚੈਲੰਜ ਅਸੀਂ ਮਤਲਬ ਕੀਤਾ ਸੀਗਾ। ਸਾਨੂੰ ਪਤਾ ਸੀ ਵੀ ਉਹ ਕਿੱਥੋਂ ਪੜ੍ਹ ਸਕਦੇ ਆ। ਅਸੀਂ ਜਦੋਂ ਉਹਨਾਂ ਦੀਆਂ, ਕਿਉਂਕਿ ਆਹ ਜਿਹੜਾ ਨੱਕ ਆ ਸਾਡਾ, ਨੱਕ ਦੀ ਉਚਾਈ ਹੋਣ ਕਰਕੇ ਇਹਦੇ ਨਾਲ ਕੁਛ ਨਾ ਕੁਛ ਹਿੱਸਾ ਸਾਡਾ ਰਹਿ ਜਾਂਦਾ ਜਿਹੜਾ ਸਾਡੀਆਂ ਅੱਖਾਂ ਨੂੰ ਦੇਖਣ ਵਾਸਤੇ ਰਾਹ ਦਿੰਦਾ। ਸਾਨੂੰ ਉਹਦਾ ਪਤਾ ਸੀ। ਅਸੀਂ ਉਹਨਾਂ ਨੂੰ ਉਸ ਹਿਸਾਬ ਦੇ ਨਾਲ ਸਾਰਾ ਕੁਝ ਬੰਦ ਕਰਤਾ। 2 ਬੱਚੇ ਉਹਨਾਂ ਨੇ ਵਾਰੀ ਲਿਆਂਦੇ, ਇੱਕ ਮੁੰਡਾ ਇੱਕ ਕੁੜੀ, ਦੋਨਾਂ ਤੋਂ ਨਹੀਂ ਪੜ੍ਹ ਹੋਇਆ। ਓਕੇ, ਫਿਰ ਉਹਨਾਂ ਨੂੰ ਇਹ ਵੀ ਆਪਸ਼ਨ ਦਿੱਤੀ ਵੀ ਤੁਸੀਂ ਚੱਲ ਆਈਂ ਦੱਸ ਦਿਓ ਅੰਗਰੇਜ਼ੀ 'ਚ ਕਿ ਪੰਜਾਬੀ 'ਚ ਕੀ ਹੈ ਤੁਹਾਡੇ ਮੂਹਰੇ, ਚੱਲ ਤੁਸੀਂ ਆਈਂ ਦੱਸ ਦਿਓ ਕਿਹੜੇ ਰੰਗ ਦਾ ਕਾਗਜ਼ ਹੈ। ਕੁਛ ਨਹੀਂ ਦੱਸ ਹੋਇਆ, ਕਿਉਂਕਿ ਸਾਨੂੰ ਪਤਾ ਸੀ ਵੀ ਨੱਕ ਨਾਲ ਨਹੀਂ, ਨੱਕ ਦਾ ਕੰਮ ਸੁੰਘਣਾ ਹੈ, ਨੱਕ ਦਾ ਕੰਮ ਪੜ੍ਹਨਾ ਨੀਗਾ। ਸਾਡਾ ਵਿਗਿਆਨ ਸਾਨੂੰ ਦੱਸਦਾ ਸੀ। ਇਸੇ ਕਰਕੇ ਉਹਨਾਂ ਦਾ ਚੈਲੰਜ, ਉਹ 10,000 ਰੁਪਈਆ ਹਾਰ ਕੇ ਗਏ ਜੀ ਉੱਥੇ। ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਕੋਈ ਇਦਾਂ ਦਾ ਦਾਅਵਾ ਤਾਂ ਨਹੀਂ ਉਹਨਾਂ ਨੇ ਦਾਅਵਾ ਕਾਹਦਾ ਕਰਨਾ ਸੀ? ਉਹਨਾਂ ਦੀਆਂ ਉੱਥੇ ਨਾਲੇ ਉਹਨਾਂ ਤੋਂ ਗਲਤੀ ਲਿਖਾਈ, ਨਾਲੇ ਸਾਰਾ ਕੁਝ ਲਿਖਾਇਆ, ਨਾਲੇ ਉਹਨਾਂ ਨੂੰ ਪੰਜਾਬ 'ਚੋਂ ਭਜਾਇਆ। ਹੁਣ ਵੀ ਦੱਖਣ 'ਚੋਂ ਕਰੀ ਜਾਂਦੇ ਅਜੇ ਵੀ, ਜਿੱਥੇ ਲੋਕ ਥੋੜ੍ਹੇ ਜਿਹੇ ਵਿਚਾਰੇ ਉਹੋ ਜਿਹੇ ਉੱਥੇ ਕਰੀ ਜਾਂਦੇ ਅਜੇ ਵੀ। ਸੁਰਜੀਤ ਜੀ, ਮੈਂ ਚਾਹੁੰਦੀ ਹਾਂ ਕਿ ਥੋੜ੍ਹਾ ਜਿਹਾ ਵਾਸਤੂ ਕਲਾ ਬਾਰੇ ਵੀ ਆਪਾਂ ਗੱਲ ਕਰਨੀ ਸ਼ੁਰੂ ਕਰ ਦਈਏ, ਕਿਉਂਕਿ ਸਮਾਂ ਆਪਣੇ ਕੋਲ ਘਟਦਾ ਜਾ ਰਿਹਾ। ਵਾਸਤੂ ਸ਼ਾਸਤਰ ਅੱਜ ਕੱਲ੍ਹ ਬਹੁਤ ਸਾਰੇ ਲੋਕਾਂ ਨੇ ਘਰਾਂ ਦੇ ਵਿੱਚ ਆਪਣੇ ਢਾਹ ਢੁਆਈ ਕਰ ਦਿੱਤੀ। ਵਾਸ਼ਰੂਮ ਪੱਟ ਕੇ ਇੱਧਰ ਕਰ ਦਿੱਤਾ, ਰਸੋਈ ਪੱਟ ਕੇ ਇੱਧਰ ਕਰ ਦਿੱਤੀ। ਜਦੋਂ ਆ ਕੇ ਤੁਹਾਨੂੰ ਇਹ ਦੱਸਿਆ ਜਾਂਦਾ ਕਿ ਤੁਹਾਡਾ ਆਹ ਚੀਜ਼ ਸਹੀ ਨਹੀਂ ਆ, ਉਹ ਚੀਜ਼ ਸਹੀ ਨਹੀਂ ਹੈ। ਇੱਥੇ ਵੀ ਹੁਣ ਲੋਕ ਜਦੋਂ ਘਰ ਖਰੀਦਣ ਜਾਂਦੇ ਆ, ਜਾ ਕੇ ਇਹ ਚੀਜ਼ ਪਹਿਲਾਂ ਦੇਖਦੇ ਆ ਕਿ ਭਾਈ ਰਸੋਈ ਦਾ ਮੂੰਹ ਕਿੱਧਰ ਨੂੰ ਆ, ਵਾਸ਼ਰੂਮ ਕਿੱਧਰ ਨੂੰ ਆ, ਜਾਂ ਕੋਈ ਇਸ ਤਰ੍ਹਾਂ ਦਾ ਸਪੈਸ਼ਲਿਸਟ ਵੀ ਨਾਲ ਲੈ ਕੇ ਜਾਂਦੇ ਆ ਕਿ ਜਿਹੜਾ ਇਹ ਦੱਸ ਸਕੇ ਵੀ ਇਹ ਭਾਈ ਘਰ ਸਹੀ ਰਹੂਗਾ ਕਿ ਨਹੀਂ ਰਹੂਗਾ। ਇਹ ਸਾਡੇ ਨਹੀਂ, ਈਵਨ ਜਿਹੜੇ ਚਾਈਨੀਜ਼ ਕਮਿਊਨਿਟੀ ਆ ਉਹ ਵੀ ਬਹੁਤ ਇਸ ਚੀਜ਼ ਦਾ ਖਿਆਲ ਕਰਦੇ ਆ ਕਿ ਵੀ ਘਰ ਦੀ ਸਥਿਤੀ ਕੀ ਹੈਗੀ ਆ, ਜਾਂ ਲੋਟ ਦਾ ਸਾਈਜ਼ ਕਿਹੋ ਜਿਹਾ ਹੈਗਾ। ਇਹਦੇ ਬਾਰੇ ਦੱਸੋ। ਹੁਣ ਬ੍ਰਹਮਾ ਜੀ ਨੇ ਤ੍ਰੇਤਾ ਯੁੱਗ 'ਚ ਇੱਕ ਕਾਏ ਮਨੁੱਖ ਪੈਦਾ ਕਰ ਲਿਆ। ਇਹਦੀ ਕਹਾਣੀ ਸੁਣਾਉਣਾ ਮੈਂ ਤੁਹਾਨੂੰ, ਕਿੱਥੋਂ ਸ਼ੁਰੂ ਹੁੰਦਾ ਹੈ। ਉਹ ਮਹਾਕਾਏ ਜਦੋਂ ਮਨੁੱਖ ਉਹ ਵੇਖਿਆ, ਦੇਵਤਿਆਂ ਨੇ ਬਹੁਤ ਵੱਡਾ ਮਨੁੱਖ ਖੜਾ ਵੀ ਇਹ ਤਾਂ ਸਾਰਿਆਂ ਦੇਵਤਿਆਂ ਨੂੰ ਚੱਕ ਦੂ, ਖਾ ਜੂਗਾ, ਮਤਲਬ ਹਰਾ ਹੀ ਨਹੀਂ ਸਕਦੇ ਏਡੇ ਦੇਵਤੇ ਨੂੰ ਤਾਂ। ਓਕੇ, ਉਹਨਾਂ ਨੇ ਫਿਰ ਕੀ ਕੀਤਾ, ਉਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਉਹਨਾਂ ਨੇ ਕਿਹਾ ਵੀ ਹੁਣੇ ਬੱਚੇ ਨੂੰ ਹੀ ਦੱਬ ਲਈਏ ਆਪਾਂ। ਉਹਨੂੰ ਸੱਟ ਕੇ ਧਰਤੀ 'ਤੇ ਦੱਬ ਲਿਆ। ਫਿਰ ਉਹ ਦੇਵਤੇ ਕਹਿੰਦੇ ਆ ਵੀ ਇਹ ਜੀ ਅਸਲ 'ਚ ਕਹਾਣੀ ਕੀ ਆ, ਵੀ ਇਹ ਉਹ ਆਂਦਾ ਵੀ ਇਹ ਅਸਲ 'ਚ ਵਾਸਤੂ ਪੁਰਸ਼ ਹੈ। ਅੱਛਾ, ਵੀ ਅੱਜ ਤੋਂ ਬਾਅਦ ਉਹ ਆਂਦਾ ਮੈਨੂੰ ਦੇਵਤੇ ਮਾਰਦੇ, ਉਹ ਮਾਰਦੇ ਨਹੀਂ, ਤੇਰੀ ਪੂਜਾ ਹੋਇਆ ਕਰੂਗੀ। ਤੇਰੀ ਪੂਜਾ ਵੇਲੇ ਜਿਹੜੀ ਵੀ ਪਾਸੇ ਤੇ ਜਿਹੜਾ ਦੇਵਤਾ ਬੈਠਾ, ਉਸ ਦੇਵਤੇ ਦਾ ਉਸ ਪਾਸੇ ਹੀ ਸਥਾਨ ਰੱਖਣਾ ਪਊਗਾ। ਉਹਦੇ 'ਚ ਕਿਵੇਂ ਤੁਸੀਂ ਪੂਜਾ ਸਥਾਨ ਰੱਖਣਾ, ਕਿਹੜਾ ਕੀ ਪਾਸੇ ਰੱਖਣਾ, ਇਹ ਤਾਂ ਹੈ ਇਹਦਾ ਜੀ ਪਿਛੋਕੜ। ਅੱਛਾ, ਹੁਣ ਆਪਾਂ ਆਉਂਦੇ ਆ ਸਾਡੇ ਪੰਜਾਬ ਦੇ ਪਿੰਡਾਂ 'ਚ ਇਸ ਪਿਛੋਕੜ ਨਾਲ ਵਸੇ ਹੋਏ। ਉਹਨੂੰ ਦੱਬ ਦਿੱਤਾ ਗਿਆ ਸੀ, ਜਿਹੜੀ ਮਿੱਥ ਉਹ ਜਿਹੜੀ ਦਿਸ਼ਾ 'ਚ ਦੱਬਤਾ, ਜਿਵੇਂ ਦੱਬਤਾ ਉਸ ਦਿਸ਼ਾਵਾਂ ਦੇ ਨਾਲ ਹੀ ਉਹ ਉਵੇਂ ਹੀ ਹਜੇ ਵੀ ਸਾਡੀਆਂ ਕਿਤਾਬਾਂ 'ਤੇ ਉਸੇ ਤਰ੍ਹਾਂ ਉਹ ਬਣਿਆ ਹੋਇਆ। ਸੋ ਇਹ ਮਿਥਿਹਾਸ ਹੈ, ਇਹ ਮਿਥਿਹਾਸ ਹੈ। ਅਗਲੀ ਹੁਣ ਆਪਾਂ ਗੱਲ ਕਰਦੇ ਹਾਂ ਸਾਡੇ ਪੰਜਾਬ ਦੇ ਬੱਝੇ ਹੋਏ ਪਿੰਡਾਂ 'ਤੇ ਵਾਸਤੂ ਸ਼ਾਸਤਰ ਦਾ ਪ੍ਰਭਾਵ। ਸਾਰੇ ਪਿੰਡ ਵਾਸੀ ਆਪਦੇ ਪਿੰਡ 'ਚ ਆਪਦਾ ਧਿਆਨ ਲੈ ਜਾਓ। ਸਾਰੇ ਪਿੰਡਾਂ ਦੇ ਵਿੱਚ ਮਜ਼੍ਹਬੀ ਸਿੱਖ ਆ ਜਿਹੜੇ ਉਹ ਦੱਖਣ 'ਚ ਬੈਠੇ ਆ। ਸਾਰੇ ਪਿੰਡਾਂ ਦੇ ਵਿੱਚ ਹੱਡਾ ਰੋੜੀ ਵੀ ਦੱਖਣ 'ਚ ਆ। ਅੱਛਾ, ਹੱਡਾ ਰੋੜੀ ਤੇ ਮਜ਼੍ਹਬੀ ਸਿੱਖਾਂ ਦਾ ਦੱਖਣ ਦੇ ਵਿੱਚ ਬਿਠਾਉਣਾ, ਵਾਸਤੂ ਸ਼ਾਸਤਰ ਮੁਤਾਬਕ ਦੱਖਣ ਦੀ ਹਵਾ ਘੱਟ ਚੱਲਦੀ ਸੀ,
ਹਾਡਾ ਰੋੜੀ ਦੀ ਜਿਹੜੀ Smell ਸੀ, ਬਦਬੂ ਆ ਬਦਬੂ। ਉਹ ਵੀ ਨਹੀਂ ਆਉਣੀ ਚਾਹੀਦੀ ਸੀ। ਜਿਹੜਾ ਮਜ਼੍ਹਬੀ ਸਿੱਖਾਂ ਦਾ ਕੱਢੀ ਹੋਈ ਹਵਾੜ ਹੈ ਜੀ ਤੋਂ ਪੰਡਤ ਲਾਣਾ ਚੱਲਦਾ ਸੀ, ਉਹ ਵੀ ਪਿੰਡ ਵੱਲ ਨੂੰ ਆਉਣੀ ਨਹੀਂ ਸੀ ਚਾਹੀਦੀ। ਇਸ ਕਰਕੇ ਉਹ ਸਾਰੇ ਉਸ ਹਿਸਾਬ ਦੇ ਨਾਲ ਬੰਨੇ ਹੋਏ ਸਾਡੇ ਪਿੰਡ ਵੀ ਆ। ਅਸਲ 'ਚ ਕਹਾਣੀ ਕੀ ਆ, ਜੀ ਜਿਵੇਂ ਤੁਸੀਂ ਇੱਥੇ ਕੋਈ ਮਕਾਨ ਬਣਾਓਗੇ, ਤੁਸੀਂ ਉਸ ਮਕਾਨ ਨੂੰ ਬਣਾਉਣ ਵੇਲੇ ਵੱਧ ਤੋਂ ਵੱਧ ਧੁੱਪ ਦੀ ਐਂਟਰੀ ਭਾਲੋਗੇ, ਠੀਕ ਹੈ। ਕਿਉਂਕਿ ਠੰਡੇ ਮੁਲਕਾਂ ਦੇ ਵਿੱਚ ਸਾਰਿਆਂ 'ਚ ਹੀ ਧੁੱਪ ਦੀ ਐਂਟਰੀ ਉਸੇ ਪਾਸੇ ਬਾਰ-ਬਾਰੀਆਂ ਵੱਧ ਰੱਖੀਆਂ ਜਾਂਦੀਆਂ, ਉਸੇ ਪਾਸੇ ਇੱਧਰ ਮਤਲਬ ਵੱਧ ਤੋਂ ਵੱਧ ਐਂਟਰੀ ਧੁੱਪ ਵਾਲੇ ਪਾਸੇ ਰੱਖੀ ਜਾਂਦੀ ਵੀ ਧੁੱਪ ਦੀ ਐਂਟਰੀ ਸਾਡੇ ਪਰਿਵਾਰ ਮਕਾਨਾਂ 'ਚ ਹੋਵੇ। ਜਿਹੜੇ ਅਸੀਂ ਗਰਮ ਮੁਲਕਾਂ ਦੇ ਵਿੱਚ ਦੱਖਣੀ ਅਫਰੀਕਾ ਵਗੈਰੇ ਜਿੱਥੇ ਉੱਥੇ ਆਪਣੀ ਭੂ ਮੱਧ ਰੇਖਾ 'ਤੇ ਮਕਾਨ ਬਣਾਉਣੇ ਆ, ਉਹਨਾਂ ਸਾਰਿਆਂ ਦੀਆਂ ਦਿਸ਼ਾਵਾਂ ਜਿਹੜੀਆਂ ਉਹ ਉੱਤਰ ਵੱਲ ਰੱਖੀਆਂ ਜਾਂਦੀਆਂ। ਕਿਉਂਕਿ ਉਹਨਾਂ ਨੂੰ ਧੁੱਪ ਦੀ ਲੋੜ ਨਹੀਂ, ਉਹਨਾਂ ਨੂੰ ਛਾਂ ਦੀ ਲੋੜ ਆ ਵੱਧ ਤੋਂ ਵੱਧ। ਹਰ ਥਾਂ 'ਤੇ ਜਿੱਥੇ ਵੀ ਅਸੀਂ ਵੱਸਦੇ ਹਾਂ ਉਹਦੇ ਮੁਤਾਬਕ ਸਾਡੇ ਉਹਨਾਂ ਬੁੱਧੀਜੀਵੀਆਂ ਦੀਆਂ ਉਹ ਦੱਸੀਆਂ ਹੋਈਆਂ ਸਾਨੂੰ ਗੱਲਾਂ, ਕਿਹੜੀ ਦਿਸ਼ਾ ਦੇ ਵਿੱਚੋਂ ਸੇਕ ਜ਼ਿਆਦਾ ਆਉਂਦਾ, ਕਿਹੜੀ ਦਿਸ਼ਾ ਦੇ ਵਿੱਚੋਂ ਮੀਂਹ ਦਾ ਪ੍ਰਭਾਵ ਜ਼ਿਆਦਾ ਆ, ਕਿਹੜੀ ਦਿਸ਼ਾ ਦੇ ਵਿੱਚੋਂ ਸੈੱਲ ਦਾ ਪ੍ਰਭਾਵ ਜ਼ਿਆਦਾ ਆ, ਕਿਹੜੀ ਦਿਸ਼ਾ ਦੇ ਵਿੱਚੋਂ ਕਿਹੜਾ ਪ੍ਰਭਾਵ ਜ਼ਿਆਦਾ ਆ, ਉਹਨਾਂ ਸਾਰਿਆਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਵਾਸਤੂ ਸ਼ਾਸਤਰ ਇੱਕ ਕਲਾ ਸੀ, ਇੱਕ ਘਰ ਬਣਾਉਣ ਵਾਸਤੇ ਦੱਸਣ ਦਾ ਢੰਗ ਤਰੀਕਾ ਸੀ। ਪਰ ਹੁਣ ਜੇਕਰ ਆਪਾਂ ਦੇਖੀਏ ਤਾਂ ਜਿਹੜੀਆਂ ਮਲਟੀ ਸਟੋਰੀ ਬਿਲਡਿੰਗਸ ਬਣਦੀਆਂ ਉਹਨਾਂ ਦੇ ਵਿੱਚ ਉਹ ਕਈ ਵਾਰੀ 100 ਮੰਜ਼ਿਲ ਵੀ ਹੁੰਦੀ ਆ, 50 ਮੰਜ਼ਿਲਾਂ ਵੀ ਹੁੰਦੀਆਂ। ਉਹਨਾਂ ਦੇ ਇੱਕੋ ਪਾਸੇ ਬਾਥਰੂਮ ਹੁੰਦਾ, ਇੱਕੋ ਪਾਸੇ ਰਸੋਈ ਹੁੰਦੀ ਆ, ਇੱਕੋ ਪਾਸੇ ਬੈੱਡਰੂਮ ਹੁੰਦਾ। ਸੋ ਉਹਦਾ ਵੀ ਸਾਇੰਟੀਫਿਕ ਆਧਾਰ ਸੀ ਜਿਹਨੂੰ ਕਿ ਬਾਅਦ ਦੇ ਵਿੱਚ ਉਹਨੂੰ ਵਪਾਰ ਵਾਲੇ ਪਾਸੇ ਬਣਾ ਲਿਆ। ਹਾਂਜੀ, ਅਸਲ 'ਚ ਇਹ ਆ ਵੀ ਉਹਦੇ ਵਿੱਚ ਹੁਣ ਤੁਸੀਂ ਜਦੋਂ ਮਲਟੀ ਸਟੋਰੀ ਬਿਲਡਿੰਗ ਦੇ ਵਿੱਚ ਦੇਖੋਗੇ ਉੱਥੇ ਹੀ ਕਰਜ਼ੇ 'ਚ ਗ੍ਰਸਿਤ ਪਰਿਵਾਰ ਬੈਠੇ ਆ, ਉੱਥੇ ਹੀ ਵਿਧਵਾ ਔਰਤ ਬੈਠੀ ਆ, ਉੱਥੇ ਰੋਣ ਧੋਣ ਵਾਲੇ ਬੈਠੇ ਆ, ਉੱਥੇ ਅਮੀਰ ਬੈਠੇ, ਉੱਥੇ ਗਰੀਬ, ਸਾਰੇ ਕਿਸਮ ਦੇ ਉਹਦੇ 'ਚ ਬੈਠੇ ਆ। ਹੁਣ ਮੇਰਾ ਸਵਾਲ ਹੈ ਇੱਕ ਇਹਨਾਂ ਵਾਸਤੂ ਸ਼ਾਸਤਰੀਆਂ ਨੂੰ, ਅਸੀਂ ਸਿਰਫ 10 ਘਰਾਂ ਦੇ ਨਕਸ਼ੇ ਦੇਣੇ ਆ, ਨਕਸ਼ੇ ਦੇਖ ਕੇ ਦੱਸਣਾ ਬਈ ਕਿਹੜੇ ਘਰ 'ਚ ਲੜਾਈ ਹੈ, ਕਿਹੜੇ ਘਰ 'ਚ ਕਲੇਸ਼ ਹੈ, ਕਿਹੜੇ ਘਰ ਦੇ ਸਿਰ ਕਰਜ਼ਾ ਹੈ, ਕਿਹੜੇ ਘਰ ਦੇ ਨਹੀਂ ਦੱਸ ਸਕਦੇ। ਇਹ ਜੇ ਇਹ ਨਕਸ਼ਾ ਬਣਾ ਸਕਦੇ ਆ ਤਾਂ ਨਕਸ਼ਾ ਦੇਖ ਕੇ ਕਿਉਂ ਨਹੀਂ ਦੱਸ ਸਕਦੇ ਵੀ ਇਹ ਘਰ ਦੀ ਹਾਲਤ ਕੀ ਹੈ। ਐਗਜ਼ੈਕਟਲੀ, ਸਵਾਲ ਬਹੁਤ ਵਾਜਿਬ ਹੈ। ਸਾਡੇ ਕੁਝ ਲਿਸਨਰਸ ਨੂੰ ਆਪਾਂ ਸੁਣ ਲਈਏ ਪਲੀਜ਼, ਛੋਟੀ ਗੱਲ ਰੱਖਿਓ ਕਿਉਂਕਿ ਖਬਰਾਂ ਦੇ ਬੁਲੇਟਿਨ ਦਾ ਸਮਾਂ ਹੈ। ਗੁਰਦੀਪ ਸਿੰਘ ਜੀ ਔਨ 에ਅਰ ਹੋ ਤੁਸੀਂ? ਓਕੇ, ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੇਖੋ ਭੈਣ ਜੀ, ਇਹਨਾਂ ਦਾ ਜਿਹੜਾ ਕੰਮ ਆ ਬਹੁਤ ਵਧੀਆ ਆ, ਕਿਉਂਕਿ ਸਵਾਲ ਉਸੇ ਦਿਮਾਗ 'ਚ ਆਉਂਦੇ ਆ ਜਿਹੜਾ ਦਿਮਾਗ 'ਚ ਚੱਲਦਾ ਹੁੰਦਾ। ਪਰ ਇਹਨਾਂ ਦਾ ਇੰਨਾ ਪ੍ਰਭਾਵ ਹੋਣ ਦੇ ਬਾਵਜੂਦ ਵੀ ਪੰਜਾਬ ਡੇਰਿਆਂ ਨਾਲ, ਗੁਰਦੁਆਰਿਆਂ ਨਾਲ ਭਰਿਆ ਪਿਆ, ਜੋਤਿਸ਼ੀਆਂ ਨਾਲ ਭਰਿਆ ਪਿਆ ਜੀ। ਉਹਦਾ ਕਾਰਨ ਇਹ ਆ, ਇੰਨੀ ਜਾਗਰੂਕਤਾ ਲਿਆਉਂਦੇ ਆ, ਉਹਦੇ ਸੱਚੇ ਦਿਲੋਂ ਮਿਹਨਤ ਵੀ ਕਰਦੇ ਆ। ਇਹ ਹੋ ਗਏ ਅੰਬੇਡਕਰੀ ਹੋ ਗਏ, ਮੈਂ ਬਹੁਤ ਦੇਖੇ ਆ। ਪਤਾ ਗੱਲ ਕੀ ਆ, ਇਹ ਨਾ ਉਹ ਜਿਹੜਾ ਰੱਬ ਆ, ਜਿਹੜਾ ਜਿੱਦਾਂ ਕਹਿੰਦੇ ਇੱਕ ਝੋਟੇ ਨੂੰ ਮਾਰ ਦਿਓ ਤੇ ਜਿਹੜੇ ਉਹਦੇ ਚਿੱਚੜ ਲੱਗੇ ਉਹ ਸਾਰੇ ਮਰ ਜਾਣੇ, ਇਹ ਉਹਨੂੰ ਨਹੀਂ ਹੱਥ ਪਾਉਂਦੇ। ਕਿਉਂਕਿ ਉੱਥੇ ਹੈਗਾ, ਮੈਂ ਨਹੀਂ ਕਹਿੰਦਾ ਵੀ ਇਹ ਪਾਉਣ, ਮੈਂ ਆਪਣੀ ਵੀ ਗੱਲ ਕਰਾਂ ਤਾਂ ਮੈਂ ਵੀ ਨਾ ਪਾਵਾਂਗਾ, ਕਿਉਂਕਿ ਡਰ ਬਹੁਤ ਆ। ਤੇ ਇਸ ਕਰਕੇ ਇਹ ਗਰਾਊਂਡ ਤੋਂ ਬਾਹਰ ਖੇਡੀ ਜਾਂਦੇ ਆ, ਜਿਹਦਾ ਅਸਰ ਨਹੀਂ ਹੁੰਦਾ। ਤੇ ਪਲੇਅਰ ਉਹੀ ਮੰਨਿਆ ਜਾਂਦਾ ਜਿਹੜਾ ਗਰਾਊਂਡ ਦੇ ਵਿੱਚ ਵੜ ਕੇ ਖੇਡੇ। ਤੇ ਜੇਕਰ ਅੱਜ ਇਹ ਇੰਨਾ ਕਰ ਰਹੇ ਨਾ, ਜੇਕਰ ਕਿਸੇ ਦੇ ਮਗਰ ਹੀ ਲੱਗਣਾ ਅਸੀਂ ਨਹੀਂ ਕਰ ਸਕਦੇ ਸਿੱਧੇ, ਕਿਸੇ ਦੀ ਧਿਰ ਦੇ ਪਿੱਛੇ ਖੜ ਜਾਈਏ, ਉਹ ਅੱਜ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਾ ਜੋ ਕਰ ਰਿਹਾ ਉਹਦੇ ਨਾਲ ਲੱਗਣਾ ਚਾਹੀਦਾ। ਮੇਰਾ ਜਿੱਥੇ ਤੱਕ ਵਿਚਾਰ ਆ, ਇਹ ਕੰਮ ਇਹਨਾਂ ਦਾ ਬਹੁਤ ਸੋਹਣਾ ਆ। ਕੰਮ ਉਹਦਾ ਵੀ ਇਹੀ ਆ, ਕੰਮ ਬਾਬੇ ਨਾਨਕ ਦਾ ਵੀ ਇਹੀ ਸੀ, ਉਹਦੇ ਰੱਬ ਨੂੰ ਮਾਰ ਗਏ, ਪਰ ਅਸੀਂ ਉਹਨੂੰ ਛੱਡਤਾ ਨਾਨਕ ਨੂੰ। ਤੇ ਦੱਸੋ ਜੀ ਕੀ ਕਹੋਗੇ? ਅਸਲ 'ਚ ਸਾਥੀ ਜੀ ਤੁਹਾਡੇ ਵਿਚਾਰ ਬੜੇ ਵਧੀਆ ਹੈ। ਜਦੋਂ ਆਪਾਂ ਕਿਸੇ ਫਸਲ ਦਾ ਬੀਜ ਪਾਉਂਦੇ ਆ ਨਾ, ਜਦੋਂ ਉਹਦਾ ਝਾੜ ਸਾਨੂੰ ਮਿਲਦਾ ਤੇ ਝਾੜ ਤੋਂ ਪਤਾ ਲੱਗਦਾ ਵੀ ਸਾਡੀ ਫਸਲ ਕਿਹੋ ਜਿਹੀ ਹੋਈ ਹੈ। ਅਸੀਂ ਜਿਹੜਾ ਇਹਦਾ ਬੀਜ ਹੈ ਫਸਲ ਦਾ, ਉਹ ਭਾਰਤ ਦੇ ਅਨੁਸਾਰ ਵੇਖੀਏ ਤਾਂ 1984 ਤੋਂ ਸ਼ੁਰੂ ਹੋਇਆ, ਕਿਉਂਕਿ 84 'ਚ ਉਹ ਤੇ ਦੇਵਪੁਰ ਛਾਰਗੇ, ਦੇਵਦੈਂਤ ਤੇ ਰੂਹਾਂ ਦੋਵੇਂ ਕਿਤਾਬਾਂ ਆਈਆਂ। 2011 ਦੀ ਮਰਦਮਸ਼ੁਮਾਰੀ ਦੇ ਵਿੱਚ ਸਾਰੇ ਸੰਸਾਰ ਦਾ ਅੰਕੜਾ ਜੇਕਰ ਮੈਂ ਤੁਹਾਨੂੰ ਦੱਸਾਂ ਤਾਂ 33% ਦੁਨੀਆ 'ਤੇ ਈਸਾਈ ਹੈ, 21% ਮੁਸਲਮਾਨ ਹੈ, 16% ਨਾਨ ਰਿਲੀਜੀਅਸ, 14% ਹਿੰਦੂ, 6% ਚੈਨੀ ਬੋਧੀ ਟ੍ਰੈਡੀਸ਼ਨਲ ਧਰਮ ਹੈ ਇੱਕ ਉੱਥੋਂ ਦਾ, ਅਤੇ 0.36% ਸਿੱਖ ਸਾਰੀ ਦੁਨੀਆ 'ਤੇ। ਜਿਹੜਾ ਅੰਕੜਾ 16% ਵਾਲਾ ਨਾਨ ਰਿਲੀਜੀਅਸ ਵਾਲਾ ਇਹੀ ਵੱਧ ਰਿਹਾ ਹੈ। ਜੇਕਰ 2021 'ਚ ਮਰਦਮਸ਼ੁਮਾਰੀ ਹੁੰਦੀ, ਉਹਦਾ ਕਰੋਨਾ ਕਰਕੇ ਹੋਈ ਨਹੀਂ, ਜੇਕਰ ਹੁੰਦੀ ਤਾਂ 16% ਵਾਲਿਆਂ ਨੇ 21% ਵਾਲਿਆਂ ਨੂੰ ਦੱਬ ਲੈਣਾ ਸੀ, ਕਿਉਂਕਿ 21% ਮੁਸਲਮਾਨ ਆ, 16% ਨਾਨ ਰਿਲੀਜੀਅਸ ਹੈ। ਨਾਨ ਰਿਲੀਜੀਅਸ ਹੀ ਦੁਨੀਆ 'ਤੇ ਵੱਧ ਰਹੇ ਆ, ਇਹ ਸਾਡਾ ਝਾੜ ਦੱਸਦਾ, ਸਾਨੂੰ ਅੰਕੜੇ ਦੱਸਦੇ ਆ। ਅਮਰਜੀਤ ਸੰਧੂ ਜੀ। ਹੈਲੋ। ਹਾਂਜੀ।
ਹਾਂਜੀ ਸਤਿ ਸ਼੍ਰੀ ਅਕਾਲ ਸਤਿ ਜੀ ਸ਼੍ਰੀ ਅਕਾਲ ਦੋਨੋਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਚਲੋ ਮੈਂ ਇਹ ਗੁਰਦੁਆਰਿਆਂ ਦੀ ਗੱਲ ਤਾਂ ਨਹੀਂ ਕਰਨਾ ਚਾਹੁੰਦਾ, ਮੈਂ ਤੇ ਆ ਜਿਹੜੀ ਵਹਿਮ ਤੇ ਭਰਮ ਹੈ ਇਹਨਾਂ ਵਿੱਚੋਂ ਜੇ ਕੱਢੇ ਜਾਣ ਲੋਕ ਤੇ ਇਹ ਬਹੁਤ ਵੱਡੀ ਗੱਲ ਆ। ਮੈਂ ਇੱਥੇ ਇੱਕ ਲਾਟ ਲੈ ਲਿਆ, ਥੋੜਾ ਜਿਹਾ ਘਰ ਹੀ ਸੀਗਾ, ਵੈਸੇ ਲਾਟ ਨਹੀਂ ਸੀ, ਘਰ ਸੀ, ਉਹਦੇ ਵਿੱਚ ਥੋੜਾ ਜਿਹਾ ਉਹ ਅਗਲਾ ਪਾਸਾ ਵਾਈਡ ਸੀ ਤੇ ਪਿਛਲਾ ਪਾਸਾ। ਹੁਣ ਮੈਂ ਤੇ ਆਪਣੇ ਬਾਪ ਤੋਂ ਇਹ ਸਿੱਖਿਆ ਸੀਗਾ ਵੀ ਕੋਈ ਦੁਨੀਆ ਤੇ ਇਹੋ ਜਿਹੀ ਗੱਲ ਕੋਈ ਨਹੀਂ ਹੈਗੀ, ਜੇ ਚਲੋ ਮੰਨਣਾ ਤੇ ਚਲੋ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੈਂ ਮੰਨਦਾ। ਉਹ ਜਦੋਂ ਚਲੋ ਮੈਂ ਤੇ ਲੈ ਲਿਆ ਜੀ, ਪਰ ਜਦੋਂ ਲੱਗੇ ਵੇਚਣ ਉਦੋਂ ਜਿਹੜਾ ਹੀ ਆਵੇ ਘਰ ਨੂੰ ਵੀ ਪਸੰਦ ਕਰੀ ਜਾਵੇ, ਸਭ ਚੀਜ਼ ਨੂੰ ਪਸੰਦ ਕਰੀ ਜਾਵੇ, ਫਿਰ ਕਹਦੇ ਜੀ ਇਹ ਜੀ ਸ਼ੇਰ ਮੂੰਹ ਆ। ਹਾਂਜੀ, ਮੈਂ ਬੜਾ ਹੈਰਾਨ ਇਸ ਗੱਲ ਤੋਂ ਹੋਵਾਂ। ਉਹ ਜੀ ਬੜੀ ਮੁਸ਼ਕਿਲ ਨਾਲ ਘਰ ਵੇਚਿਆ, ਮੁੜ ਕੇ ਮੈਂ ਵੀ ਕੰਨਾਂ ਨੂੰ ਹੱਥ ਲਾਇਆ। ਜਿਹੜੀਆਂ ਇਹ ਪਖੰਡ ਨੇ ਬਈ ਆ ਸ਼ੇਰ ਮੂੰਹਾਂ ਜੀ ਆ ਐ ਆ ਉਹ ਆ ਫਲਾਨਾ ਜੀ ਆ, ਚਲੋ ਇਹ ਤੇ ਗੱਲ ਮੰਨ ਲੈਂਦੇ ਆ ਕਿ ਜੇ ਘਰ ਦਾ ਕੋਈ ਚਲੋ ਧੁੱਪ ਵੱਲ ਦੀ ਗੱਲ ਹੈ ਤੇ ਇਹਨਾਂ ਦੀ ਗੱਲ ਠੀਕ ਹੈਗੀ ਆ। ਜਿਹੜੇ ਲੋਕ ਵਹਿਮਾਂ ਵਿੱਚ ਲੋਕਾਂ ਨੂੰ ਪਾ ਕੇ ਕਹਿੰਦੇ ਨਾ ਤੇ ਮੇਰੇ ਬਾਪ ਨੇ ਕੋਈ ਇਹੋ ਜਿਹੀ ਚੀਜ਼ ਵੇਖੀ ਗਲਤ ਤੇ ਨਾ ਮੈਂ ਵੇਖੀ ਆ, ਤੇ ਜਿਹੜਾ ਦੁਨੀਆ ਤੇ ਪਖੰਡ ਹੈਗਾ ਬਸ ਇਹ ਠੀਕ ਹੈ, ਇਹ ਤੋਂ ਲੋਕਾਂ ਨੂੰ ਬਚਾਉਣਾ ਚਾਹੀਦਾ, ਪਰ ਵੱਧਦਾ ਹੀ ਜਾ ਰਿਹਾ ਵਾ, ਘਟਦਾ ਨਹੀਂ ਜਾ ਰਿਹਾ। ਮੈਂ ਇਹ ਵੇਖਿਆ ਜੀ। ਥੈਂਕ ਯੂ। ਸ਼ੁਕਰੀਆ ਤੁਹਾਡਾ। ਆਹ ਗੱਲ ਜਿਹੜੀ ਇਹਨਾਂ ਨੇ ਕੀਤੀ ਕਿ ਵੱਧਦਾ ਜਾ ਰਿਹਾ, ਘਟ ਨਹੀਂ ਰਿਹਾ ਹੈਗਾ। ਹਾਂਜੀ ਹਾਂਜੀ। ਇੱਕ ਤਾਂ ਮੈਂ ਤੁਹਾਡੀ ਇਹਦੇ ਬਾਰੇ ਟਿੱਪਣੀ ਚਾਹੁੰਦੀ ਹਾਂ। ਹਾਂਜੀ। ਦੂਸਰੀ ਚੀਜ਼ ਇਹ ਵੀ ਮੈਂ ਜ਼ਰੂਰ ਜਾਣਨਾ ਚਾਹੁੰਦੀ ਹਾਂ ਕਿ ਕਿਵੇਂ ਲੋਕ ਇਸ ਚੀਜ਼ ਦੀ ਗ੍ਰਿਪ ਦੇ ਵਿੱਚ ਆ ਜਾਂਦੇ ਆ, ਫਸ ਕਿਵੇਂ ਜਾਂਦੇ ਆ। ਹਾਂਜੀ ਹਾਂਜੀ। ਅੱਜ ਸੁਰਜੀਤ ਦੌਧਰ ਹੁਣਾਂ ਦੇ ਨਾਲ ਜਿਹੜੀ ਗੱਲ ਚੱਲ ਰਹੀ ਹੈ, ਸਾਡੇ ਕਈ ਲਿਸਨਰਸ ਨੇ ਕਾਫੀ ਦੇਰ ਤੋਂ ਹੋਲਡ 'ਤੇ ਨੇ, ਗੱਲ ਕਰਨਾ ਚਾਹੁੰਦੇ ਆ, ਪਰ ਪਲੀਜ਼ ਗੱਲ ਆਪਣੀ ਛੋਟੀ ਰੱਖਿਓ। ਜੇ ਕੋਈ ਜੋਤਸ਼ੀ, ਕਿਉਂਕਿ ਕਿਸੇ ਜੋਤਸ਼ੀ ਨੇ ਹਾਲੇ ਤੱਕ ਕਾਲ ਨਹੀਂ ਕੀਤੀ, ਜੇ ਕੋਈ ਐਸਟ੍ਰੋਲੋਜਰ ਜੋਤਸ਼ੀ ਗੱਲ ਕਰਨਾ ਚਾਹੁੰਦਾ ਹੈ ਜਾਂ ਇਹਨਾਂ ਦੀਆਂ ਗੱਲਾਂ ਬਾਤਾਂ ਨੂੰ ਚੈਲੰਜ ਕਰਨਾ ਚਾਹੁੰਦਾ ਹੈ ਤਾਂ ਵੀ ਜ਼ਰੂਰ ਉਹ ਆਪਣਾ ਪੱਖ ਪੇਸ਼ ਕਰ ਸਕਦਾ ਹੈ, ਕਿਉਂਕਿ ਕਈ ਵਾਰ ਬਾਅਦ ਵਿੱਚ ਇਹ ਗੱਲਾਂ ਹੁੰਦੀਆਂ ਕਿ ਅਸੀਂ ਸਾਇੰਟੀਫਿਕ ਆਧਾਰ ਦੇ ਉੱਤੇ ਗੱਲ ਕਰਦੇ ਹਾਂ ਜਾਂ ਇਹ ਸਾਡੇ ਕਿੱਤੇ ਨੂੰ ਬਦਨਾਮ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਗੱਲ ਵਾਜਬ ਹੈ ਕਿ ਤੁਸੀਂ ਆ ਕੇ ਜ਼ਰੂਰ ਕਰੋ। ਰਘਬੀਰ ਸਿੰਘ ਜੀ, ਬੇਨਤੀ ਛੋਟੀ ਜੀ ਮੈਂ ਵੀ ਕਰਦਾ ਜੀ। ਜੋਤਿਸ਼ ਦਾ ਐਕਸਰੇ ਕਿਤਾਬ ਹੈ ਜਿਹੜੀ ਮੇਰੇ ਕੋਲੇ ਆਨਲਾਈਨ ਵੀ ਪਈ ਆ। ਉਹ ਮਤਲਬ ਜੇ ਕਿਸੇ ਨੇ ਪੜ੍ਹਨੀ ਆ ਤਾਂ ਉਹ ਮੈਨੂੰ WhatsApp ਤੇ ਆਪਦਾ ਸੈਂਡ ਕਰ ਦੇਵੇ ਤੇ ਮੈਂ ਆਨਲਾਈਨ ਭੇਜ ਦੂੰਗਾ ਜੀ ਉਹਨਾਂ। ਠੀਕ ਹੈ, ਇਹਦੇ ਬਾਰੇ PDF ਇਹਦੀ ਹੈਗੀ ਹੈ। ਸੋ ਜੋਤਿਸ਼ ਦਾ ਐਕਸਰੇ ਇਹਨਾਂ ਦੀ ਕਿਤਾਬ ਹੈਗੀ ਸੁਰਜੀਤ ਦੌਧਰ ਹੁਣਾਂ ਦੀ, ਉਹ ਤੁਸੀਂ ਜ਼ਰੂਰ ਪੜ੍ਹ ਸਕਦੇ ਹੋ ਤੇ ਅਖੀਰ 'ਚ ਜਾ ਕੇ ਨੰਬਰ ਵੀ ਦੇ ਦੇਣਗੇ ਜਿੱਥੋਂ ਇਹ ਕਿਤਾਬ ਵੀ ਲਈ ਜਾ ਸਕਦੀ ਹੈ। ਰਘਬੀਰ ਸਿੰਘ ਜੀ ਸਾਡੇ ਨਾਲ ਨੇ। ਹਾਂਜੀ ਰਘਬੀਰ ਜੀ, ਸਤਿ ਸ਼੍ਰੀ ਅਕਾਲ ਜੀ। ਮੈਨੂੰ ਇੱਕ ਗੱਲ ਦੱਸਿਓ, ਇਹਨਾਂ ਪੁੱਛ ਕੇ ਜਾਨੂੰ ਜੇ ਮੁੰਦੀ ਭਾਈ ਦੇਖਦੇ ਹੋ ਕਿੱਥੇ ਦੇਖਦੇ ਆ? ਹਾਂਜੀ, ਮੁੰਦੀ ਭਾਈ ਦੇਖਦੇ ਆ, ਇੱਕ ਮੁੰਦਰੀ ਦੇ ਵਿੱਚ ਦੇਖਦੇ ਆ ਜੀ, ਰਿੰਗ ਦੇ ਵਿੱਚ ਦੇਖਦੇ ਆ। ਹਾਂਜੀ ਸੁਣੀਏ। ਹਾਂਜੀ, ਤੇ ਅਸੀਂ ਉਹਨੂੰ ਪੁੱਛਣ ਗਏ ਸੀ, ਉਹ ਦੱਸਿਆ ਸੀ ਭਈ ਉਹ ਸੋਨੀਪਤ ਚਲਾ ਗਿਆ ਤੇ ਦੇਖ ਦੂ ਕਿ ਉਹ ਪਹਿਲਾਂ ਕਹਿੰਦੀ ਵੀ ਕੱਲ ਨੂੰ ਤੂੰ ਜਾਣਾ ਪਊ ਉੱਥੇ, ਐਡਾ ਦੇਤਾ ਤੇ ਬਾਅਦ ਚੋਂ 2 ਮਿੰਟ ਕਹਿਣ ਲੱਗੀ ਕੁੜੀ, ਉਹ ਕਹਿੰਦੀ ਜਾਇਓ ਦਾ, ਉਹ ਕੱਲ ਨੂੰ 10-11 ਵਜੇ ਆਊਗਾ। ਅੱਛਾ। ਤੇ ਜਿਹੜੇ ਜਿਹਨਾਂ ਕੋਲ ਗਿਆ ਉਹ ਲੈ ਕੇ ਆਉਗੇ ਤੇ ਉਹ ਗੱਡੀ ਦਾ ਗਾਰਡ ਹੈ ਜਿਹਦੇ ਕੋਲ ਮੁੰਡਾ ਹੋਇਆ ਜਾ ਕੇ ਤੇ ਉਹ ਫਿਰ ਨਾਲ ਲੈ ਕੇ ਬਿਠਾ ਲਿਆ ਤੇ ਉਹਨੂੰ ਕੱਲ ਨੂੰ 11 ਜਾਂ 11:30 ਵਜੇ ਲੈ ਕੇ ਆ ਜਾਊਗਾ। ਅੱਛਾ, ਤੁਸੀਂ ਹੋਇਆ ਵੀ ਏਦਾਂ ਹੀ ਮੁੰਦਰੀ ਦੇ ਵਿੱਚ ਦੇਖਿਆ ਸਾਰਾ ਕੁਝ ਹੈ? ਹਾਂ, ਏਦਾਂ ਹੀ ਸਹੀ ਹੋਇਆ ਉਹ। ਇਹਦਾ ਕਿੱਦਾਂ ਕੀ ਚੱਕਰ ਹੈ? ਮੁੰਦਰੀ ਕਿੱਦਾਂ ਦੇਖਦੇ ਆ? ਦੱਸੋ ਜੀ, ਮੁੰਦਰੀ ਚੋਂ ਕਿੱਦਾਂ ਦੇਖੋ ਜੀ, ਮੁੰਦੀ 'ਚ ਦੇਖਣਾ ਚਾਹੇ ਨਹੁੰ ਦੇ ਉੱਤੇ ਇੱਕ ਕਾਲਾ ਤੇਲ ਕਾਲਸ ਲਾ ਕੇ ਜਾਂ ਤੇਲ ਲਾ ਕੇ ਅਸੀਂ ਹਜ਼ਰੈਤ ਕਢਾਉਂਦੇ ਹਾਂ, ਜਾਂ ਅਸੀਂ ਸਮੋਹਿਤ ਕਰਦੇ ਹਾਂ, ਜਾਂ ਅਸੀਂ ਓਸ਼ੋ ਕੋਲੇ ਜਾਂਦੇ ਹਾਂ, ਜਾਂ ਅਸੀਂ ਬ੍ਰਹਮ ਕੁਮਾਰੀਆਂ ਕੋਲੇ ਜਾਂਦੇ ਹਾਂ। ਸਾਰਿਆਂ ਦਾ ਢੰਗ ਤਰੀਕਾ ਸਾਡੇ ਦਿਮਾਗ ਨੂੰ ਪੜ੍ਹਨ ਦਾ ਇੱਕੋ ਹੀ ਹੈ। ਪੜ੍ਹਿਆ ਜਾ ਸਕਦਾ, ਕਿਸੇ ਅਗੰਮੀ ਸ਼ਕਤੀ ਦੇ ਦਰਸ਼ਨ ਕਰਵਾਏ ਜਾ ਸਕਦੇ ਆ। ਤੁਹਾਡੇ ਕੋਲੋਂ ਕੁਛ ਮਤਲਬ ਜਿਵੇਂ ਤੁਹਾਨੂੰ ਜਿਹੜੀ ਉਮਰ ਦੇ ਵਿੱਚ ਅਸੀਂ ਭੇਜਤਾ, ਫਰਜ਼ ਕੀਤਾ, ਹੁਣ ਸਾਡੀ 60 ਸਾਲ ਦੀ ਮੇਰੀ ਉਮਰ ਹੈ, ਮੈਨੂੰ ਸਮੋਹਿਤ ਕਰਤਾ ਨੇ ਕਹਿਤਾ ਵੀ ਤੂੰ 8 ਸਾਲ ਦੇ ਆਪਦੇ ਬੱਚੇ ਜਿਨ੍ਹਾਂ ਨਾਲ ਖੇਡਦਾ ਸੀ, ਜਿਵੇਂ ਖੇਡਦਾ ਸੀ ਉਵੇਂ ਹਰਕਤਾਂ ਕਰੇਗਾ, ਮੈਂ ਉਵੇਂ ਹੀ ਹਰਕਤਾਂ ਕਰੂੰਗਾ। ਉਹ ਅਸੀਂ ਵੀ ਕਰ ਲੈਂਦੇ ਹਾਂ, ਉਹ ਓਸ਼ੋ ਵੀ ਕਰਦਾ, ਉਹ ਬ੍ਰਹਮ ਕੁਮਾਰੀਆਂ ਵੀ ਕਰਦੀਆਂ, ਉਹ ਹਜ਼ਰੈਤ ਕੱਢਣ ਵਾਲੇ ਵੀ ਕਰਦੇ ਆ। ਉਹ ਦਿਮਾਗ ਦਾ ਇੱਕ ਪੱਖ ਹੈ, ਉਹਨੂੰ ਪੜ੍ਹਿਆ ਕਿਵੇਂ ਜਾਂਦਾ। ਮੈਂ ਫੇਰ ਬੇਨਤੀ ਇਹੀ ਕਰੂੰਗਾ, ਕਿਉਂਕਿ ਆਪਣੇ ਕੋਲ ਸਮੇਂ ਦੀ ਘਾਟ ਕਰਕੇ ਇਸੇ ਤੇ ਹੀ ਸਪੈਸ਼ਲ ਵੀਡੀਓ ਮੇਰੀ ਉਹਦੇ ਤੇ ਬਣਾ ਕੇ ਪਾਈ ਹੋਈ ਆ। ਉਹ ਤਕਰੀਬਨ ਪੌਣੇ ਘੰਟੇ ਦੀ ਹੈ। ਅੱਛਾ, ਉਹ ਸਾਰੀ ਵੇਖੀ ਜਾ ਸਕਦੀ ਵੀ ਇਹ ਕਿਵੇਂ ਦੱਸਦੇ ਆ, ਉਹਦਾ ਕਾਰਨ ਕੀ ਆ, ਕਿਹੜੇ ਦਿਮਾਗ 'ਚ ਕੀ ਕੁਝ ਪਿਆ ਹੁੰਦਾ ਤੇ ਕਿਵੇਂ ਪੜ੍ਹਿਆ ਜਾ ਸਕਦਾ। ਤੁਹਾਨੂੰ ਲੱਗਦਾ ਇਹ ਸਿਰਫ ਤੇ ਸਿਰਫ ਹਿਪਨੋਟਾਈਜ਼ ਬਿਲਕੁਲ ਸਮੋਹਨ ਵਿਧੀ ਆ ਇਹ। ਸਮੋਹਨ ਪਰ ਗੱਲ ਤੇ ਇਹ ਆ ਸੁਰਜੀਤ ਜੀ, ਦੇਖੋ ਮੈਂ ਹੁਣ ਆਪਣੇ ਸੁਣਨ
ਵਾਲਿਆਂ ਦਾ ਪੱਖ ਪੇਸ਼ ਕਰਨਾ ਕਰੋ, ਚਾਹੁੰਦੀ ਹਾਂ, ਕਰੋ, ਕਿਉਂਕਿ ਕਰੋ, ਸਾਰੇ ਕਰੋ, ਜਿਹੜੇ ਬਿਲਕੁਲ, ਸੁਣਨ ਵਾਲੇ ਆ ਉਹ ਬਿਲਕੁਲ, ਕਾਲ ਹਾਂਜੀ, ਕਰ ਰਹੇ ਆ। ਬੇਸ਼ੱਕ ਮੈਂ ਸਾਰੀਆਂ ਕਾਲਸ ਵੀ ਲੈ ਨਹੀਂ ਹਾਂਜੀ, ਸਕਦੀ। ਹਾਂਜੀ, ਹਾਂਜੀ, ਇੱਕ ਕਾਲਰ ਆਪਾਂ ਹੋਰ ਲੈ ਲੈਂਦੇ ਹਾਂ, ਹਾਂਜੀ, ਹਾਂਜੀ। ਕਾਫੀ ਦੇਰ ਤੋਂ ਹੋਲਡ ਤੇ ਨੇ। ਜਤਿੰਦਰ ਜੀ। ਹਾਂਜੀ ਮਹਾਰਾਜ, ਆਹ ਵਧੀਆ ਕੀਤਾ ਤੁਸੀਂ ਮੇਰੀ ਕਾਲ ਲੈ ਲਈ, ਪਰ ਹੁਣੀ ਤੁਹਾਨੂੰ ਨਿਰਾਸ਼ਾ ਹੀ ਆ। ਮੈਂ ਹੱਕ ਜਾਂ ਵਿਰੋਧ ਜਾਂ ਕੁਛ ਨਹੀਂ ਜੀ, ਨਾ ਮੈਂ ਇਹਨਾਂ ਦੇ ਹੱਕ 'ਚ ਨਾ ਵਿਰੋਧ 'ਚ। ਇਹਨਾਂ ਨੇ ਇੱਕ ਲਫ਼ਜ਼ ਵਰਤਿਆ ਸੀ, ਉਹ ਰੈਕਟ ਤੇ ਆ, ਕਿ ਜਿਹੜੇ ਪਿੰਡ ਵਸਾਏ ਆ ਉਹ ਬਾਹਮਣ ਲਾਣੇ ਨੂੰ ਬੋ ਆਉਂਦੀ ਸੀ। ਇਹ ਮੈਨੂੰ ਦੱਸੋ ਵੀ ਪੰਜਾਬ 'ਚ ਕਿਹੜੇ ਪਿੰਡ ਜਿਹੜੇ 100% ਬਾਹਮਣ ਆ ਉੱਥੇ ਹੈ ਨਾ, ਇਹ 'ਚ ਹਿੰਮਤ ਸੀ ਤੇ ਸਹੀ ਤਰ੍ਹਾਂ ਕਿਉਂ ਨਹੀਂ ਕਹਿੰਦਾ? ਮਤਲਬ ਕਿ ਬਾਹਮਣ ਲਾਣਾ ਇਹਨੂੰ ਮਤਲਬ ਕੀ ਗੱਲ ਹੈ, ਕਿਉਂ ਇਹ ਗਲਤ ਲਫ਼ਜ਼ ਵਰਤਦੇ ਆ? ਹਾਂਜੀ, ਤੁਸੀਂ ਐਕਸਪਲੇਨ ਕਰੋ ਜੀ, ਐਕਸਪਲੇਨ ਕਰੋ ਜੀ। ਅਸਲ 'ਚ ਅਸੀਂ ਬ੍ਰਾਹਮਣ ਲਾਣਾ ਉਸ ਨੂੰ ਕਹਿੰਦੇ ਆ ਜਿਹੜਾ ਪੁਜਾਰੀ ਦਾ ਕੰਮ ਕਰਦਾ ਹੈ ਜਾਂ ਪੂਜਾ ਖਾਂਦਾ ਹੈ। ਬ੍ਰਾਹਮਣ ਇੱਕ ਸਾਡੇ ਜਾਤੀ ਵੀ ਹੈ, ਉਹਨਾਂ ਬ੍ਰਾਹਮਣਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦਰਜ ਹੈ, ਸਾਰੇ ਸਤਿਕਾਰਤ ਹੈ। ਪਰ ਕਿਉਂਕਿ ਇੱਕ ਸ਼ਬਦ ਜਿਹੜਾ ਸਾਡੇ ਪ੍ਰਚਲਿਤ ਹੋਇਆ ਹੈ, ਉਸ ਸ਼ਬਦ ਦੇ ਮੁਤਾਬਕ ਮੈਂ ਜੇ ਇਹਨਾਂ ਨੂੰ ਸਾਥੀਆਂ ਨੂੰ ਇਸ ਗੱਲ ਦੀ ਕੋਈ ਗੁੱਸਾ ਲੱਗਾ, ਮੈਂ ਉਹਦੀ ਮੁਆਫੀ ਵੀ ਮੰਗਦਾ ਹਾਂ। ਬ੍ਰਾਹਮਣ ਲਾਣੇ ਦੀ ਥਾਂ ਤੇ ਪੁਜਾਰੀ ਸ਼ਬਦ ਵਰਤਿਆ ਜਾਂਦਾ ਤਾਂ ਹੋਰ ਬਿਹਤਰ ਹੋਣਾ ਸੀ, ਚੰਗਾ ਹੋਣਾ ਸੀ। ਕੋਈ ਮੈਨੂੰ ਜਦੋਂ ਕੋਈ ਗੱਲ ਆਪਾਂ ਕਿਉਂਕਿ ਅਕਸਰ ਇਹਨੂੰ ਸਮਾਜ 'ਚ ਜਦੋਂ ਜਨੈਰਿਕ ਤੌਰ ਦੇ ਉੱਤੇ ਬ੍ਰਾਹਮਣਵਾਦ ਜਿਵੇਂ ਆਪਾਂ ਕਹਿ ਦਿੰਦੇ ਹਾਂ। ਹਾਂਜੀ, ਕੋਈ ਰੌਲਾ ਨਹੀਂਗਾ, ਪਰ ਅਸਲ 'ਚ ਪੁਜਾਰੀ ਵਰਗ ਸੀ ਜਿਹੜਾ। ਨਾਲੇ ਜਿਹੜੀ ਪਿੰਡ ਬੰਨਣ ਦੀ ਗੱਲ ਆ ਨਾ, ਜਿਵੇਂ ਇਹ ਕਹਿੰਦੇ ਆ ਪਿੰਡਾਂ 'ਚ ਪੰਡਤ ਹੈ ਨਹੀਂ ਸੀ ਜਾਂ ਕੁਛ ਸੀ, ਪਿੰਡ ਬੰਨੇ ਤਾਂ ਬਹੁਤ ਪੁਰਾਣੇ ਆ। ਮਤਲਬ ਸਾਡਾ ਸਿੱਖ ਧਰਮ ਤਾਂ ਸਮਝ ਲਓ ਤੁਸੀਂ, ਅਸੀਂ 1469 ਈਸਵੀ ਤੋਂ ਗੁਰੂ ਨਾਨਕ ਦੇਵ ਦੇ ਜਨਮ ਤੋਂ ਹੀ ਗੱਲ ਕਰਦੇ ਹਾਂ ਜੀ। ਉਸ ਤੋਂ ਪਹਿਲਾਂ ਜਿਹੜਾ ਇਹ ਸਾਡੇ ਪਿੰਡ ਬੱਝਣ ਦਾ ਜਿਹੜਾ ਹੈਗਾ, ਇਹ ਸਾਰਾ ਹੀ ਉਦੋਂ ਇਸ ਪੁਜਾਰੀ ਵਰਗ ਦੀ ਮੁੱਠੀ 'ਚ ਸੀ। ਤੁਸੀਂ ਵੇਖੋ ਨਾ ਪਿੰਡਾਂ 'ਚ ਉਹਦਾ ਪਿੰਡਾਂ ਦੀਆਂ ਸਾਰੀਆਂ ਜਿਹੜੀਆਂ ਬੰਨੇ ਹੋਏ ਪਿੰਡ ਆ, ਉਹਨਾਂ ਦੀ ਬਣਤਰ ਤਾਂ ਦੇਖੋ ਕੀ ਹੈ। ਬਣਤਰ ਇਹੀ ਹੈ ਸਾਰਿਆਂ ਦੀ। ਤੁਸੀਂ ਪੁਜਾਰੀ ਵਰਗ ਨੂੰ ਉਹ ਪੁਜਾਰੀ ਵਰਗ ਕਹਿਣਾ ਚਾਹੁੰਦੇ ਸੀ? ਬਿਲਕੁਲ ਬਿਲਕੁਲ, ਹਾਂਜੀ ਹਾਂਜੀ, ਠੀਕ ਹੈ। ਹੁਣ ਮੈਂ ਗੱਲ ਕਰ ਰਹੀ ਹਾਂ ਸਾਡੇ ਸੁਣਨ ਵਾਲਿਆਂ ਦੇ ਪੱਖ ਤੋਂ। ਮੈਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਜੇ ਇਹ ਨਹੀਂ ਐਗਜ਼ਿਸਟ ਕਰ ਰਿਹਾ ਤਾਂ ਫਿਰ ਇੰਨੇ ਵੱਡੇ ਲੋਕ ਇਸ ਸਾਰੇ ਕਾਸੇ ਦੀ ਸ਼ਰਨ ਦੇ ਵਿੱਚ ਹੈਗੇ ਆ। ਚਾਹੇ ਤੁਸੀਂ ਕਹਿ ਰਹੇ ਹੋ ਕਿ ਇਹ ਪਖੰਡ ਆ, ਚਾਹੇ ਤੁਸੀਂ ਕਹਿ ਰਹੇ ਹੋ ਕਿ ਇਹ ਸਮੋਹਨ ਕੀਤਾ ਜਾਂਦਾ, ਉਹਨਾਂ ਨੂੰ ਹਿਪਨੋਟਾਈਜ਼ ਕੀਤਾ ਜਾਂਦਾ, ਇਹ ਵਹਿਮ ਆ, ਇਹ ਭਰਮ ਆ। ਇੰਨੀ ਵੱਡੀ ਗਿਣਤੀ ਦੇ ਵਿੱਚ ਕੀ ਲੋਕ ਸਿਰਫ ਇਹ ਭਰਮ ਦੇ ਹੀ ਸ਼ਿਕਾਰ ਨੇ? ਬੜੀ ਹੈਰਾਨੀ ਦੀ ਗੱਲ ਹੈ। ਬਹੁਤ ਜਿਹੜੇ ਪੜ੍ਹੇ ਲਿਖੇ ਲੋਕ ਵੀ ਆ ਨਾ, ਐਜੂਕੇਟਿਡ ਲੋਕ ਵੀ ਆ, ਉਹ ਵੀ ਇਹਨਾਂ ਚੀਜ਼ਾਂ ਨੂੰ ਮੰਨਦੇ ਆ ਤੇ ਇਹਨਾਂ ਚੀਜ਼ਾਂ ਨੂੰ ਹੀ ਉਹ ਪ੍ਰੈਕਟਿਸ ਕਰਦੇ ਆ। ਹਾਂਜੀ ਹਾਂਜੀ ਜੀ। ਮੈਂ ਸਿਰਫ ਇਸ ਮੰਨਣ ਪਿੱਛੇ ਇੱਕ ਉਦਾਹਰਨ ਦੇਵਾਂਗਾ, ਉਸ ਉਦਾਹਰਨ ਦੇ ਨਾਲ ਆਪਾਂ ਨੂੰ ਗੱਲ ਥੋੜ੍ਹੀ ਜਿਹੀ ਸੌਖੀ ਸਮਝ ਆ ਜੂਗੀ। ਅਸੀਂ ਆਮ ਕਰਕੇ ਜਦੋਂ ਨਜ਼ਰ ਦਾ ਵਹਿਮ ਕਰਦੇ ਹਾਂ ਤਾਂ ਅਸੀਂ ਕਾਲਾ ਟਿੱਕਾ ਲਾਉਂਦੇ ਹਾਂ। ਮੇਰੇ ਕੋਲ ਇੱਕ ਬੱਚਾ ਦਾਖਲ ਹੋਣ ਵਾਸਤੇ ਆਇਆ, ਉਹਦੇ ਮੱਥੇ ਤੇ ਕਾਲਾ ਟਿੱਕਾ ਲੱਗਾ, ਗੋਰੇ ਰੰਗ ਦਾ ਬੱਚਾ ਦੂਰੋਂ ਦਿਸੇ, ਤੇ ਮੈਂ ਉਹਦੀ ਮੰਮੀ ਨੂੰ ਰੋਕ ਲਿਆ ਕੋਲੇ। ਮੈਂ ਕਿਹਾ ਪੁੱਤਰ 2 ਮਿੰਟ ਰੁਕ ਜਾ, ਆਪਾਂ ਗੱਲ ਕਰਨੀ ਹੈ। ਉੱਧਰੋਂ ਪ੍ਰੇਅਰ ਖਤਮ ਹੋ ਗਈ, ਉਹ ਬੱਚੇ ਨੂੰ ਮੈਂ ਮੂਹਰੇ ਕਢਿਆ ਕੇ ਮੈਂ ਪੁੱਛਿਆ, ਮੈਂ ਕਿਹਾ ਬੀਬਾ ਇਹ ਕਾਲਾ ਟਿੱਕਾ ਕਾਸ ਨੂੰ ਲਾਇਆ? ਉਹ ਕਹਿੰਦੀ ਜੀ ਇਹਦੇ ਨਾਲ ਨਜ਼ਰ ਨਹੀਂ ਲੱਗਦੀ। ਮੈਂ ਕਿਹਾ ਤੈਨੂੰ ਕਿਹਨੇ ਦੱਸਿਆ? ਆਂਦੀ ਜੀ ਮੇਰੀ ਨਾਨੀ ਨੇ, ਦਾਦੀ ਨੇ, ਚਾਚੀਆਂ ਤਾਈਆਂ ਸਾਰੀਆਂ ਕਹਿੰਦੀਆਂ ਵੀ ਨਜ਼ਰ ਨਹੀਂ ਲੱਗਦੀ। ਹੁਣ ਇਹ ਆ ਪ੍ਰਵਚਨ, ਇਹਨੂੰ ਅਸੀਂ ਪ੍ਰਵਚਨ ਕਹਿੰਦੇ ਹਾਂ ਵੀ ਸੁਣ ਕੇ ਗੱਲ ਨੂੰ ਮੰਨ ਲੈਣਾ, ਪ੍ਰਸ਼ਨ ਨਾ ਕਰਨਾ, ਇਹਨੂੰ ਅਸੀਂ ਪ੍ਰਵਚਨ ਕਹਿੰਦੇ ਹਾਂ। ਮੈਂ ਉਹਦੇ ਨਾਲ ਸੰਵਾਦ ਕੀਤਾ। ਵਾਦ ਵਿਵਾਦ ਕੀ ਸੀ ਮੇਰਾ? ਜੇ ਮੈਂ ਵਾਦ ਵਿਵਾਦ 'ਚ ਪੈਂਦਾ ਵੀ ਮੈਂ ਹੱਥ ਕਾਲਾ ਕਰਦਾ, ਹੱਥ ਗਿੱਲਾ ਕਰਕੇ ਮੱਥੇ ਤੋਂ ਟਿੱਕਾ ਢਾਹ ਦਿੰਦਾ ਤੇ ਕਹਿੰਦਾ ਵੀ ਭਾਵੇਂ ਨਹੀਂ ਨਜ਼ਰਾਂ ਹਟਦੀਆਂ ਹੁੰਦੀਆਂ, ਉਹਦੀ ਕੋਈ ਸਮਝ ਨਹੀਂ ਸੀ ਲੱਗਣੀ। ਪਰ ਮੈਂ ਉਹਦੇ ਨਾਲ ਸੰਵਾਦ ਰਚਾਇਆ। ਸੰਵਾਦ ਕੀ ਸੀ ਬਈ, ਜੇਕਰ ਕਾਲੇ ਟਿੱਕੇ ਨਾਲ ਹਟਦੀ ਆ ਤਾਂ ਕੁੜੀਏ ਸਿਰ ਐਡਾ ਕਾਲਾ ਕੋਲੇ, ਫਿਰ ਟਿੱਕੇ ਨਾਲ ਨਹੀਂ, ਫਿਰ ਸਿਰ ਨਾਲ ਹਟ ਜਾਣੀ ਚਾਹੀਦੀ ਹੈ। ਜਦੋਂ ਅਸੀਂ ਗੱਡੀ ਲੈਂਦੇ ਹਾਂ, ਕੋਈ ਹੋਰ ਚੀਜ਼ ਲੈਂਦੇ ਹਾਂ, ਉਹਦੇ ਮੂਹਰੇ ਜੁੱਤੀ ਬੰਨ੍ਹਦੇ ਹਾਂ ਜਾਂ ਜੁੱਤੀ ਦੀ ਸ਼ਕਲ ਬਣਾਉਂਦੇ ਹਾਂ, ਘਰ ਦੇ ਮੂਹਰੇ ਵੀ ਜੁੱਤੀਆਂ ਟੰਗਦੇ ਨੇ। ਗੱਡੀ ਦੇ ਵਿੱਚ ਬੈਠੇ ਹੁੰਦੇ ਉਹਨਾਂ ਸਾਰਿਆਂ ਦੇ ਪਾਈਆਂ ਹੀ ਹੁੰਦੀਆਂ। ਜੇ ਜੁੱਤੀ ਨਾ ਹਟਣੀ ਹੈ ਤਾਂ ਉਹ ਪਾਈ ਵੀ ਨਹੀਂ ਹਟ ਜਾਣੀ ਚਾਹੀਦੀ ਵੀ ਫਿਰ ਸਾਨੂੰ ਬੰਨਣ ਦੀ ਲੋੜ ਨਹੀਂ। ਅਸਲ 'ਚ ਇਹਦਾ ਜਿਹੜਾ ਨਜ਼ਰ ਦਾ ਪਿਛੋਕੜ ਹੈ, ਜਦੋਂ ਉਹਨੂੰ ਪਿਛੋਕੜ ਦੱਸਦੇ ਗੱਲ ਸਮਝ ਉਦੋਂ ਆਉਂਦੀ ਹੈ। ਉਹਨੂੰ ਪਿਛੋਕੜ ਫਿਰ ਦੱਸਿਆ ਵੀ ਪਿਛੋਕੜ ਨਜ਼ਰ ਦਾ ਪਿਛੋਕੜ ਸੀ। ਨਜ਼ਰ ਦਾ ਜਦੋਂ 1000 ਈਸਵੀ 'ਚ ਗਜਨੀ ਹੋਣਾ ਨੇ ਇੱਥੇ ਚੜ੍ਹਾਈਆਂ ਕੀਤੀਆਂ, ਇੱਥੋਂ ਕੁੜੀਆਂ ਚੱਕ ਕੇ ਜਾਂਦੇ ਰਹੇ, ਆਪਦੇ ਬਾਜ਼ਾਰਾਂ 'ਚ ਲੈ ਜਾਂਦੇ ਸੀ ਚੱਕ ਕੇ। ਮਗਰੋਂ ਉਹਨਾਂ ਨੇ ਇੱਥੇ ਰਾਜ ਸਥਾਪਿਤ ਕਰ ਲਿਆ। ਜਦੋਂ ਰਾਜ ਸਥਾਪਿਤ ਕਰ ਲਿਆ ਤਾਂ ਉਹਨਾਂ ਨੇ ਕੁੜੀਆਂ ਵਾਸਤੇ ਕੁਛ ਤਿਉਹਾਰ ਇਹੋ ਜਿਹੇ ਬਣਾਤੇ ਜਿੱਥੇ ਇਕੱਲੀਆਂ ਕੁਆਰੀਆਂ ਕੁੜੀਆਂ ਜਾਂਦੀਆਂ ਸੀ। ਉੱਥੋਂ ਸੋਹਣੀਆਂ ਕੁੜੀਆਂ ਨੂੰ ਉਹ ਚੱਕ ਕੇ ਲੈ ਜਾਂਦੀ ਸੀ। ਹੁਣ ਰਾਜੇ ਨੂੰ ਤਾਂ ਕੁੜੀ ਵਿਆਹ ਕੇ ਲੋਕ ਕੰਮ ਕਰਕੇ ਢਿੱਡੋਂ ਖੁਸ਼ ਵੀ ਹੁੰਦੇ ਵੀ ਚੱਲ ਸੌਖੀ ਹੋਊਗੀ ਜਾਂ ਕਿਵੇਂ ਹੈ। ਪਰ ਜੇ 80 ਸਾਲ ਦਾ ਰਾਜਾ 15 ਸਾਲ ਦੀ ਕੁੜੀ ਨੂੰ ਚੱਕਦਾ, ਉੱਥੇ ਤਾਂ ਸਾਨੂੰ ਤਕਲੀਫ ਹੁੰਦੀ ਸੀ। ਫਿਰ ਉਹ ਮਰ ਜਾਂਦਾ ਸੀ, ਜਾਂ ਰਾਜਾ ਜਾਂ ਉਹ ਐਲਕਰ ਮਰ ਜਾਂਦੇ ਸੀ। ਜਿੰਨੀਆਂ ਕੁੜੀਆਂ ਵਿਚਾਰੀਆਂ ਹੁੰਦੀਆਂ ਸੀ ਉਹਨਾਂ ਦਾ ਵਸੇਬਾ ਮੁੜ ਕੇ ਬਹੁਤ ਔਖਾ ਹੁੰਦਾ ਸੀ। ਫਿਰ ਉਹ ਸਾਡੀ ਜਿਹੜੀਆਂ ਬੁੱਧੀਜੀਵੀ ਬੀਬੀਆਂ ਨੇ, ਉਹਨਾਂ ਨੇ ਇੱਕ ਢੰਗ ਸੋਚਿਆ ਸੀ। ਇਸ ਜਿਹੜੀ ਨਜ਼ਰ ਦੀ ਗੱਲ ਜਿੱਥੋਂ ਸ਼ੁਰੂ ਹੋਈ ਆ, ਉਹਨਾਂ ਨੇ ਸੋਚਿਆ ਸੀ ਵੀ ਤੁਸੀਂ ਦੀ ਕੁੜੀ ਸੋਹਣੀ ਬਹੁਤ ਆ, ਤੂੰ ਇਹਨੂੰ ਉਹੋ ਜਿਹੇ ਪ੍ਰੋਗਰਾਮ 'ਤੇ ਭੇਜਣ ਲੱਗੀ ਆ ਜਿੱਥੇ ਰਾਜਿਆਂ ਨੇ ਗੇੜਾ ਮਾਰਨਾ। ਤੇਰੀ ਕੁੜੀ ਨੂੰ ਰਾਜੇ ਦੀ ਨਜ਼ਰ ਲੱਗ ਗਈ, ਉਹ ਚੱਕ ਕੇ ਲੈ ਜੂ। ਵੀ ਤੂੰ ਇਹਦੇ ਨੱਕ ਦਾ ਗੰਧ, ਇਹਦੇ ਕੇਸ ਖੋਲ ਕੇ ਇਹਦੇ ਮੂੰਹ 'ਚ ਪਾ ਦੇ, ਇਹਦਾ ਮੂੰਹ ਸਿਰ ਕਿਸੇ ਨਾ ਕਿਸੇ ਪਾਸੋਂ ਕਾਲਾ ਕਰ ਦੇ ਤਾਂ ਕਿ ਰਾਜੇ ਦੀ ਨਜ਼ਰ ਤੇਰੀ ਕੁੜੀ ਨੂੰ ਨਾ ਲੱਗੇ। ਆਹ ਸੀ ਉਹ
ਨਜ਼ਰ ਨਾ ਪਵੇ। ਨਜ਼ਰ, ਹਾਂਜੀ। ਅਸੀਂ ਵੀ ਹੁਣ ਕਾਲਾ ਟਿੱਕਾ ਹੀ ਲਾਉਂਦੇ। ਕਾਲਾ ਹੀ ਉਦੋਂ ਲਾਉਂਦੇ ਸੀ, ਪਰ ਉਹ ਕਾਲਾ ਇੰਨਾ ਕੁ ਨਹੀਂ ਸੀ ਲਾਉਂਦੇ, ਉਹ ਵੱਡਾ ਹਿੱਸਾ ਕਾਲਾ ਕਰਦੇ ਸੀ ਤਾਂ ਕਿ ਕੁੜੀ ਨੂੰ ਰਾਜੇ ਦੀ ਨਜ਼ਰ ਨਾ ਲੱਗ ਜੇ, ਉਹਨੂੰ ਸੋਹਣੀ ਨਾ ਲੱਗੇ, ਉਹਨੂੰ ਕਰੂਪ ਲੱਗੇ। ਪਰ ਸੁਰਜੀਤ ਜੀ ਹੁਣ ਨਜ਼ਰ ਤੋਂ ਬਚਾਉਣ ਦੇ ਲਈ ਕਾਲਾ ਟਿੱਕਾ ਲਾਇਆ ਜਾਂਦਾ, ਹੁਣ ਲੁਕੋ ਕੇ ਲਾਇਆ ਜਾਂਦਾ, ਕੋਈ ਕੰਨ ਦੇ ਪਿੱਛੇ, ਕੰਨ ਦੇ ਮਗਰ ਲਾਉਂਦੇ ਆ, ਕੋਈ ਵਾਲਾਂ ਦੇ ਹੇਠਾਂ ਲਾ ਦਿੰਦਾ। ਉਹੀ ਤਾਂ ਗੱਲ ਹੈ ਨਾ, ਮਤਲਬ ਕੀ ਆ ਵੀ ਅਸਲ 'ਚ ਉਹਦਾ ਪਿਛੋਕੜ ਨਹੀਂ। ਹੁਣ ਅਸੀਂ ਵਿਆਹੁਣ ਜਾਂਦੇ ਗੱਡੀ ਤੇ, ਜਦੋਂ ਵਿਆਹੁਣ ਜਾਂਦੇ ਹਾਂ ਤਾਂ ਮਾਂ ਉਹਦੇ 'ਤੇ ਟਾਇਰਾਂ 'ਤੇ ਪਾਣੀ ਪਾਉਂਦੀ ਹੈ, ਉਹਨੂੰ ਵਿਚਾਰੀ ਨੂੰ ਟਾਇਰਾਂ 'ਤੇ ਪਾਣੀ ਦਾ ਹੀ ਨਹੀਂ ਪਤਾ ਵੀ ਟਾਇਰਾਂ 'ਤੇ ਪਾਣੀ ਕਦੋਂ ਪੈਣ ਲੱਗਾ, ਕੀ ਇਹਦਾ ਪਿਛੋਕੜ ਆ। ਉਹ ਟਾਇਰਾਂ 'ਤੇ ਪਾਣੀ 50 ਲੱਖ ਦੀ ਗੱਡੀ 'ਤੇ ਅਗਲਾ ਵਿਆਹੁਣ ਆਇਆ ਹੁੰਦਾ ਤੇ ਟਾਇਰਾਂ 'ਤੇ ਪਾਣੀ ਪਾਈ ਜਾਂਦੀ, ਉਹਦਾ ਵੀ ਪਿਛੋਕੜ। ਮਤਲਬ ਹਰੇਕ ਰਸਮ ਦਾ ਕੋਈ ਨਾ ਕੋਈ ਪਿਛੋਕੜ ਹੈ। ਸਰਵਾਲਾ ਜਾਂਦਾ ਨਾਲ ਉਹਦਾ ਵੀ ਪਿਛੋਕੜ ਆ, ਜੇ ਅਸੀਂ ਸਰੀਂ ਬੰਨ੍ਹਦੇ ਹਾਂ ਉਹਦਾ ਵੀ ਪਿਛੋਕੜ ਆ, ਜੇ ਅਸੀਂ ਬੱਚੇ ਦੇ ਤੜਾਗੀ ਬੰਨ੍ਹਦੇ ਹਾਂ ਉਹਦਾ ਵੀ ਪਿਛੋਕੜ ਆ। ਹਰ ਚੀਜ਼ ਦਾ ਪਿਛੋਕੜ ਆ, ਪਰ ਪਿਛੋਕੜ ਦੱਸਦਿਆਂ ਆਪਾਂ ਨੂੰ ਬਹੁਤ ਟਾਈਮ ਲੱਗੂਗਾ। ਆਪਾਂ ਇੱਕ ਬੈਠਕ ਹੋਰ ਕਰ ਲਈਏ ਫਿਰ ਗੱਲ ਬਣਨੀ ਹੈ ਜੀ। ਬਿਲਕੁਲ। ਇਹ ਜਿਹੜੇ ਰਿਵਾਜ ਬਣੇ ਹੋਏ ਆ ਸਾਡੇ, ਹੈ ਨਾ, ਜਿਹੜੇ ਅਸੀਂ ਹਮੇਸ਼ਾ ਤੋਂ ਕਰਦੇ ਹੀ ਆਏ ਹਾਂ, ਕਰਦੇ ਆਏ ਹਾਂ, ਇਹਨਾਂ ਨੂੰ ਚੈਲੰਜ ਕਰਨਾ ਬਹੁਤ ਵੱਡੀ ਸਮੱਸਿਆ ਲੱਗਦੀ ਆ। ਹੁਣ ਜੇ ਮੁੰਡਾ ਵਿਆਹ ਕੇ ਆਉਂਦਾ ਆ, ਉਹਦੇ ਲਈ ਵੀ ਪਾਣੀ ਜਾਂ ਦੁੱਧ ਜਿਹੜਾ ਆ ਉਹ ਵਾਰਿਆ ਜਾਂਦਾ। ਹਾਂਜੀ ਹਾਂਜੀ ਹਾਂਜੀ। ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਜਿਹਨਾਂ ਨੂੰ ਪ੍ਰੈਕਟਿਸ ਦੇ ਵਿੱਚ ਅਸੀਂ ਲਗਾਤਾਰ ਲਿਆਉਂਦੇ ਜਾ ਰਹੇ ਹੈਗੀਆਂ। ਖੈਰ, ਮੁੜ ਕੇ ਆਪਾਂ ਇੱਥੇ ਆ ਜਾਈਏ ਕਿ ਜਿੱਥੇ ਜੋਤਿਸ਼ ਤੇ ਵਾਸਤੂ ਕਲਾ, ਇੱਕ ਸਾਡੇ ਲਿਸਨਰ ਨੇ ਗੱਲ ਕੀਤੀ ਸੀ ਕਿ ਜੀ ਇਹ ਗੱਲ ਹੈ ਕਿ ਇਹ ਘਟਣ ਦੀ ਥਾਂ 'ਤੇ ਇਹ ਵਧੀ ਕਿਉਂ ਜਾ ਰਿਹਾ ਹੈ, ਕੌਣ ਲੋਕ ਨੇ ਜਿਹੜੇ ਬਹੁਤ ਈਜ਼ੀਲੀ ਇਹਦੀ ਗ੍ਰਿਫਤ ਦੇ ਵਿੱਚ ਆ ਰਹੇ ਆ, ਅਤੇ ਕਿੱਦਾਂ ਅਸੀਂ ਆਪਣੇ ਆਪ ਨੂੰ ਸੇਵ ਕਰ ਸਕਦੇ ਹਾਂ। ਕਿਹੋ ਜਿਹੇ ਸਵਾਲ ਅਸੀਂ ਆਪਣੇ ਆਪ ਨੂੰ ਪੁੱਛੀਏ ਇਸ ਸਾਰੇ ਕਾਸੇ ਵੱਲ ਨੂੰ ਮੁੜਨ ਤੋਂ ਪਹਿਲਾਂ। ਇਹਦੀ ਵੀ ਮੈਂ ਇੱਕ ਆਧਾਰ ਨਹੀਂ ਦੇਵਾਂਗਾ। ਮੈਂ ਕੁਵੈਤ ਚਲਿਆ ਗਿਆ 20 ਦਿਨ ਵਾਸਤੇ, ਸਿਰਫ ਗਿਆ ਸੀ ਉੱਥੇ। ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣਾ ਸੀ ਜੀ। ਜਦੋਂ ਮੈਂ ਕੁਵੈਤ 'ਚ ਗਿਆ ਤੇ ਉੱਥੇ ਜਿਹੜੇ ਬੰਦੇ ਕੋਲੇ ਮੈਂ ਗਿਆ ਸੀ, ਉਹ ਇੰਟੀਰੀਅਰ ਡੈਕੋਰੇਸ਼ਨ ਦਾ ਕੰਮ ਕਰਦਾ ਕਰਕੇ ਉਹ ਮੈਨੂੰ ਇੱਕ ਸ਼ੇਖ ਦੇ ਘਰੇ ਅਫਸੋਸ ਕਰਨ ਵਾਸਤੇ ਨਾਲ ਲੈ ਗਿਆ। ਉਹਨਾਂ ਦੀ ਕੋਈ ਮੌਤ ਹੋਈ ਵੀ ਸੀ ਉੱਥੇ। ਜਦੋਂ ਉਹ ਅਰਬੀ 'ਚ ਗੱਲਾਂ ਕਰਦੇ ਨੇ, ਮੈਂ ਬਾਹਰ ਪੁੱਛਿਆ ਆ ਕੇ, ਮੈਂ ਕਿਹਾ ਯਾਰ ਇਹਨਾਂ ਦਾ ਅਸਲ 'ਚ ਢੰਗ ਤਰੀਕਾ ਕੀ ਆ, ਜਦੋਂ ਮੌਤ ਹੁੰਦੀ ਆ ਆਪਾਂ ਕੀ ਕਰਦੇ ਹਾਂ ਤੇ ਇਹ ਕੀ ਕਰਦੇ ਆ। ਉਹਨੇ ਦੱਸਿਆ ਉਹਦਾ ਵੀ ਇੱਥੇ ਕੁਛ ਨਹੀਂ ਕਰਨਾ, ਜਦੋਂ ਸਾਡਾ ਕੋਈ ਰਿਲੇਟਿਵ ਬਿਮਾਰ ਹੋ ਗਿਆ ਅਸੀਂ ਹਸਪਤਾਲ ਨੂੰ ਫੋਨ ਕਰਨਾ, ਹਸਪਤਾਲ ਦੀ ਐਂਬੂਲੈਂਸ ਆਊਗੀ, ਆਪੇ ਉਹਨੂੰ ਲੈ ਕੇ ਜਾਊਗੀ। ਜੇ ਅਸੀਂ ਜਾਣਾ ਨਾਲ ਤਾਂ ਵੀ ਠੀਕ ਆ, ਨਹੀਂ ਇਲਾਜ ਕਰਕੇ ਘਰ ਵੀ ਆਪੇ ਛੱਡ ਕੇ ਜਾਊਗੀ। ਅੱਛਾ। ਜੇਕਰ ਉਹਨਾਂ ਨੇ ਇੱਥੋਂ ਇਲਾਜ ਨਹੀਂ ਕਰਾਉਣਾ, ਅਮਰੀਕਾ 'ਚੋਂ ਕਰਾਉਣਾ, ਅਮਰੀਕਾ ਦਾ ਸਾਰਾ ਖਰਚਾ ਕੁਵੈਤ ਸਰਕਾਰ ਦੇਊਗੀ, ਇੱਕ ਬੰਦੇ ਦਾ ਨਾਲ ਸੰਭਾਲਣ ਦਾ ਖਰਚਾ ਵੀ ਸਰਕਾਰ ਦੇਊਗੀ। ਹੁਣ ਉੱਥੇ ਸੋਚਿਆ ਜਾ ਸਕਦਾ ਵੀ ਅਸੀਂ ਕਿਸੇ ਵਹਿਮ ਵਾਲੇ ਕੋਲੇ ਜਾ ਵੜਾਂਗੇ, ਕਿਸੇ ਪਾਂਡੇ ਕੋਲੇ ਜਾ ਵੜਾਂਗੇ, ਕਿਸੇ ਜੋਤਸ਼ੀ ਕੋਲੇ ਜਾ ਵੜਾਂਗੇ। ਜਦੋਂ ਸਾਡਾ ਬਿਮਾਰ ਘਰੇ ਪਿਆ, ਸਾਨੂੰ ਕਿਸੇ ਨੇ ਕਹਿਤਾ DMC ਲੈ ਜਾਓ, ਇਲਾਜ ਇਹਦਾ DMC 'ਚ ਹੋਊਗਾ, ਸਾਡੀ ਜੇਬ 'ਚ 100 ਰੁਪਈਆ ਵੀ ਹੈ ਨਹੀਂ, ਤੇ ਸਾਨੂੰ ਉਹ ਕਹਿੰਦੇ 5 ਲੱਖ ਦਾ ਖਰਚਾ। ਫਿਰ ਅਸੀਂ ਇਹੋ ਜਿਹੀਆਂ ਖੁੱਡਾਂ ਤਾਂ ਪੱਟਦੇ ਹਾਂ, ਅਸੀਂ ਉਹਨੂੰ ਮਾਰਨਾ ਵੀ ਨਹੀਂ ਚਾਹੁੰਦੇ, ਸਾਡਾ ਦਿਮਾਗ ਵੀ ਨਹੀਂ ਖੜਦਾ ਵੀ ਅਸੀਂ ਇਹਦਾ ਕੋਈ ਓੜ ਪੋੜ ਵੀ ਕਰੀਏ। ਫਿਰ ਅਸੀਂ ਸੁਆਦੀਆਂ ਪੁੜੀਆਂ ਆਨੇ ਨੂੰ ਭੱਜਦੇ ਹਾਂ। ਸੁਆਦੀਆਂ ਪੁੜੀਆਂ ਇੱਥੇ ਪਈਆਂ, ਇਸ ਗੱਲ 'ਚ ਪਈਆਂ ਜਿੱਥੇ ਇਲਾਜ ਤੁਹਾਨੂੰ ਸਰਕਾਰ ਜ਼ਿੰਮੇਵਾਰੀ ਸਮਝਦਿਆਂ ਕਰੂਗੀ, ਉੱਥੇ ਸਾਧ ਕੋਲੇ ਕੋਈ ਜਾਊਗਾ ਹੀ ਕਿਉਂ। ਜਿੱਥੇ ਤੁਹਾਨੂੰ ਰੁਜ਼ਗਾਰ ਮਿਲੂਗਾ, ਪੂਰਾ ਵਧੀਆ ਰੁਜ਼ਗਾਰ ਮਿਲੂਗਾ, ਤੁਹਾਡਾ ਸਾਰਾ ਕੁਝ ਉੱਥੇ ਰੁਜ਼ਗਾਰ ਵਾਸਤੇ ਪੁੱਛਣ ਜਾਣ ਦੀ ਕੀ ਲੋੜ ਆ, ਮੈਨੂੰ ਮਿਲੂਗਾ ਕਿ ਨਹੀਂ। ਸਾਡੇ ਭਾਰਤ 'ਚ ਰੁਜ਼ਗਾਰ ਵਾਸਤੇ 80% ਨੌਜਵਾਨ ਰੁਜ਼ਗਾਰ ਵਾਸਤੇ ਪੁੱਛਦੇ ਆ ਵੀ ਮੈਨੂੰ ਮਿਲੂ ਕਿ ਨਹੀਂ। ਬਿਲਕੁਲ। ਹਾਂਜੀ। ਮੈਂ ਕਿਤਾਬ ਤੁਹਾਡੀ ਦੇਖ ਰਹੀ ਸੀ, ਬੇਸ਼ੱਕ ਇਹ ਕਿਤਾਬ ਮੈਂ ਇਹਨਾਂ ਦੀ ਪੜ੍ਹੀ ਨਹੀਂ ਹੋਈ, ਪਰ ਮੈਨੂੰ ਇਹ ਇੰਟਰਸਟਿੰਗ ਚੀਜ਼ ਲੱਗ ਰਹੀ ਹੈ ਕਿ ਜੋਤਿਸ਼ ਦਾ ਐਕਸਰੇ। ਸੋ ਸੁਰਜੀਤ ਦੌਧਰ ਜੀ, ਜੇ ਇਹ ਕਿਤਾਬ ਸਾਡੇ ਸੁਣਨ ਵਾਲੇ ਪੜ੍ਹਨਾ ਚਾਹੁੰਦੇ ਆ, ਇੱਥੋਂ ਕਿੱਥੋਂ ਮਿਲ ਸਕਦੀ ਹੈ? ਇੱਥੇ ਇਹ ਤਰਕਸ਼ੀਲ ਸੁਸਾਇਟੀ ਦਾ ਹੈਗਾ ਜੀ, ਸਾਡੇ ਅਵਤਾਰ ਗਿੱਲ ਇੱਥੋਂ ਦੇ ਪ੍ਰਧਾਨ ਆ, ਉਹਨਾਂ ਦਾ ਨੰਬਰ ਤੁਸੀਂ ਬੋਲ ਦਿਓ, ਤੁਹਾਡੇ ਕੋਲ ਹੈਗਾ ਸ਼ਾਇਦ ਇੱਥੇ, ਤੇ ਉਹਨਾਂ ਕੋਲੋਂ ਮਿਲ ਸਕਦੀ ਹੈ। ਜਾਂ ਇੱਥੇ ਹੋਰ ਵੀ ਕੁਛ ਨੰਬਰ ਹੈਗੇ ਜਿਨ੍ਹਾਂ ਤੋਂ ਮਿਲ ਸਕਦੀ ਹੈ, ਅਵਤਾਰ ਗਿੱਲ ਤੋਂ ਆਮ ਕਰਕੇ। ਅਤੇ ਬਾਕੀ ਇਹ ਤੁਸੀਂ ਔਨਲਾਈਨ ਜੇ ਮੰਗਾਉਣੀ ਆ ਤਾਂ ਮੇਰੇ ਕੋਲੋਂ PDF ਫਾਈਲ ਇਹਦੀ ਮੰਗਾ ਸਕਦੇ ਆ, PDF 'ਚੋਂ ਤੁਸੀਂ ਪ੍ਰਿੰਟ ਕੱਢ ਸਕਦੇ ਆ। ਇਹ ਮੇਰੇ 9417436156 ਉਸੇ ਨੰਬਰ 'ਤੇ ਤੁਸੀਂ WhatsApp ਮੈਨੂੰ ਕਰੋ ਕਾਲ, ਅਤੇ ਮੈਂ ਇਹ ਭੇਜ ਦੂੰਗਾ। PDF ਫਾਈਲ ਮੇਰੇ ਕੋਲ ਮੌਜੂਦ ਹੈਗੀ ਹੈ ਅਵਤਾਰ ਗਿੱਲ ਦਾ। ਹਾਂਜੀ, ਅਵਤਾਰ ਗਿੱਲ ਹੁਣਾਂ ਦਾ ਨੰਬਰ ਹੈ 6047287011 6047287011 'ਤੇ। ਜੇ ਤੁਸੀਂ ਇਹ ਕਿਤਾਬ ਚਾਹੁੰਦੇ ਹੋ। ਇੱਥੇ ਕਿਤਾਬ ਮੇਲੇ ਵੀ ਲਾਉਂਦੇ ਰਹਿੰਦੇ ਆ, ਕਿਤਾਬਾਂ ਦੇ ਮਤਲਬ ਅਡੋਡੀ, ਜਿਵੇਂ ਕੋਈ ਸਾਡੇ ਵਿਸਾਖੀ ਹੁੰਦੀ ਹੈ ਜਾਂ ਕੋਈ ਹੋਰ ਤਿਉਹਾਰ ਹੁੰਦਾ, ਉੱਥੇ ਵੀ ਰੱਖਦੇ ਆ, ਉਦੋਂ ਵੀ ਇਹ ਕਿਤਾਬਾਂ ਲੈ ਕੇ ਆਉਂਦੇ। ਜੇ ਤੁਸੀਂ ਇਹੀ ਕਿਤਾਬ ਲੈਣੀ ਹੈ ਤਾਂ ਉਹਨਾਂ ਤੋਂ ਫੋਨ ਕਰਕੇ ਮੰਗਾਈ ਵੀ ਜਾ ਸਕਦੀ ਹੈ। ਸੋ ਤੁਹਾਨੂੰ ਜਿਹੜੇ ਲੋਕ ਸੰਪਰਕ ਕਰਨਾ ਚਾਹੁੰਦੇ ਆ, ਸੰਭਾਵਿਤ ਤੌਰ 'ਤੇ ਹੋ ਸਕਦਾ ਕਿ ਕਿਉਂਕਿ ਸਾਰੇ ਜਿਹੜੇ ਲੋਕ ਆ ਨਾ, ਉਹ ਪਬਲਿਕਲੀ ਇੱਦਾਂ ਸਾਹਮਣੇ ਨਹੀਂ ਆਉਣਾ ਚਾਹੁੰਦੇ ਹੁੰਦੇ, ਬਿਲਕੁਲ। ਤੇ ਕਈ ਵਾਰ ਇਹ ਹੁੰਦਾ ਕਿ 1-on-1 ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ। ਮੈਂ ਇੱਕ ਦਾਅਵਾ ਕਰਦਾ ਜੀ ਇਸ ਗੱਲ ਦਾ, ਭਾਰਤ ਦੇ ਕਿਸੇ ਜੋਤਸ਼ੀ ਨੇ ਕਿਸੇ ਕੈਨੇਡੀਅਨ ਦੇ ਨਾਲ ਠੱਗੀ ਮਾਰੀ ਵੀ ਹੈ, ਮੈਨੂੰ ਉਹਦਾ ਲਿਖ ਕੇ ਦੇ ਦੇਣ, ਮੈਨੂੰ ਜਿਵੇਂ ਮੈਂ ਕਹਿੰਦਾ ਉਦੋਂ ਹਲਫੀਆ ਬਿਆਨ ਬਣਾ ਕੇ ਦੇ ਦੇਣ, ਸਾਰੇ ਪੈਸੇ ਨਾ ਵਾਪਸ ਕਰਾਵਾਂ ਤਾਂ ਕਹਿ ਦਿਓ, ਸਾਰੇ ਵਾਪਸ ਕਰਾਊਂਗਾ।
ਗਰੰਟੀ ਹੈ ਇਸ ਗੱਲ ਦੀ, ਕਿਉਂਕਿ ਉਹਦੇ ਕੋਲੇ ਮੇਰੀਆਂ ਗੱਲਾਂ ਦਾ ਕੋਈ ਜਵਾਬ ਨਹੀਂ। ਤੇ ਇਹਨਾਂ ਦੇ ਤਾਂ ਮਾੜਾ ਜਿਹਾ, ਕਿਉਂਕਿ ਮੈਂ ਕਿਸਾਨ ਜਥੇਬੰਦੀ 'ਚ ਮਾੜੀ ਜੀ ਦਰੀ ਵਿਛਾਉਣ ਦੀ ਲੋੜ ਆ ਬਾਹਰ 'ਚ, ਇਹ ਤਾਂ ਹੱਥ ਖੜੇ ਕਰ ਜਾਂਦੇ। ਤੇ ਅਨੇਕਾਂ ਬੰਦਿਆਂ ਦੇ ਪੈਸੇ ਵਾਪਸ ਕਰਾਏ ਆ, ਇਕੱਲੇ ਇਹ ਨਹੀਂ, ਅਨੇਕਾਂ ਦੇ ਹੀ ਕਰਾਤੇ। ਜਾਣੀ ਤੁਸੀਂ 10-10 ਲੱਖ ਰੁਪਈਆ ਵੀ ਵਾਪਸ ਕਰਾਇਆ, 10-10 ਲੱਖ। ਇੰਨੇ ਦਿੰਦੇ ਵੀ ਆ ਲੋਕ? ਦਿੰਦੇ ਆ ਲੋਕਾਂ ਤੋਂ ਲੈਂਦੇ ਆ, ਹੌਲੀ ਫਸਾਉਂਦੇ ਆ ਨਾ। ਅੱਛਾ, ਸੋ ਤੁਹਾਨੂੰ ਕਿੱਥੇ ਸੰਪਰਕ ਕਰਨ? ਹਾਂਜੀ, ਤੁਹਾਨੂੰ ਕਿੱਥੇ ਸੰਪਰਕ ਕੀਤਾ? ਮੈਨੂੰ ਆ 9417736156 ਜੀ। 9 ਅਗਸਤ ਨੂੰ ਮੈਂ ਭਾਰਤ ਚਲੇ ਜਾਣਾ, 9 ਅਗਸਤ ਤੱਕ ਮੈਂ ਇੱਥੇ। 9417436156 ਇਹਨਾਂ ਦਾ ਨੰਬਰ ਹੈ, ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ। ਬਾਕੀ ਕੁਝ ਇਹਨਾਂ ਨੇ ਆਪਣੇ YouTube ਚੈਨਲ ਦਾ ਵੀ ਜ਼ਿਕਰ ਕੀਤਾ, ਉੱਥੇ ਕੁਝ ਵੀਡੀਓਜ਼ ਜਿਹੜੀਆਂ ਤੁਸੀਂ ਉਹ ਜ਼ਰੂਰ ਦੇਖ ਸਕਦੇ ਹੋ। ਸੋ ਵਾਸਤੂ ਕਲਾ ਹੈ ਜਾਂ ਜੋਤਿਸ਼ ਹੈ, ਇੱਕ ਤਰੀਕੇ ਨਾਲ ਜਿੱਥੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਸ਼ੁਰੂ ਕੀਤਾ, ਇਹਨਾਂ ਨੇ ਇਹ ਗੱਲਾਂ ਤਾਂ ਜ਼ਰੂਰ ਕਹੀਆਂ ਕਿ ਇਹ ਕਿਤੇ ਨਾ ਕਿਤੇ ਕਿਸੇ ਵੇਲੇ ਸਾਇੰਸ ਦੇ ਵਿੱਚੋਂ ਨਿਕਲੀਆਂ ਹੋਈਆਂ ਇਹ ਚੀਜ਼ਾਂ ਨੇ, ਪਰ ਇਹ ਕਹਿ ਰਹੇ ਸੀ ਕਿ ਇਹਦੇ ਵਿੱਚੋਂ ਸਾਇੰਸ ਨਿਕਲੀ ਹੈ। ਜੇ ਇੱਕ ਵਾਰੀ ਫਿਰ ਇਸ ਚੀਜ਼ ਨੂੰ ਤੁਸੀਂ ਜ਼ਿਆਦਾ ਤੌਰ 'ਤੇ ਸਪਸ਼ਟ ਕਰ ਸਕੋ ਬਹੁਤ ਕਲੀਅਰਲੀ ਕਿ ਚਾਹੇ ਅਸੀਂ ਇਹੋ ਜਿਹੀਆਂ ਜੋਤਿਸ਼ ਦੀ, ਵਾਸਤੂ ਕਲਾ ਦੀ, ਜਾਂ ਇਹਦੇ ਨਾਲ ਹੋਰ ਜੁੜੀਆਂ ਬਹੁਤ ਸਾਰੀਆਂ ਚੀਜ਼ਾਂ, ਅੱਜ ਕੱਲ੍ਹ ਟੈਰੋ ਕਾਰਡ ਰੀਡਿੰਗ ਆ ਗਈ ਹੈ ਜਾਂ ਕੁਝ ਹੋਰ ਆ ਗਿਆ ਹੈਗਾ, ਕਿ ਇਹਨਾਂ ਸਾਰੀਆਂ ਦਾ ਆਧਾਰ ਸਾਇੰਸ ਹੀ ਹੈ। ਮਨੁੱਖ ਦੇ ਜਨਮ ਤੋਂ ਲੈ ਕੇ ਹੀ ਮਨੁੱਖ ਆਪਦੇ ਆਲੇ ਦੁਆਲੇ ਨੂੰ ਜਾਣਨਾ ਚਾਹੁੰਦਾ ਸੀ। ਉਸ ਜਾਣਨ ਦੀ ਵਿਧੀ 'ਚ ਉਹਨੇ ਤਾਰਿਆਂ ਬਾਰੇ ਜਾਣਨਾ ਸ਼ੁਰੂ ਕੀਤਾ। ਠੀਕ ਹੈ, ਉਹ ਖਗੋਲ ਵਿਗਿਆਨ ਵਜੋਂ ਵਿਕਸਿਤ ਹੋਇਆ ਜਿੰਨਾ ਕੁ ਹੋਇਆ। ਭਾਵੇਂ ਉਹਦੀਆਂ ਗਣਨਾਵਾਂ ਗਲਤ ਸੀ, ਭਾਵੇਂ ਠੀਕ ਸੀ ਜੀ, ਪਰ ਉਹਦੀਆਂ ਗਣਨਾਵਾਂ ਆਮ ਜਨਤਾ ਨਾਲੋਂ ਵੱਧ ਸੀ। ਜਿਵੇਂ ਚੰਦ ਦੀ ਕੱਲੀ ਸਥਿਤੀ ਨੂੰ ਦੇਖਣਾ, ਕਿਹੜੇ ਨਛੱਤਰ 'ਚ ਕਿੰਨੇ ਨਛੱਤਰ, ਇੱਕ ਨਛੱਤਰ ਦੇ ਵਿੱਚ ਉਹ ਇੱਕ ਦਿਨ ਰਹਿੰਦਾ, ਇਸ ਤਰ੍ਹਾਂ ਦੀਆਂ ਗਣਨਾਵਾਂ ਕਰਕੇ ਸਾਰੀਆਂ ਰੁੱਤਾਂ ਦਾ ਗਿਆਨ ਰੱਖਣਾ, ਸਾਰੇ ਮਤਲਬ ਬਾਰਿਸ਼ਾਂ ਕਦੋਂ ਪੈਂਦੀਆਂ, ਇਹਨਾਂ ਗੱਲਾਂ ਦਾ ਗਿਆਨ ਰੱਖਣਾ, ਸਾਰਾ ਗਿਆਨ ਜੋਤਸ਼ੀ ਰੱਖਦਾ ਸੀ। ਇਸ ਕਰਕੇ ਮੈਂ ਕਹਿੰਦਾ ਵੀ ਉਹਦੀ ਜਿਹੜੀ ਆਧਾਰਸ਼ਿਲਾ ਉਹ ਉਹਨਾਂ ਨੇ ਰੱਖਤੀ। ਉਹਦੇ ਵਿੱਚੋਂ ਆਧਾਰਸ਼ਿਲਾ ਦੇ ਵਿੱਚੋਂ ਗੈਲੀਲੀਓ ਵੀ ਪੈਦਾ ਹੋਇਆ, ਆਧਾਰਸ਼ਿਲਾ ਦੇ ਵਿੱਚੋਂ ਹੋਰ ਵੀ ਬਹੁਤ ਸਾਰੇ ਪੈਦਾ ਹੋਏ ਆ, ਪਰ ਉਹ ਪੈਦਾ ਹੋ ਕੇ ਉਹਨਾਂ ਦੇ ਉਸ ਕਿਸਮਤ ਨਾਲ ਜੋੜਨ ਵਾਲੇ ਵਿਗਿਆਨ ਨੂੰ ਛੱਡ ਕੇ ਇੱਧਰਲੇ ਵਿਗਿਆਨ ਨਹੀਂ ਆ ਗਏ, ਜਿਹੜਾ ਅਸਲੀ ਵਿਗਿਆਨ ਹੈ। ਹੁਣ ਇੱਕ ਸਵਾਲ ਹੋਰ ਮੇਰੇ ਮਨ ਦੇ ਵਿੱਚ ਆ ਰਿਹਾ। ਹਾਂਜੀ, ਬਹੁਤ ਸਾਰੇ ਜਿਹੜੇ ਲੋਕ ਆ, ਜਿਹੜੇ ਜੋਤਿਸ਼ ਨੂੰ ਮੰਨਣ ਵਾਲੇ ਆ, ਉਹ ਇਹ ਗੱਲ ਮਹਿਸੂਸ ਕਰਦੇ ਆ, ਕਹਿੰਦੇ ਕਿ ਵੀ ਐਵੇਂ ਨਹੀਂ ਆਪਾਂ ਇਹਨੂੰ ਰਿਜੈਕਟ ਕਰ ਸਕਦੇ, ਇਹਨੂੰ ਕਹਿ ਸਕਦੇ ਕਿ ਪਖੰਡ ਆ, ਇਹ ਵਹਿਮ ਆ। ਕਹਿੰਦੇ ਕੁਝ ਲੋਕ ਹੈਗੇ ਆ ਜਿਹੜੇ ਇਹਨੂੰ ਇਸ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਵਰਤਦੇ ਆ। ਦੂਜੇ ਪਾਸੇ ਕੁਝ ਲੋਕ ਹੈਗੇ ਆ ਜਿਹੜੇ ਪ੍ਰੋਪਰਲੀ, ਜਿਨ੍ਹਾਂ ਨੇ ਸਟੱਡੀ ਕੀਤੀ ਹੋਈ ਆ, ਐਜੂਕੇਸ਼ਨ ਹਾਸਲ ਕੀਤੀ ਹੋਈ ਆ ਐਸਟਰੋਲੋਜੀ ਦੇ ਵਿੱਚ, ਜਿਨ੍ਹਾਂ ਨੂੰ ਗਿਆਨ ਹੈਗਾ ਆ, ਉਹਨਾਂ ਦਾ ਜਿਹੜਾ ਇਹਦਾ ਹਿਸਾਬ ਕਿਤਾਬ ਆ ਉਹ ਬਿਲਕੁਲ ਸਹੀ ਹੁੰਦਾ ਆ, ਉਹ ਸਾਇੰਟੀਫਿਕ ਹੁੰਦਾ ਹੈ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਮੇਰਾ ਉਹਨਾਂ ਨੂੰ ਮੰਨਣ ਵਾਲੇ, ਉਹਨਾਂ ਦੇ ਮਤਲਬ ਅਨੁਯਾਈ ਹੈ, ਜਿਹੜੇ ਵਿਸ਼ਵਾਸ ਕਰਦੇ ਆ ਉਹਨਾਂ 'ਤੇ, ਉਹਨਾਂ ਨੂੰ ਵੀ ਅਸੀਂ 50,000 ਰੁਪਈਆ ਦੇਵਾਂਗੇ, ਸਾਡਾ ਉਸ ਜੋਤਸ਼ੀ ਨਾਲ ਕੇਰਾ ਪਾਲਾ ਹੀ ਪਵਾ ਦੇਣਾ। ਬਸ ਉਹਨਾਂ ਨੂੰ 50,000 ਰੁਪਈਆ ਮੈਂ ਖੁਦ ਦੇਵਾਂਗਾ ਆਪਦੀ ਜੇਬ 'ਚੋਂ, ਉਸ ਜੋਤਸ਼ੀ ਨਾਲ ਪਾੜਾ। ਜੇ ਉਹ ਜਿੱਤੂਗਾ ਜੋਤਸ਼ੀ ਤਾਂ ਦੇਵਾਂਗੇ 50,000। ਇਹ ਨਹੀਂ ਗੱਲ ਵੀ ਉਹੀ ਦੇ ਦੇਣਾ ਵੀ ਤੂੰ ਜੋਤਸ਼ੀ ਲਿਆ ਕੇ ਵੀ ਉਹ ਜੋਤਸ਼ੀ ਨਾਲ ਮਿਲ ਕੇ ਆ ਜੇ। ਜੋਤਸ਼ੀ ਸਾਡੇ ਪ੍ਰਸ਼ਨਾਂ ਦਾ ਉੱਤਰ ਦੇ ਕੇ ਜਿੱਤ ਜੇ ਜੋਤਸ਼ੀ ਜਿੱਤਦਾ ਤਾਂ ਉਹ ਜਿਹੜਾ ਲਿਆਊਗਾ ਉਹਨੂੰ ਉਹਦਾ ਨਿਆਂ ਹੀ ਲਿਆਊਗਾ, 50,000 ਉਹਨੂੰ ਵੀ ਦੇਵਾਂਗੇ। ਠੀਕ ਹੈ ਜੀ, ਬਹੁਤ ਵਧੀਆ ਜੀ। ਸੁਰਜੀਤ ਦੌਧਰ ਜੀ, ਸ਼ੁਕਰੀਆ ਤੁਹਾਡਾ ਇਹ ਸਾਰੀ ਗੱਲਬਾਤ ਕਰਨ ਦੇ ਲਈ, ਧੰਨਵਾਦ ਸਮਾਂ ਕੱਢਣ ਲਈ। ਮਿਹਰਬਾਨੀ। ਜੇ ਕਿਸੇ ਨੇ ਅੱਜ ਦੇ ਇਸ ਪ੍ਰੋਗਰਾਮ ਬਾਰੇ ਕੋਈ ਫੀਡਬੈਕ ਦੇਣੀ ਹੋਵੇ, navjot@sherpunjabradio.ca 'ਤੇ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ। ਅਤੇ ਮੇਰੇ ਤੋਂ ਬਾਅਦ ਡਾਕਟਰ ਜਸਬੀਰ ਰੋਮਾਣਾ ਆਪਣਾ ਸ਼ੋਅ ਲੈ ਕੇ ਬਿਲਕੁਲ ਤਿਆਰ ਨੇ। ਲਗਾਤਾਰ ਸੁਣਦੇ ਰਹੋ ਸ਼ੇਰੇ ਪੰਜਾਬ AM 600।